ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸ਼ੁਰੂਆਤ 'ਚ ਮੈਨੂੰ ਸਿਰਫ ਦੋ ਲਾਈਨ 'ਚ ਆਪਣੀ ਇੰਟਰੋਡਕਸ਼ਨ ਦੱਸਣੀ, ਬਹੁਤ ਹੀ ਜ਼ਿਆਦਾ ਨਹੀਂ, 10 ਸੈਕਿੰਡ ਦਾ ਕੰਮ ਹੈ, ਜਲਦੀ ਕਿੱਥੋਂ ਹੋ ਤੇ ਕੈਲੀਗ੍ਰਾਫੀ 'ਚ ਕਿਉਂ ਆਉਂਦੇ ਹੋ, ਤਾਂ ਬਾਈਂਡਿੰਗ ਕਿਉਂ ਸਿੱਖਣਾ ਚਾਹੁੰਦੇ ਹੋ, ਬਸ। ਮੇਰਾ ਨਾਮ ਰਵਲੀਨ ਕੌਰ ਹੈ ਐਂਡ ਮੁਕੇਰੀਆਂ ਤੋਂ ਆਈ ਹਾਂ। ਵੈਰੀ ਗੁੱਡ। ਬਾਈਂਡਿੰਗ ਕਿਉਂ ਸਿੱਖਣਾ ਚਾਹੁੰਦੇ ਹੋ? ਮਤਲਬ ਅੱਗੇ ਇਸ ਕਲਾ ਨੂੰ ਅੱਗੇ ਲੈ ਕੇ। ਵੈਰੀ ਗੁੱਡ। ਮੇਰਾ ਨਾਮ ਅਮਿਤੇਸ਼ਵਰ ਕੌਰ ਹੈ, ਮੈਂ ਬੈਂਗਲੌਰ ਤੋਂ ਹਾਂ। ਵੈਰੀ ਗੁੱਡ। ਐਂਡ ਦ ਸੇਮ। ਮੇਰਾ ਨਾਮ ਨਰਿੰਦਰ ਕੌਰ, ਮੈਂ ਖਡੂਰ ਸਾਹਿਬ ਤੋਂ ਆਈ ਹਾਂ। ਹਾਂਜੀ। ਕੈਲੀਗ੍ਰਾਫੀ ਵੀ ਸਿੱਖ ਰਿਹਾ ਤੇ ਅੱਗੋਂ ਇਸ ਕਰਕੇ ਜਿਲਦ ਸਿੱਖਣੀ ਹੋਈ ਜੀ। ਠੀਕ ਹੈ ਜੀ। ਹਾਂਜੀ। ਮੇਰਾ ਨਾਮ ਪਰਨੀਤ ਕੌਰ ਹੈ, ਮੈਂ ਫਗਵਾੜੇ ਤੋਂ ਹਾਂ। ਠੀਕ ਹੈ। ਸੇਮ। ਮੇਰਾ ਨਾਮ ਅੰਮ੍ਰਿਤ ਕੌਰ ਹੈ, ਮੈਂ ਵੀ ਫਗਵਾੜੇ ਤੋਂ। ਆਪਣੀ ਜਗ੍ਹਾ ਹੀ ਦੱਸ ਦਿਓ। ਆਈ ਥਿੰਕ ਐਵਰੀਥਿੰਗ ਇਜ਼ ਸੇਮ। ਹਰ ਅੰਮ੍ਰਿਤਪ੍ਰੀਤ ਕੌਰ ਤੇ ਮਹਾਰਾਜ ਦੀ ਸੇਵਾ ਕਰਨ ਵਾਸਤੇ, ਪੋਥੀ ਸਾਹਿਬ ਦੀ ਸੇਵਾ ਕਰਨ ਵਾਸਤੇ ਤੇ ਬਾਕੀ ਸਭ ਕੁਝ ਆਪਣੇ ਹੱਥੀਂ ਕਰਨਾ ਹੈ। ਹਾਂਜੀ। ਤੇ ਸੱਜ ਦੀ ਵੀ ਮਹਾਰਾਜ ਆਪ ਸੇਵਾ ਲੈਣਾ ਹੈ। ਠੀਕ ਹੈ। ਹਾਂਜੀ। ਤੁਸੀਂ? ਮੇਰਾ ਨਾਮ ਨਵਨੀਤ ਸਿੰਘ ਹੈ, ਮੈਂ ਅੰਮ੍ਰਿਤਸਰ ਤੋਂ। ਠੀਕ ਹੈ, ਤੁਹਾਡਾ ਪਤਾ ਲੱਗ ਗਿਆ ਮੈਨੂੰ। ਐਕਸਕਿਊਜ਼ ਮੀ। Jack Kaur, South Africa. South Africa. Okay. Why do you want to learn this? ਤੁਸੀਂ ਕਿਉਂ ਸਿੱਖਣਾ Why ਚਾਹੁੰਦੇ? do I want to? Because I'm interested in Sikhism and I want to learn. That's great. Delhi. ਅੱਛਾ, ਮਾਤਾ ਜੀ ਦਾ ਪਤਾ ਹੀ ਮੈਨੂੰ। ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਾਂ ਸਿਰਫ ਪੰਜਾਬ ਦੇ ਹੀ ਨਹੀਂ ਹੈਗੇ, ਆਪਾਂ ਮਤਲਬ ਕਿ ਸਾਰਾ ਦੇਸ਼ ਆਪਣਾ ਪੰਜਾਬ ਹੀ ਹੈ। ਬਹੁਤ ਵਧੀਆ ਗੱਲ ਹੋਏਗੀ। ਤੁਸੀਂ are you getting my are you okay? I will speak in English, no problem. But I don't understand. No, most of them will understand. ਤੁਸੀਂ ਸਾਰੇ ਇੰਗਲਿਸ਼ ਸਮਝ ਲਓਗੇ ਨਾ ਆਲਮੋਸਟ? ਮੈਨੂੰ ਪਤਾ ਲੱਗ ਗਿਆ ਸਾਰੇ ਪੰਜਾਬ ਤੋਂ ਬਾਹਰ ਹੀ ਹੈਗੇ ਆ। So I am very happy to see you people, and this is great that you all want to learn this Gurmukhi binding, which is really related to our heritage. This is like, you know, you see this. This is our binding structure, heritage. But now you will see in Gurdwara Sahib that binding structure is very delicate and very simple, and that is interestingly called stab and stitch. Yes. Stab and stitch. You people know that. So this workshop is for to make you understand our traditional binding structures. ਸਾਰਿਆਂ ਨੂੰ ਪੰਜਾਬੀ ਇੰਗਲਿਸ਼ ਸਮਝ ਆ ਰਹੀ ਹੈ? ਓਕੇ, ਪੰਜਾਬੀ ਵੀ ਚੱਲੇਗੀ ਵਿੱਚ। ਠੀਕ ਹੈ, ਤੇ ਮਿਕਸ ਚੱਲੇਗਾ। ਸੋ ਵੀ ਵਿਲ ਸਪੀਕ ਇਨ ਦ ਮਿਕਸਚਰ ਆਫ ਪੰਜਾਬੀ ਐਂਡ ਇੰਗਲਿਸ਼, ਐਂਡ ਪੰਜਾਬੀ ਬੋਲਣੀ ਚਾਹੀਦੀ ਕਿ ਤੁਹਾਨੂੰ ਆ ਜਾਏਗੀ। I understand a little bit and bolo thoda. Okay, that's great. ਥੋੜਾ that's very nice. So ਦੋ ਚੀਜ਼ਾਂ ਨੇ। one thing is the binding. One people are the binders who used to bind the pothis or the any books, but another thing in these days are conservation. So we are not binders. I am a conservator and I am conservative binder, because whatever I use in the binding, that is conservative. Conservative means that the material we are using, it will conserve your pothi sahib. See, look at this pothi sahib. It is almost 250 years old. This is ਇਹ 250 ਸਾਲ ਪੁਰਾਤਨ ਹੈ, ਪਰ ਅੱਜ ਦੀ ਡੇਟ 'ਚ ਵੀ ਇਹ ਬਿਲਕੁਲ ਪਰਫੈਕਟ ਹੈ। ਸੀ ਔਰ ਨੈਚੁਰਲੀ ਸਾਡੇ ਪੁਰਖੇ ਜਿਹੜੇ ਸੀਗੇ, ਆਰ ਐਲਡਰਸ, ਦੇ ਯੂਜ਼ ਟੂ ਲਰਨ ਦਿਸ Pothi Sahib, not people like us, we don't do even nicknames, right? So ਇਹਦੀ ਸਟਰਕਚਰ ਜਿਹਦੇ ਸਾਡੀਆਂ ਸਟਰਕਚਰ ਬਹੁਤ ਜ਼ਿਆਦਾ ਫਰਕ ਹੈ। ਮਤਲਬ ਯੂ ਕੈਨ ਸੇ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਜਿਵੇਂ ਮੇਰੇ 'ਚ ਤੇ ਮੇਰੇ ਦਾਦੇ ਦੇ ਮਤਲਬ ਹੈਲਦੀ ਸੀਗੇ, ਮਤਲਬ ਅੱਜ ਦੀ ਡੇਟ 'ਚ ਵੀ ਸਾਡੇ ਨਾਲੋਂ ਚੰਗੇ ਆ ਜਿਹੜੇ ਬਾਰਡਰ 'ਤੇ ਬੈਠੇ ਆ। ਦੇ ਪੀਪਲ ਆਰ ਗੁੱਡ ਇਨ ਹੈਲਥ ਐਂਡ ਐਵਰੀਥਿੰਗ। ਸੋ ਇਹਨੂੰ ਆਪਾਂ ਕਿਉਂ ਸਿੱਖਣਾ ਚਾਹੁੰਦੇ? ਐਨੀਬਡੀ ਆਫ ਯੂ ਕੈਨ ਟੈਲ ਵਾਈ ਵੀ ਵਾਂਟ ਟੂ ਲਰਨ ਦਿਸ? ਵਾਈ? There should be a question in your mind. There should be something in your mind that you want to learn this, or my presentation and everything is going to win. You will utilize it or not? ਤੁਸੀਂ ਇਹਦੀ ਵਰਤੋਂ ਕਰੋਗੇ ਜਾਂ ਮਤਲਬ ਕਿ ਤੁਹਾਨੂੰ ਇਹਦਾ ਕਿਉਂ ਤੁਹਾਨੂੰ ਕਿਉਰਿਓਸਿਟੀ ਕਿਉਂ ਹੈ? ਹਾਂਜੀ। ਜਿੱਦਾਂ ਆਪਾਂ ਅੱਖਰਦਾਰੀ ਸਿੱਖ ਰਹੇ ਹਾਂ ਨਾ। ਯੈਸ। ਹੁਣ ਆਪਾਂ ਦੇਖਦੇ ਹਾਂ ਪ੍ਰਿੰਟਿੰਗ ਹੋ ਰਿਹਾ ਹੈ। ਯੈਸ। ਪੁਰਾਤਨ ਜਾ ਰਹੇ ਕਿ ਸਾਨੂੰ ਅੱਖਰ ਲਿਖਣੇ ਨੇ। ਹਾਂਜੀ। ਸਾਨੂੰ ਜਿਲਦ ਵੀ ਆਣੀ ਚਾਹੀਦੀ ਹੈ। ਯੈਸ। ਯੈਸ। ਨਹੀਂ ਦੱਸਿਆ ਕਿ ਉਹ ਲਤੋਚ ਕੇ ਦਾ ਬਰਾਬਰ ਨਹੀਂ ਹੋ ਰਿਹਾ। ਯੈਸ। ਦੋ ਰੀਜ਼ਨ, ਇੱਕ ਇਹ ਕਿ ਆਪਾਂ ਵਿਰਾਸਤ ਭੁੱਲਣਾ ਚਾਹੀਏ, ਯੈਸ। ਨਹੀਂ ਤਾਂ ਆਪਾਂ ਜੇਲ ਜਾਵਾਂਗੇ। ਯੈਸ। ट्रेडिशन नहीं तो आप जे इस तरह चलते रहे तो फिर ਅੱਗੇ ਹੋਰ ਕੰਮ ਬਿਗੜ ਜਾਊਗਾ। ਖਤਮ ਹੋ ਜਾਏਗਾ, ਆਲਮੋਸਟ ਖਤਮ ਹੋ ਜਾਏਗਾ। ਇਹਦੇ 'ਚ ਬਹੁਤ ਵੱਡਾ ਯੋਗਦਾਨ ਹੈ ਜਿੱਦਾਂ ਆਪਾਂ ਬਚਾ ਸਕਦੇ ਹਾਂ, ਉਹ ਹੈ ਕਨਜ਼ਰਵੇਸ਼ਨ। ਤੁਹਾਡੇ ਸਾਰਿਆਂ 'ਚੋਂ ਕਨਜ਼ਰਵੇਸ਼ਨ ਕੌਣ ਕਿਹਦੇ ਦਿਮਾਗ 'ਚ ਵਰਡ ਕਦੇ ਆਇਆ? ਤੁਸੀਂ ਕਿੰਨੇ ਪੜ੍ਹੇ ਲਿਖੇ ਹੋ? ਸਾਰੇ ਬਾਹਰਲੀ ਸਟੇਟਸ 'ਚ ਪੜ੍ਹੇ ਹੋ, ਪਰ ਤੁਹਾਡੇ ਦਿਮਾਗ 'ਚ ਕਿੰਨਾਂ ਦੇ ਵਿੱਚ ਇਹ ਹੈਗਾ ਕਨਜ਼ਰਵੇਸ਼ਨ ਕੋਈ ਚੀਜ਼ ਹੈ? कौन जानता? Who out of you people know that what is conservation? Do you have anything in your mind? Please tell me. Keeping things forever. Yes, but I'm talking about the book conservation or the art conservation.
what is that? To hold it for the next generation and the next That's the answer ਕਿ ਅਗਲੀਆਂ ਜਿਹੜੀਆਂ ਆਪਣੀਆਂ ਪੁਸ਼ਤਾਂ ਹੈਗੀਆਂ ਉਹਨਾਂ ਲਈ ਆਪਾਂ ਕੋਈ ਚੀਜ਼ ਸਾਂਭ ਕੇ ਰੱਖੀਏ। ਸਾਡਾ ਕੁਝ ਵੀ ਹੈ ਸਾਡੀਆਂ ਅਗਲੀਆਂ ਪੁਸ਼ਤਾਂ ਤੱਕ ਪਹੁੰਚੇ ਤਾਂ ਸਾਡਾ ਤਾਂ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਪਿਤਾ ਹੀ ਮੰਨਦੇ ਹਾਂ ਤਾਂ ਇਹ ਤਾਂ ਪਹੁੰਚਣੇ ਚਾਹੀਦਾ ਹੀ ਹੈ ਨਾ ਜੋ ਸਾਡੇ ਕੋਲ ਹੈ। ਜੇ ਆਪਾਂ ਇਹ ਗਵਾ ਦਾਂਗੇ if we lost this type of bindings then we will not be able to tell our grandsons that this is our Guru Granth Sahib and these are our pothis। ਸਿੰਪਲ ਹੋ ਜਾਏਗੀ ਸਟੈਪ ਐਂਡ ਸਟਿਚ। ਸੋ ਪਹਿਲੀ ਸਲਾਈਡ ਤੇ ਆਪਾਂ ਆਉਂਦੇ ਹਾਂ। The name of the slide is material and techniques of historical Sikh binding। ਮਟੀਰੀਅਲ ਹੁੰਦਾ ਹੈ ਕਿ ਆਪਾਂ ਮਟੀਰੀਅਲ ਕੀ ਯੂਜ਼ ਕਰਦੇ ਸੀ। ਹੁਣ ਗੱਲ ਇੱਥੇ ਆਉਂਦੀ ਹੈ ਕਿ ਜੋ ਸਾਡੇ ਇਹ ਪੋਥੀ ਸਾਹਿਬ ਨੇ ਇਹਨਾਂ 'ਚ ਜਿਹੜਾ ਮਟੀਰੀਅਲ ਯੂਜ਼ ਹੋਇਆ ਹੈ ਉਹ ਬਹੁਤ ਹੀ ਜ਼ਿਆਦਾ ਅੱਛਾ ਮਟੀਰੀਅਲ ਹੈ। That's why the ink is good, ink is in good condition, paper is almost good। 250 years is a big time। ਪੇਪਰ ਚੰਗਾ ਹੈ, ਮਟੀਰੀਅਲ ਚੰਗਾ ਹੈ, ਪੇਪਰ ਇੰਕ ਸਭ ਕੁਝ ਅੱਛਾ ਹੈ। ਜੋ ਤੁਸੀਂ ਕੈਲੀਗ੍ਰਾਫੀ ਕਰਦੇ ਹੋ ਡੈਟ ਇਜ਼ ਦ ਵੇ ਹਾਊ ਵੀ ਕੈਨ ਰਿਵਾਈਵ ਆਰ ਹੈਰੀਟੇਜ। ਆਪਾਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਜੇ ਲੱਛਣ ਆਪਣੇ ਪੇਰੈਂਟਸ ਨਾਲ ਮਿਲਦੇ ਆ ਤਾਂ ਆਪਾਂ ਉਹਨਾਂ ਦੇ ਪੁੱਤਰ ਆ। ਜੇ ਸਾਡੇ ਨਹੀਂ ਮਿਲਦੇ ਆਪਾਂ ਬਿਲਕੁਲ ਅਲੱਗ ਚੀਜ਼ ਕਰ ਰਹੇ ਹਾਂ ਨਾ। ਉਹ ਆਪਾਂ ਸਮੇਂ ਦੇ ਦੌਰ 'ਚ ਭੱਜੇ ਜਾ ਰਹੇ ਹਾਂ ਅਤੇ ਆਪਾਂ ਪ੍ਰਿੰਟਿੰਗ ਕਰਵਾ ਰਹੇ ਹਾਂ ਜੀ, ਪੋਥੀ ਪੜ੍ਹ ਲਈ ਜੀ, ਫੋਨ 'ਚ ਰੱਖ ਲਿਆ ਕਰ ਲਿਆ ਹੈ ਨਾ। ਅਤੇ ਇਹ ਐਂ ਲੱਗਦਾ ਵੀ ਜਿਵੇਂ ਅਸੀਂ ਵਾਰਿਸ ਨਹੀਂ ਹੈਗੇ ਉਹਨਾਂ ਦੇ। ਜੋ ਉਹਨਾਂ ਕੋਲ ਸੀਗਾ ਉਹ ਸਾਡੇ ਕੋਲ ਨਹੀਂ ਹੈਗਾ। ਜਿਵੇਂ ਉਹ ਰਾਈਟ ਕਰਦੇ ਸੀ ਬਹੁਤ ਹੀ ਵੱਡੀ ਗੱਲ ਹੈ ਕਿ ਤੁਸੀਂ ਉਵੇਂ ਰਾਈਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਮੈਨੂੰ ਕੈਲੀਗ੍ਰਾਫੀ ਬਿਲਕੁਲ ਨਹੀਂ ਆਉਂਦੀ ਬਟ ਇਟ ਇਜ਼ ਗੁੱਡ। ਤੁਸੀਂ ਲਿਖੋਗੇ ਉਸ ਦੇ ਨਾਲ ਤੁਸੀਂ ਬਾਈਂਡਿੰਗ ਸਟਰਕਚਰ ਅੱਜ ਦੀ ਡੇਟ 'ਚ ਕੀ ਹੈ ਕਿ ਆਪਾਂ ਬਾਈਂਡਿੰਗ ਸਟਰਕਚਰ 'ਤੇ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ। ਆਪਾਂ ਕੀ ਕਹਿੰਦੇ ਆ ਸਾਡੇ ਕੋਲ ਪੋਥੀ ਹੈ ਅਤੇ ਆਪਾਂ ਆਪਣੀ ਪੋਥੀ ਸਾਹਿਬ ਨੂੰ ਕਿਸੇ ਬਾਈਂਡਰ ਕੋਲ ਲੈ ਜਾਂਦੇ ਹਾਂ। ਉਹ ਬਾਈਂਡਰ ਸਾਰਾ ਕੁਛ ਉਖਾੜ ਦੇਗਾ। ਠੀਕ ਹੈ। ਇਹਦੇ ਵਿੱਚ ਕੀ ਛੁਪਿਆ ਤੁਹਾਡੇ 'ਚ ਕੋਈ ਦੱਸ ਸਕਦਾ? ਇਹਦੇ ਵਿੱਚ ਦੋ ਕਮਿਊਨਿਟੀਜ਼ ਦੀ ਰਿਲੇਸ਼ਨਸ਼ਿਪ ਛੁਪੀਆਂ ਨੇ। ਐਨੀ ਵਨ ਆਫ ਯੂ ਕੈਨ ਟੈਲ ਮੀ ਵਟ ਦ ਰਿਲੇਸ਼ਨਸ਼ਿਪ ਇਜ਼ ਹਿਡਨ ਇਨ ਦਿਸ ਸਟਰਕਚਰ। There are two communities in India and one relationship is hidden in this structure. One is the Sikh, yes. The another is the Muslim. Even ਕਾਗਜ਼ ਵੀ ਉਹਨਾਂ ਦਾ ਹੈ, ਕਾਗਜ਼ ਵੀ ਉਹਨਾਂ ਦਾ ਹੈ। ਔਰ ਇਹਨਾਂ ਨੇ ਇਹਦੇ 'ਚ ਸਿੱਖ ਅਤੇ ਮੁਸਲਿਮ ਦਾ ਜਿਹੜਾ ਇੰਟੈਕਟ ਹੈ। ਦੇਖੋ ਗੁਰੂ ਸਾਹਿਬ ਨੇ ਪੋਥੀਆਂ ਲਿਖੀਆਂ ਪਰ ਮੋਸਟਲੀ ਪੋਥੀਆਂ ਜਿਹੜੀਆਂ ਨੇ ਉਹ ਸਿੱਖਾਂ ਦੁਆਰਾ ਨਹੀਂ ਕੀਤੀਆਂ ਗਈਆਂ ਬਾਈਂਡਿੰਗ। ਤਾਂ ਹੀ ਸਾਡੇ ਬਾਈਂਡਰਸ ਦੀ ਕਮਿਊਨਿਟੀ ਸਿੱਖਾਂ 'ਚ ਹੈ ਨਹੀਂ ਗੀ, ਨਾ ਹੀ ਸਾਡੇ ਜ਼ਿਆਦਾ ਪੇਪਰ ਦੀ ਕਮਿਊਨਿਟੀ ਵੀ ਮਿਲਦੀ ਹੈ, ਜ਼ਿਆਦਾ ਮੁਸਲਿਮ 'ਚ ਮਿਲਦੀ ਹੈ। ਤਾਂ ਗੁਰੂ ਸਾਹਿਬ ਨੇ ਪੋਥੀ ਸਾਹਿਬ ਲਿਖ ਕੇ ਅਤੇ ਬਾਈਂਡਰਸ ਕੋਲ ਭੇਜਿਆ ਜਿਹੜੇ ਕਿ ਮੁਸਲਿਮ ਸੀਗੇ। ਔਰ ਅੱਜ ਦੀ ਡੇਟ 'ਚ ਦੇਖੋ ਕਿੰਨੀ ਜ਼ਿਆਦਾ ਦੁਸ਼ਮਣੀ ਹੋ ਜਾਂਦੀ ਹੈ ਕਮਿਊਨਿਟੀਜ਼ 'ਚ। ਇਵਨ ਰਾਈਟਿੰਗ ਵੀ ਬਹੁਤ ਸਾਰੇ ਹਿੰਦੂ ਕਰਦੇ ਸੀਗੇ। ਤਾਂ ਇਹ ਸਟਰਕਚਰ ਨੂੰ ਸਾਂਭਣਾ ਸਿਰਫ ਇਕੱਲੀ ਆਪਣੀ ਪੋਥੀ ਨੂੰ ਸਾਂਭਣਾ ਨਹੀਂ ਹੈ। ਇਹ ਸਟਰਕਚਰ ਨੂੰ ਸਾਂਭਣਾ ਆਪਣੀ ਕਮਿਊਨਿਟੀ ਨੂੰ ਸਾਂਭਣਾ, ਆਪਣੀ ਦੱਸਣਾ ਹੈ ਕਿ ਨਹੀਂ ਤਾਂ ਉਹ ਗੱਲਾਂ ਕਿਤਾਬਾਂ 'ਚ ਰਹਿ ਜਾਣਗੀਆਂ ਕਿ ਸਿੱਖ ਅਤੇ ਮੁਸਲਮਾਨ ਜਿਹੜੇ ਉਹ ਇਕੱਠੇ ਹੁੰਦੇ ਸੀਗੇ। ਇਹਦੇ 'ਚ ਹੈ ਕਿ ਅਸੀਂ ਬਹੁਤ ਸਾਰੀ ਵੱਡੀ ਅੱਜ ਦੀ ਡੇਟ 'ਚ ਕੈਲੀਗ੍ਰਾਫੀ ਇਜ਼ ਵੈਰੀ ਈਜ਼ੀ ਥਿੰਗ। ਵੀ ਹੈਵ ਪੇਪਰ, ਵੀ ਹੈਵ ਗੁੱਡ ਪੇਪਰ, ਵੀ ਹੈਵ ਗੁੱਡ ਇੰਕ। ਬਟ ਇਨ ਅਰਲੀਅਰ ਟਾਈਮਸ ਕੁਛ ਇਹੋ ਜਿਹਾ ਨਹੀਂ ਹੁੰਦਾ ਸੀਗਾ। ਆਪਾਂ ਨੂੰ ਮੁਸ਼ਕਿਲ ਲੱਗਦੀ ਸੀ ਕਿ ਪੇਪਰ ਕਿੱਥੋਂ ਲਿਆਈਏ, ਇੰਕ ਕਿੱਥੋਂ ਲਿਆਈਏ, ਪੋਥੀ ਸਾਹਿਬ ਕਿੱਦਾਂ ਬਣੇਗਾ। ਅੱਛਾ ਦ ਵੰਡਰਫੁਲ ਥਿੰਗ ਇਜ਼ ਦੈਟ ਗੁਰਬਾਣੀ ਕਿੱਥੋਂ ਲਿਆਈਏ, ਕਿੱਥੋਂ ਆਈ ਗੁਰਬਾਣੀ? ਉਹ ਸਿਰਫ ਜੋ ਉਹਨਾਂ ਨੂੰ ਦਿਮਾਗ 'ਚ ਸੀ, ਜੋ ਉਹਨਾਂ ਨੇ ਕੰਠ ਕੀਤਾ ਸੀਗਾ ਨਾ, ਜਿਹੜਾ ਆਪਾਂ ਨਹੀਂ ਕਰਦੇ ਮੋਸਟਲੀ, ਉਹਨਾਂ ਨੇ ਕੰਠ ਕੀਤਾ ਕਿ ਮੈਨੂੰ ਤਾਂ ਆਹ ਗੁਰਬਾਣੀ ਆਉਂਦੀ, ਤੇਰੇ ਕੋਲ ਕੀ ਖਜ਼ਾਨਾ ਹੈ। ਉਹ ਖਜ਼ਾਨੇ ਨੂੰ ਰਲ ਕੇ ਪੋਥੀਆਂ ਬਣੀਆਂ। ਤਾਂ ਕਰਕੇ ਪੋਥੀ ਨੂੰ ਸਾਂਭਣ ਦਾ ਮੈਂ ਇਹ ਐਕਸਪਲੇਨ ਕਰਨਾ ਚਾਹੁੰਦਾ ਕਿ ਇਹ ਕਿਉਂ ਜ਼ਰੂਰੀ ਹੈ। ਇਟਸ ਨਾਟ ਓਨਲੀ ਬਾਈਂਡਿੰਗ ਸਟਰਕਚਰ, ਇਟ ਇਜ਼ ਆਰ ਹੈਰੀਟੇਜ, ਇਟ ਕਨੈਕਟ ਦ ਕਮਿਊਨਿਟੀਜ਼। ਇਹ ਸਾਡੇ ਰਿਲੇਸ਼ਨਸ਼ਿਪ ਦੱਸਦਾ ਹੈ ਦੂਸਰੀਆਂ ਕਮਿਊਨਿਟੀਜ਼ ਨਾਲ ਕਿੱਦਾਂ ਦੇ ਨੇ, ਕਿੱਦਾਂ ਦੇ ਸੀ। ਔਰ ਗੁਰੂ ਸਾਹਿਬ ਨੂੰ ਮੁਸਲਮਾਨ ਕਿੰਨੇ ਪਿਆਰੇ ਲੱਗਦੇ ਸੀ, ਹਿੰਦੂਜ਼ ਨੂੰ ਗੁਰੂ ਸਾਹਿਬ ਕਿੰਨੇ ਪਿਆਰੇ ਲੱਗਦੇ ਸੀ। ਤਾਂ ਸਾਡੇ ਮਾਈਂਡ 'ਚ ਕਈ ਵਾਰੀ ਇਹ ਚੀਜ਼ਾਂ ਆ ਜਾਂਦੀਆਂ ਕਿ ਪਤਾ ਨਹੀਂ ਆਪਾਂ ਸਭ ਡਿਫਰੈਂਟ ਆ, ਬਟ ਨਹੀਂ ਯਾਰ, ਹੈਰੀਟੇਜ 'ਚ ਸਭ ਕੁਛ ਹੈ। ਸਭ ਕੁਛ ਆਪਾਂ ਜੁਆਇੰਟ ਆ, ਆਪਾਂ ਸਭ ਜੁੜੇ ਹੋਏ ਆ ਧਾਗਿਆਂ ਨਾਲ, ਬਾਈਂਡਿੰਗ ਨਾਲ। ਸਾਡੀ ਗੁਰਬਾਣੀ ਨੂੰ ਪ੍ਰੋਟੈਕਟ ਕਰਨ ਵਾਲੇ ਉਹ ਨੇ। ਗੁਰੂ ਸਾਹਿਬ ਵੀ ਟ੍ਰੇਨ ਕਰ ਸਕਦੇ। ਗੁਰੂ ਸਾਹਿਬ ਕੋਲ ਵਾਰੀਅਰ ਸੀਗੇ, ਐਵਰੀਥਿੰਗ ਸੀਗਾ। ਪੇਪਰ ਗੁਰੂ ਸਾਹਿਬ ਨੇ ਨਹੀਂ ਕ੍ਰੀਏਟ ਕੀਤਾ। ਗੁਰੂ ਸਾਹਿਬ ਨੇ ਕੀਤਾ ਹੋਏਗਾ, ਕਈ ਜਗ੍ਹਾ 'ਤੇ ਕੀਤਾ ਹੋਏਗਾ। ਹਿਸਟਰੀ ਜ਼ਿਆਦਾ ਕੋਈ ਜ਼ਿਕਰ ਇੰਨਾ ਆਉਂਦਾ ਨਹੀਂ ਹੈ। ਪਰ ਜੇ ਦੇਖੀਏ ਤਾਂ ਬਾਈਂਡਿੰਗ ਸਟਰਕਚਰ ਜਿਹੜੀਆਂ ਨੇ ਉਹ ਮੁਸਲਮਾਨਾਂ ਦੀਆਂ ਹੀ ਨੇ, ਸਾਡੇ ਸਿੱਖਾਂ ਦੀਆਂ ਆਲਮੋਸਟ ਟਾਈਪ ਸਟਿਚ ਹੀ ਹੈ, ਜਿਹੜਾ ਆਪਾਂ ਆਲਰੇਡੀ ਦੇਖਦੇ ਹਾਂ ਇਹਨਾਂ ਦਿਨਾਂ 'ਚ। ਤਾਂ ਇਹ ਜੋ ਬਾਈਂਡਿੰਗ ਸਟਰਕਚਰ ਹੈ, ਇਹਦਾ ਮੇਨ ਮਕਸਦ ਹੈ ਸਾਡੀ ਜੋ ਖਜ਼ਾਨਾ ਆਪਾਂ ਤਿਆਰ ਕੀਤਾ ਉਹਨੂੰ ਸੁਰੱਖਿਅਤ ਰੱਖਣਾ। ਅਤੇ ਬਾਈਂਡਿੰਗ ਸਟਰਕਚਰ ਨੂੰ ਸੁਰੱਖਿਅਤ ਰੱਖਣ ਦਾ ਮਤਲਬ ਹੈ ਕਿ ਅਸੀਂ ਆਪਣਾ ਹੈਰੀਟੇਜ, ਆਪਣੇ ਰਿਲੇਸ਼ਨਸ਼ਿਪ, ਆਪਣੀਆਂ ਯਾਤਰਾਵਾਂ, ਪੋਥੀ ਪੇਪਰ ਕਿੱਥੋਂ ਆਇਆ, ਸਾਡੇ ਸਿੱਖਾਂ ਨੇ ਕਿਵੇਂ ਲਿਖੀਆਂ, ਇੰਕ ਕਿੱਥੋਂ ਆਈ, ਕਿੰਨੇ ਬਣਾਈ, ਕਿੰਨਾ ਟਾਈਮ ਲੱਗਿਆ, ਉਹਨਾਂ ਦੀ ਕਿੰਨੀ ਮਿਹਨਤ ਮੁਸ਼ੱਕਤ ਸੀ। ਇਹ ਪੋਥੀ 'ਤੇ ਤੁਸੀਂ ਕੋਈ ਅੰਦਾਜ਼ਾ ਵੀ ਲਾ ਸਕਦੇ ਹੋ ਕਿ ਕਿੰਨਾ ਟਾਈਮ ਲੱਗਿਆ ਹੋਊਗਾ। ਸਾਲਾਂ 'ਚ ਟਾਈਮ ਲੱਗਦਾ। ਅੱਜ ਦੀ ਡੇਟ 'ਚ ਤੁਸੀਂ ਲਿਖਦੇ ਹੋ, ਸਭ ਲਿਖਦੇ ਹੋ। ਤੁਸੀਂ ਇੱਕ ਪੋਥੀ ਇੰਨੀ ਤਿਆਰ ਕਰਨੀ ਹੋਏ, ਕਿੰਨਾ ਟਾਈਮ ਲੱਗੇਗਾ ਤੁਹਾਨੂੰ? ਯੂ ਹੈਵ ਦ ਇੰਕ, ਯੂ ਹੈਵ ਪੇਪਰ, ਯੂ ਹੈਵ ਐਵਰੀਥਿੰਗ। ਪੇਪਰ ਨਹੀਂ ਸੀਗਾ,
ਪੇਪਰ ਮੰਗਵਾਉਣਾ ਪੈਂਦਾ ਸੀਗਾ, ਇੰਕ ਮੰਗਵਾਉਣੀ ਪੈਂਦੀ ਸੀਗੀ, ਬਾਈਂਡਰ ਕੋਲ ਜਾਣਾ ਪੈਂਦਾ ਸੀ, ਬਾਈਂਡਰ ਲੱਭਣਾ ਪੈਣਾ ਸੀ, देयर वाज नो ਇੰਟਰਨੈਟ, ਫੇਸਬੁੱਕ ਐਂਡ ਐਨੀਥਿੰਗ। ਤਾਂ ਇਹ ਕਿਉਂ ਇੰਪੋਰਟੈਂਟ ਹੈ? ਕਿਉਂ ਅਸੀਂ ਸਿਰਫ ਇੱਥੇ, ਦਿਸ ਇਜ਼ ਨਾਟ ਦਾ ਵਰਕਸ਼ਾਪ ਓਨਲੀ ਟੂ ਟੀਚ ਯੂ ਹਾਊ ਟੂ ਮੇਕ ਯੂਰ ਪੋਥੀਜ਼, ਬਟ ਯੂ ਮੇਕ ਯੂ ਅਵੇਅਰ ਦੈਟ ਦਿਸ ਇਜ਼ ਇੰਪੋਰਟੈਂਟ। ਵਾਈ ਇਟ ਇਜ਼ ਇੰਪੋਰਟੈਂਟ? ਅੱਜ ਦੀ ਡੇਟ 'ਚ ਕੀ ਹੈ ਕਾਰਨ? ਜ਼ਿਆਦਾ ਪੋਥੀਆਂ ਪਬਲਿਸ਼ ਹੁੰਦੀਆਂ ਨੇ, ਸਟੈਪ ਸਟਿਚ ਕਰਕੇ ਭੇਜ ਦਿੰਦੇ ਨੇ, ਉਹਨਾਂ ਦੀ ਏਜ ਇਟਸ ਓਨਲੀ 14 ਈਅਰ 15 ਈਅਰ, ਸਾਰੀ ਬਾਈਂਡਿੰਗ ਉਤਰ ਜਾਂਦੀ ਹੈ। then people call us ਕਿ ਉਹ, and we see, me and Hushiyar Singh see that the problems are the same, or we neglect the things. Number one is the material is not good. Here we were talking about material and techniques. Material, what we use in the Pothi Sahib, and techniques, what the techniques we use while binding. ਹੁਣ ਤਾਂ ਕੋਈ ਖਾਸ ਟੈਕਨੀਕ ਨਹੀਂ ਹੈਗੀ, ਉਹ ਵੀ ਤੁਹਾਨੂੰ ਇੱਥੇ ਦਿਖਾਵਾਂਗੇ। ਇਹ ਦੋਨੋਂ ਪੋਥੀਆਂ ਪ੍ਰੈਜ਼ੈਂਟ ਟੈਕਨੀਕਸ ਨੇ, ਇਹ ਪ੍ਰੈਜ਼ੈਂਟ ਟੈਕਨੀਕ ਹੈ। ਮੈਂ ਤੁਹਾਨੂੰ this is not I will clear here that this is not the workshop to make you learn and you will start stitching your Pothi Sahib. This is just to make you aware that this is very important and we need to do it. ਇਹਦੇ ਤੁਸੀਂ ਜ਼ਿਆਦਾ ਮਤਲਬ ਇਹ ਨਹੀਂ ਸਿੱਖੋਗੇ ਵੀ ਅਸੀਂ ਕਿੱਦਾਂ ਕਰ ਲਾਂਗੇ, ਮਤਲਬ देयर इज अ ਪ੍ਰੈਜੈਂਟੇਸ਼ਨ ਯੂ ਕੈਨ ਲਰਨ ਇਟ, ਬਟ ਤੁਸੀਂ, ਕਿਉਂਕਿ ਇਹਦੇ ਲਈ ਟੈਕਨੀਕਲ ਸਕਿੱਲ ਦੀ ਲੋੜ ਹੁੰਦੀ, ਜਿਵੇਂ ਤੁਹਾਡੀ ਕੈਲੀਗ੍ਰਾਫੀ ਲਈ ਯੂ ਕਾਂਟ ਮਾਸਟਰ ਕੈਲੀਗ੍ਰਾਫੀ ਇਨ 1 hour or 2 hour or 3 hour or 1 day or 2 day or 1 month even. ਇਹ ਵੀ ਇੱਕ ਆਰਟ ਹੈ ਜੋ ਕਿ ਵਿਸਰ ਗਿਆ ਹੈ, ਅਸੀਂ ਵਿਸਾਰ ਦਿੱਤਾ, ਆਪਾਂ ਸੋਚਿਆ ਸਾਡਾ ਨਹੀਂ ਹੈ, ਪਰ ਇਹਦੇ ਵਿਸਰ ਨਾਲ ਸਾਡੀਆਂ ਪੋਥੀਆਂ ਵੀ, ਇਹਨੂੰ ਸਕਿਨ ਕਹਿੰਦੇ ਆ, ਦਿਸ ਇਜ਼ ਕਾਲਡ ਸਕਿਨ ਆਫ ਪੋਥੀ ਸਾਹਿਬ। ਬਾਈਂਡਿੰਗ ਇਜ਼ ਦ ਸਕਿਨ ਆਫ ਪੋਥੀ ਸਾਹਿਬ. If we consider a guru a living guru, then this is a skin. We need to protect it. ਇਹ skin ਹੈ ਸਾਡੇ ਪੋਥੀ ਸਾਹਿਬ ਦੀ, ਠੀਕ ਹੈ। ਇਹ ਪ੍ਰੈਜ਼ੈਂਟ ਸਟਰਕਚਰ ਹੈ, ਇੱਦਾਂ ਦੀ ਆਪਾਂ ਬਣਾਵਾਂਗੇ ਵੀ, ਬਟ ਉਹ ਥੋੜੀ ਟ੍ਰੈਡੀਸ਼ਨਲ ਟਾਈਪ ਹੋਏਗੀ। ਦਿਸ ਇਜ਼ ਈਜ਼ੀ ਵਨ। ਇੱਕ ਹੋਰ ਤੁਹਾਨੂੰ ਦਿਖਾਵਾਂਗੇ ਪ੍ਰੈਜ਼ੈਂਟ, ਉਹ ਥੋੜੀ ਜਿਹੀ ਟਫ ਹੈ। ਉਹ ਦਿ ਸੈਮੀਨਾਰ ਇਜ਼ ਵਰਕਸ਼ਾਪ ਇਜ਼ ਵੈਰੀ ਸ਼ਾਰਟ ਟਾਈਮ, ਉਹਦੇ 'ਚ ਤੁਸੀਂ ਕਰ ਨਹੀਂ ਪਾਓਗੇ, ਐਂਡ ਉਹਦੇ 'ਚ ਹਰ ਇੱਕ ਬੰਦੇ ਨੂੰ ਨਾਲ ਜਾ ਕੇ ਹੈਂਡ ਬਾਈ ਹੈਂਡ ਕਰਾਉਣਾ ਪੈਂਦਾ, ਇਟਸ ਵੈਰੀ ਟਫ, ਠੀਕ ਹੈ। ਸੋ ਨੈਕਸਟ ਸਲਾਈਡ ਪਲੀਜ਼। One by one. So the scroll, anybody can let me know what is scroll? Scroll. What is scroll? Very good. Show everyone that this is scroll. Show your hand. This is like my graduation degree. This is scroll. When scroll is consisted of number of sheets, this is one sheet, but when we create a scroll, ਜਦ ਅਸੀਂ scroll ਬਣਾਉਂਦੇ ਆ ਤਾਂ ਇਹ ਸਾਡੇ ਇੰਡੀਆ 'ਚ ਨਹੀਂ ਹੈਗੇ, ਜ਼ਿਆਦਾ UK 'ਚ ਜਾਂ ਰਸ਼ੀਆ 'ਚ ਜਾਂ ਬਾਹਰਲੀ ਕੰਟਰੀਜ਼ 'ਚ ਹੈਗੇ ਆ, ਕਿਉਂਕਿ ਉੱਧਰ ਜ਼ਿਆਦਾ ਪਾਰਚਮੈਂਟ ਯੂਜ਼ ਹੁੰਦੀ ਸੀ। ਪਾਰਚਮੈਂਟ ਹੁੰਦੀ ਹੈ, ਬਹੁਤ ਸਾਰੇ ਵਰਡ ਨੇ, you need to write it, then you will able to find it on Google, because I can't teach you everything in a very small time. So keep on writing. I will click you, this is scroll, write it down, then you will find many scroll, you will Google and you will find many scrolls. Is it visible to everyone? SCROLL, scroll. This is scroll. So earlier time ਚ ਕੀ ਹੁੰਦਾ ਸੀ ਕਿ there was no book, there were only number of sheet of papyrus ਇੱਕ plant ਹੁੰਦਾ ਹੈ, ਲਿਖ ਲਓ papyrus, you can find many things, because ਸਿਰਫ ਗੁਰਬਾਣੀ ਪੋਥੀ ਨੂੰ ਹੀ, ਬਾਈਂਡਿੰਗ ਨੂੰ ਹੀ ਸਮਝਣਾ ਮਤਲਬ ਸਾਰਾ ਕੁਝ ਨਹੀਂ ਹੈ। ਜਦ ਅਸੀਂ ਮੈਡੀਕਲ ਕਰਦੇ ਹਾਂ, ਪਹਿਲਾਂ ਸਾਡੇ 3 ਸਬਜੈਕਟ ਹੁੰਦੇ ਆ, ਫਿਰ ਮਤਲਬ ਬਹੁਤ ਕੁਝ ਸੋਸ਼ਲ ਸਾਇੰਸ ਪੜ੍ਹਦੇ ਆ, ਐਵਰੀਥਿੰਗ, ਤਾਂ ਉਹਦੇ ਆਪਾਂ ਜਾ ਕੇ ਆਪਾਂ ਕਨਕਲੂਜਨ 'ਤੇ ਆਪਾਂ ਪਹੁੰਚਦੇ ਹਾਂ, ਫਿਰ ਆਪਾਂ ਅੱਛੇ ਡਾਕਟਰ ਬਣਦੇ ਹਾਂ ਜਾਂ MD ਬਣਦੇ ਹਾਂ ਨਾ। ਉਹਦੇ ਕਰਕੇ ਇਹ ਸਾਈਡ ਵਾਈਜ਼ ਚੀਜ਼ਾਂ ਨੇ ਜਿਹੜੀਆਂ ਸਾਨੂੰ ਕੱਲ੍ਹ ਨੂੰ ਮਤਲਬ ਬਾਈਂਡਿੰਗ 'ਚ ਦੇਖਾਂਗੇ, ਕੋਈ ਕਹੇਗਾ ਇਹ ਤਾਂ ਪਪਾਇਰਸ ਦਾ, ਸਾਨੂੰ ਪਤਾ ਨਹੀਂ ਲੱਗੇਗਾ ਕੀ ਇਹ ਪਪਾਇਰਸ, ਆਪਾਂ ਕਾਹਦੇ ਬਾਈਂਡਰ ਹਾਂ ਨਾ, ਸਾਨੂੰ ਤਾਂ ਪਤਾ ਹੀ ਨਹੀਂ ਚੀਜ਼ ਦਾ। ਗੁਰੂ ਸਾਹਿਬ ਨੂੰ ਵੀ ਪਤਾ ਸੀ ਇਹਨਾਂ ਚੀਜ਼ਾਂ ਦਾ, no doubt. I know you people are interested in the things which Guru Sahib used to do, which Guru Sahib know, and Gurbani and all things, but this is perfect. Guru Sahib know everything. Scroll ਸਭ ਪਤਾ ਸੀ ਉਹਨਾਂ ਨੂੰ, ਸਾਨੂੰ ਨਹੀਂ ਪਤਾ ਹੈਗੇ, ਠੀਕ ਹੈ। ਇੱਕ ਪਪਾਇਰਸ ਹੁੰਦਾ, ਇੱਕ ਪਲਾਂਟ ਹੁੰਦਾ, ਉਹਨੂੰ ਕੱਟ ਕੇ ਆਪਾਂ 90 ਡਿਗਰੀ ਦੇ ਐਂਗਲ 'ਤੇ ਐਵੇਂ ਸ਼ੀਟਸ ਰੱਖਦੇ ਹਾਂ। ਲੈਟਸ ਸਪੋਜ਼ this is one fiber of that plant and this is another, and we put this and we press it, then it becomes papyrus. ਇਹ ਪਪਾਇਰਸ ਬਣ ਜਾਂਦਾ ਹੈ, ਠੀਕ ਹੈ। ਉਹਨੂੰ ਸੁਕਾ ਲੈਂਦੇ, ਉੱਤੇ ਲਿਖਦੇ ਆ। ਪਪਾਇਰਸ ਦੀ ਹੁੰਦੀਆਂ ਸੀ ਜਾਂ ਪਾਰਚਮੈਂਟ ਦੀਆਂ ਹੁੰਦੀਆਂ ਸੀਗੀਆਂ। ਪਾਰਚਮੈਂਟ ਸੀਗੀ ਇੰਟਰਨਲ ਸਕਿਨ, ਪਾਰਚਮੈਂਟ, ਰਾਈਟ ਇਟ ਡਾਊਨ, ਪਾਰਚਮੈਂਟ, PARCHMENT, ਪਾਰਚਮੈਂਟ। ਇਹ ਹੁੰਦੀ ਸੀ ਐਨੀਮਲ ਸਕਿਨ ਦੀ। ਹੁਣ ਦਿਸ ਇਜ਼ ਵੈਰੀ ਇੰਟਰਸਟਿੰਗ ਫੈਕਟ that Guru Sahib did not use the parchment for writing Gurbani. It's a very interesting fact, but the binding is
ਲੈਦਰ ਬਾਈਂਡਿੰਗ आई डोंट नो वाई इज दिस। उस वेले जी पार्चमेंट सी ईजिली अवेलेबल सी और पेपर जोड़ा सीगा थोड़ा मुश्किल ना अवेलेबल सीगा। पेपर की लाइफ घट सी, गुरु साहब जानते थे कि पेपर की लाइफ बहुत घट है, पर गुरु साहब ने गुरबाणी नूं पार्चमेंट तो नहीं लिखा। पार्चमेंट जी है वो एनीमल की अंदरली स्किन है, अंदरली स्किन ਨੂੰ बहुत सारिया चीज़ों नाल ਉਹ स्ट्रैच करते हैं, ਉਹਨੂੰ कैल्शियम कार्बोनेट नाल बहुत सारिया प्रोसैस है जिस ਉਹਨੂੰ ਸੁਕਾ ਕੇ एक पार्चमेंट बनती है। पार्चमेंट पूरी जिवें लैदर आप बकरे का देखा होएगा, लैदर आए है ना, तुसीं लैदर देखी होगी जरूर, ਉਹ ਐਵੇਂ ਦੀ ਉਹ स्ट्रैच करके ਉਹਨੂੰ ਸੁਕਾਉਂਦੇ ਸੀ, बहुत सारिया रबिंग करते ਸੀਗੇ, ਹੋਰ बहुत कुछ करके ਉਹਨੂੰ ਸਕ੍ਰੈਬਿੰਗ ਕਰ स्किन उतार ਦਿੰਦੇ ਸੀ, ਫਿਰ ਉਹਦੀ ਇੱਕ ਉਹ ਸ਼ੀਟ ਕੱਢਦੇ ਸੀ, ਉਹਨੂੰ ਕਹਿੰਦੇ ਸੀ ਪਾਰਚਮੈਂਟ। ਇੱਥੇ ਇੰਡੀਆ 'ਚ ਨਹੀਂ ਹੈਗੀਆਂ, ਬਾਹਰ ਹੈਗੀਆਂ ਇਹ, बट एक राइटिंग मटीरियल सीगा। इन तो इलावा भी बहुत सारे राइटिंग मटीरियल सीगे जेडे सब तो पहला स्टोनस तो शुरू होंदा है। स्टोन वाज यूज टू अशोका का तुसीं देखिया होएगा, किते पढ़िया होएगा 9वीं 10वीं है ना, अशोका के स्तंभ होंदे सी, वो अपनी सारियां गल्लां लिखदा सीगा, दिस इज दीज आर द बेस्ट थिंग, दीज आर द गुड थिंग्स, उन्हें लिख के छड्ड गया अशोका। तो इस तरह बहुत सारे राइटिंग मटीरियल सीगी। पपायरस सीगा, पार्चमेंट सीगी। ये की शीट्स की है कि 2 शीट्स में आप ग्लू, दो मैनूं 2 शीट्स दे दो प्लीज़, एक और दो, थैंक यू थैंक यू थैंक यू। पेपर दी नहीं सी, ਐਵੇਂ ਜੋੜਦੀਆਂ 2 ਸ਼ੀਟ ਜੋੜਦੀਆਂ, ਇਹਨੂੰ ਸਕਰੋਲ ਕਰਤਾ ਜਿਵੇਂ ਇਹਨਾਂ ਨੇ ਕੀਤਾ ਸੀ, ਇਦਾਂ ਕਰਕੇ ਜਿਵੇਂ ਆਪਣਾ ਨਾਰਮਲੀ ਕਾਲਜ ਦੀ ਕਾਪੀ ਨੂੰ ਕਰਦੇ ਆ, ਰਾਈਟ। ਸੋ our present structure is a form of sheet and you all people are writing on these sheets. Is it clear? Is it right? Yes. How many of you calligraphers are writing on single sheet and how many of you are writing on the double sheet that is called bifolios? Write it down, bifolios. ਹੁਣ ਤੁਸੀਂ ਕਿੰਨੇ ਬੰਦੇ ਹੋ ਜਿਹੜੇ ਸਿੰਗਲ ਤੇ ਕੈਲੀਗ੍ਰਾਫੀ ਕਰਦੇ ਹੋ, ਮਤਲਬ ਤੁਸੀਂ ਆਪਣੀ ਪੋਥੀ ਸਾਹਿਬ ਕ੍ਰੀਏਟ ਕਰਨਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਜਿਹੜਾ ਸਾਡਾ ਹੈਰੀਟੇਜ ਹੈ, ਅਸੀਂ ਪ੍ਰਿੰਟਰ ਨਹੀਂ ਲੈਣੀ, ਬਟ ਇਹ ਹੈਰੀਟੇਜ ਜਿਹੜਾ ਸਾਡਾ ਲੰਬੇ ਸਮੇਂ ਤੱਕ ਚੱਲੇ, ਸਾਡੇ ਪਰਦਾਦੇ ਸਾਡੇ ਜਿਹੜੇ ਕਮਿੰਗ ਜਨਰੇਸ਼ਨਸ ਆ ਉਹ ਸਾਨੂੰ ਦੇਖਣਗੇ, ਇਹਨੂੰ ਦੇਖਣਗੇ, ਕਹਿਣਗੇ ਮੇਰੇ ਦਾਦਾ ਜੀ ਨੇ ਲਿਖਿਆ ਸੀਗਾ ਤੇ ਬਹੁਤ ਵਧੀਆ ਹੈਗਾ, ਤੇ ਇਹਨੂੰ ਬਾਈਂਡਿੰਗ ਤੁਸੀਂ ਕਰਵਾ ਲੈਂਦੇ ਹੋ, ਕਿਸੇ ਤੋਂ ਕਰਵਾਉਂਦੇ ਹੋ ਜਾਂ ਆਪ ਕਰਦੇ ਹੋ। ਤੇ ਤੁਸੀਂ ਕਿੰਨੇ ਜਾਣੇ ਸਿੰਗਲ ਸ਼ੀਟ ਤੇ ਕਰਦੇ ਹੋ ਤੇ ਕਿੰਨੇ ਜਾਣੇ ਡਬਲ ਤੇ? ਯੂ ਡੂ ਇਨ ਦ ਬਾਈਫੋਲੀਓਜ਼? one person is here, raise your hand, two people are here, and third is the Uday Singh. These 3 you are, ਤੁਸੀਂ ਇਦਾਂ ਦੇ ਸ਼ੀਟਸ ਤੇ ਲਿਖਦੇ ਹੋ ਡਬਲ ਤੇ? Is it clear how what I'm saying? Okay, how do you make a ਤੁਸੀਂ ਕਿੱਦਾਂ ਬਣਾਉਂਦੇ ਹੋ ਜਿਹੜੀ ਕੁਝ ਸ਼ੀਟਾਂ ਦੀ ਗੱਠੀ ਹੁੰਦੀ ਹੈ, ਜਿਹਨੂੰ ਆਪਾਂ ਉਹ ਕਹਿੰਦੇ ਆ ਕੁਆਇਰ ਕਹਿ ਦਿੰਦੇ ਆ ਇੰਗਲਿਸ਼, ਜਿਹੜੀ ਬਾਈਂਡਿੰਗ ਕਰ ਲਈ ਉਹਦੀ ਬਾਅਦ ਚੋਂ ਉਹਦੇ ਨਾਲ ਹੀ ਜਿਵੇਂ ਤੁਸੀਂ ਇਹਨੂੰ ਬਣਾਉਂਦੇ ਕਿਵੇਂ ਹੋ? ਜਿੱਦਾਂ ਤੁਹਾਡੀ ਗੁਰਬਾਣੀ ਸ਼ੁਰੂ ਇੱਥੋਂ ਹੋਈ ਹੈ, ਜਿਵੇਂ ਆਪਣੇ ਨਾਰਮਲ ਪੋਥੀ ਛੋਟੀਆਂ, page number 1 is this page is called, this is called page and this is called folio, this is called page, this is called page, this is called folio. These vocabulary is for your use, you will find on internet and you will learn what is binding and all things, whoever you want to learn it. So I will clear everything. This is called page, this is called folio, and when the single sheet is bent like this and folded, then this is called bifolios. This is called bifolio. ਹੁਣ ਤੁਸੀਂ ਬਾਈਫੋਲੀਓ ਤੇ ਲਿਖਦੇ ਹੋ, ਤੁਹਾਡਾ ਇੱਥੋਂ ਸ਼ੁਰੂ ਹੁੰਦਾ ਤੇ ਇਹਨੂੰ ਵਿੱਚ ਰੱਖ ਲੈਂਦੇ ਹੋ ਦੂਸਰੇ ਬਾਈਫੋਲੀਓਜ਼ ਨੂੰ? ਨਹੀਂ, ਉਹਦੇ ਬਾਅਦ ਤੁਹਾਡਾ ਪੇਜ ਨੰਬਰ 1 ਹੈ, ਇੱਥੋਂ ਗੁਰਬਾਣੀ ਸ਼ੁਰੂ ਕੀਤੀ, ਦੂਜਾ ਇੱਥੇ ਆਇਆ, ਤੀਸਰਾ ਕਿੱਥੇ ਆਉਂਦਾ? ਤੀਜਾ ਚੌਥਾ ਫਿਰ ਅਗਲੇ ਵਾਲੇ ਦਾ ਇਦਾਂ ਹੀ ਐਵੇਂ ਹੈ ਨਾ। ਭਾਈ ਸਾਹਿਬ ਇਹ ਕਹਿ ਰਹੇ ਸਿੰਗਲ ਨੂੰ ਬੈਂਡ ਕਰਦੇ ਨੇ, ਹਾਂ, ਤੇ ਉਹਨਾਂ ਨੂੰ 1 2 3 4 okay, that's it. So this is sort of okay, but this is not our traditional binding structure. ਸੇ ਜੇ ਤੁਸੀਂ ਟ੍ਰੈਡੀਸ਼ਨਲ ਬਾਈਂਡਿੰਗ ਸਟਰਕਚਰ ਨੂੰ ਬਣਾਉਣਾ ਚਾਹੁੰਦੇ ਹੋ, ਹੈ ਨਾ, ਤੁਸੀਂ ਆਪਣੀ ਚਾਹੁੰਦੇ ਹੋ ਕਿ ਪੋਥੀ ਤੁਹਾਡੀ ਹੋਏ ਤੇ ਤੁਹਾਡੇ ਪੁਰਖਿਆਂ ਵਾਲੀ ਹੋਏ, ਹੈ ਨਾ, ਉਸ ਤਰ੍ਹਾਂ ਦੀ ਤੁਹਾਨੂੰ ਸਟਰਕਚਰ ਆਉਂਦੀ ਹੋਏ, ਤਾਂ ਉਹ ਸਟਰਕਚਰ ਹੈਗੀ ਹੈ ਕਿ ਤੁਸੀਂ 3-4 ਨੂੰ ਰੱਖਦੇ ਹੋ। ਦੇਰ ਆਰ ਮੈਨੀ ਟੈਕਨੀਕਸ ਟੂ ਮੇਕ ਏ ਕੁਆਇਰ, ਰਾਈਟ ਔਨ ਕੁਆਇਰ, QUIRE, ਕੁਆਇਰ। ਉਹਨੂੰ ਕਹਿੰਦੇ ਆ ਕੁਆਇਰ। ਜਦੋਂ 3-4 ਸ਼ੀਟ ਨੂੰ ਆਪਾਂ ਐਂ ਰੱਖ ਕੇ ਐਂ ਕਰ ਦਿੰਦੇ ਆ ਨਾ, ਤੇ ਸਾਡੀ ਨਾਰਮਲ ਪ੍ਰਿੰਟਡ ਜਿਹੜੇ ਸਰੂਪ ਵੀ ਨੇ ਉਹ ਵੀ ਕੁਆਇਰ ਦੇ ਰੂਪ 'ਚ ਨੇ, ਸਾਡੇ ਸਿੰਗਲ ਸ਼ੀਟਸ 'ਤੇ ਨਹੀਂ ਹੈ। ਸਿੰਗਲ ਸ਼ੀਟਸ ਆਰ nowhere in the binding. Sorry. This is sort of thing you people are doing. This is single sheets. This is even not single sheet. ਇਹ ਵੀ ਡਬਲ ਹੀ ਨੇ, ਪਰ ਇਹਦੇ 'ਚ ਸਿੰਗਲ ਹੁੰਦੀਆਂ, ਸਿੰਗਲ ਸ਼ੀਟਸ ਨੂੰ ਕੀਤਾ ਇਹ ਵੀ। This is one form of staff stitch. This is Chinese or Japanese. Both these people are doing like this. But you can see its opening is not that much helpful for me and for the pothi also. So ਆਪਾਂ ਕਿੱਥੇ ਸੀਗੇ? ਕੋਡੈਕਸ ਨਾ। ਹੁਣ ਪਾਰਚਮੈਂਟ ਤੋਂ ਤੇ ਸਾਡੀਆਂ ਜਿਹੜੀਆਂ ਪੋਥੀਆਂ ਬਣਾਉਂਦੇ ਆ, ਦਾ ਪਾਰਚਮੈਂਟ ਐਂਡ ਦਾ ਪੋਥੀਜ਼ ਵੀ ਆਰ ਮੇਕਿੰਗ,
is not that form of pothis which were traditional, not in India, not in Gurmukhi, but around the world. ਸਾਰੀ ਦੁਨੀਆ ਜਿਹੜੀ ਆ ਉਹ ਐਵੇਂ ਦੀਆਂ ਪੋਥੀਆਂ ਨਹੀਂ ਕ੍ਰੀਏਟ ਕਰਦੇ ਸੀ ਜਿਵੇਂ ਦੀਆਂ ਅੱਜ ਸਾਡੇ ਮਾਨਯੋਗ SGPC ਕਰ ਰਹੇ ਨੇ. There is no such structure. This is very delicate and very unstable and very harmful for the book. And if we consider Shri Guru Granth Sahib Ji our living Guru, then it is how much we feel pain for that. You can understand Only that. for few years only, right? Only for few, yeah, only 15 or 16 10 days. years. Not even 10 days. Exactly, not even 10 days. 10 years. 10 years, sorry. So ਇਹ ਸਾਡਾ ਜਿਹੜਾ ਕਿੱਥੋਂ ਆਇਆ ਮਾਡਲ, ਇਹ ਕੋਈ ਚਾਈਨੀਜ਼ ਮਾਡਲ ਹੈ. They may be using it for even maybe in the hostels to make the attendance of people, and maybe very rough work, maybe diaries that I'm going somewhere and I write it down and note it down everything whatever is happening around me. The sort of very rough binding structure ਜਿਹੜੀ ਸਾਡੇ at present sorrowfully it is in our Guru Granth Sahib. That is very bad. So the binding structure like a book we get in these days, this is codex, this is called codex. These all are codex. These all are codex. I don't have any such Pothi Sahib with relevance to SGPC and bad. This is called codex. Is it clear? Codex is clear to everyone. Bifolio is clear, folio is clear, page is clear. ਹਾਂਜੀ ਤੁਸੀਂ ਦੱਸੋ. ਮੈਂ ਪੰਜਾਬੀ 'ਚ ਹੈਗਾ ਪੇਜ ਜਿਹੜਾ ਹੈਗਾ ਸਿੰਗਲ ਪੇਜ ਹੈਗਾ, ਇਹਨੂੰ ਕਹਿੰਦੇ ਆ ਪੇਜ. ਇਹਨਾਂ ਦੀ ਨਾ ਐਕਚੁਅਲੀ ਦਾ ਰੀਜ਼ਨ ਫਾਰ ਇੰਗਲਿਸ਼ 'ਚ ਬੋਲਣ ਦਾ ਰੀਜ਼ਨ ਇਹ ਹੈ ਕਿ ਜਿਹੜਾ ਪੰਜਾਬੀ 'ਚ ਵਕੈਬ ਬਣੀ ਨਹੀਂ ਇਹਦੀ ਜਿਹੜੀ ਹੈ ਨਾ ਬਾਈਂਡਿੰਗ ਦੀ, ਜਿੱਦਾਂ ਮੈਂ ਕੋਡੈਕਸ ਕਹੂੰਗਾ, ਇਹਦਾ ਅਰਥ ਜਿਹੜਾ ਪੰਜਾਬੀ 'ਚ ਅਜੇ ਬਣਿਆ ਨਹੀਂ ਆ, ਉਹ ਸਾਡੇ ਪੋਥੀ ਸੇਵਾ UK ਦੇ ਉਹ ਤਿਆਰ ਕਰ ਰਹੇ ਆ ਉਹਨੂੰ. ਜਿੱਦਾਂ ਪੇਜ ਨੂੰ ਆਪਾਂ ਕਾਗਜ਼ ਕਹਿ ਦਾਂਗੇ, ਕੀ ਕਵਾਂਗੇ, ਪੰਨਾ ਕਵਾਂਗੇ. ਸੌਰੀ ਮੈਨੂੰ ਨਹੀਂ ਪਤਾ ਹੋਣਾ, ਤੁਹਾਨੂੰ ਪਤਾ ਹੋਣਾ ਕਈ ਚੀਜ਼ਾਂ ਦਾ. ਠੀਕ ਆ, ਪੱਤਰਾ ਕਹਿੰਦੇ ਸੀ ਹੈ ਨਾ, ਪੱਤਰਾ ਕਵਾਂਗੇ. ਜਿੱਦਾਂ ਅੰਗ ਕਹਿ ਦਾਂਗੇ ਗੁਰੂ ਸਾਹਿਬ ਨੂੰ ਹੈ ਨਾ. ਅਤੇ ਇਹ ਫਿਰ ਪੂਰੇ ਨੂੰ ਕੀ ਕਵਾਂਗੇ ਆਪਾਂ, ਇਹ ਪੇਜ ਹੈ, ਇਹ ਫੋਲੀਓ ਹੈ. ਅਤੇ ਫੋਲੀਓ ਨੂੰ ਕੀ ਕਵਾਂਗੇ ਆਪਾਂ, ਉਹਨੂੰ ਨਹੀਂ ਸਿੰਗਲ ਨੂੰ. ਇਹਨੂੰ ਇਹ ਦੇਖੋ ਨਾ, 1 ਸੈਕਿੰਡ. ਇਹ ਜਿਵੇਂ ਬੁੱਕ, ਇਹ ਕੋਡੈਕਸ ਹੈ. ਦਿਸ ਇਜ਼ ਕੋਡੈਕਸ ਫਾਰਮ. I will let you know what are the important components of codex. ਠੀਕ ਹੈ, ਇਹ ਸਾਡਾ ਹੋ ਗਿਆ ਪੰਨਾ. ਠੀਕ ਹੈ, ਪੰਜਾਬੀ 'ਚ ਇਹ ਹੋ ਗਿਆ, ਇੰਗਲਿਸ਼ 'ਚ ਹੋ ਗਿਆ ਇਹ ਪੇਜ ਹੋ ਗਿਆ, ਅਤੇ ਇਹ ਪੂਰੇ ਨੂੰ ਕਹਿੰਦੇ ਆ ਫੋਲੀਓ. ਠੀਕ ਹੈ, ਅਤੇ ਇਹਨੂੰ ਪੰਜਾਬੀ 'ਚ ਹੁਣ ਦੋਵਾਂ ਚੀਜ਼ਾਂ ਨੂੰ ਕੀ ਕਵਾਂਗੇ ਆਪਾਂ, ਪੰਨਾ ਤਾਂ ਕਵਾਂਗੇ, ਪੱਤਰਾ ਤਾਂ ਮੈਨੂੰ ਲੱਗਦਾ ਫੁੱਲ ਨੂੰ ਕਵਾਂਗੇ ਹੈ ਨਾ, ਪੰਨਾ ਸ਼ਾਇਦ ਇਹਨੂੰ ਕਵਾਂਗੇ. one side is panna and the ਦੋਨਾਂ ਸਾਈਡ ਨੂੰ ਪੰਨਾ. ਮਤਲਬ ਪੰਜਾਬੀ 'ਚ ਜਿਹੜੀ ਹੈਗੀ ਸਾਡੀ ਦੋਨਾਂ ਪਾਸਿਆਂ ਨੂੰ ਪੱਤਰਾ ਕਹਿੰਦੇ. ਓਕੇ, ਉਹ ਫਿਰ ਇੱਕ ਦੋ ਕੀਤੇ ਹੁਣ ਤੇ ਇੱਕ ਕਹਿੰਦੇ ਸੀ, ਇੱਕ ਪੱਤਰਾ ਪਾ. ਹਾਂ, ਕਹਿੰਦੇ ਸੀ. ਔਰ ਤੁਹਾਨੂੰ ਪਤਾ ਹੋਏਗਾ ਪੁਰਾਤਨ ਗੁਰੂ ਗ੍ਰੰਥ ਸਾਹਿਬ 'ਚ ਈਵਨ ਇਨ ਦਿਸ ਪੋਥੀਜ਼, ਇਹਨਾਂ 'ਚ ਵੀ ਐਵੇਂ ਹੋਊਗਾ ਕਿ ਜਿਹੜੀ ਸਟਰਕਚਰ ਹੈ ਨਾ ਪੰਜਾਬੀ ਨੂੰ, ਮੈਨੂੰ ਉਹ ਟੈਕਨੀਕਲ 'ਚ ਮੈਨੂੰ ਬ੍ਰੇਕ ਲੱਗਣ ਲੱਗ ਜਾਂਦੀ ਹੈ. ਪੰਜਾਬੀ 'ਚ ਨਾ ਹੈ ਨਹੀਂ ਅਸਲ 'ਚ ਇੰਨਾ ਜ਼ਿਆਦਾ, ਪਰ ਫਿਰ ਵੀ ਚਲੋ ਮੈਂ ਕੋਈ ਮਾਈਂਡ ਨਹੀਂ ਕਰਾਂਗਾ. ਇਹਦੇ 'ਚ ਨਾ ਦੇਖੋ ਹੁਣ ਅੰਗ ਜਿਹੜਾ ਨਾ ਇੱਕ 'ਤੇ ਲਿਖਿਆ ਹੁੰਦਾ, ਬਸ ਬੈਕ ਸਾਈਡ 'ਤੇ ਨਹੀਂ ਹੁੰਦਾ. ਤੁਸੀਂ ਨੋਟਿਸ ਕੀਤਾ ਹੋਏਗਾ, ਤੁਸੀਂ ਦੇਖਿਆ ਹੋਏਗਾ ਮੋਸਟਲੀ. ਹੱਥ ਲਿਖ ਸਰੂਪ ਦੇ ਦਰਸ਼ਨ ਕਿੰਨਾ ਕੀਤੇ ਆ, ਮੈਨੀ ਆਫ ਯੂ, ਹਾਫ ਆਫ ਯੂ. ਓਕੇ, ਬਹੁਤ ਵਧੀਆ. ਬਾਕੀ ਤੁਸੀਂ ਕਰੋਗੇ ਮਹਾਰਾਜ ਦੀ ਕਿਰਪਾ ਨਾਲ. ਠੀਕ ਹੈ, ਇਹਨਾਂ 'ਚ ਕੀ ਹੁੰਦਾ ਸੀਗਾ, ਐਂ ਹੁੰਦੇ ਸੀ ਅੰਗ. ਤਾਂ ਆਪਾਂ ਦੇਖਦੇ ਹਾਂ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਪੁਰਾਤਨ ਸਰੂਪ ਦਰਸ਼ਨ ਕਰਦੇ ਹਾਂ, ਅਤੇ ਆਪਾਂ ਜਦੋਂ ਦੇਖਦੇ ਹਾਂ ਨਾ ਅੰਗ ਖੁੱਲ੍ਹ ਕੇ, ਆਪਾਂ ਕਹਿੰਦੇ ਹਾਂ 750 ਦਾ ਤਾਂ ਰਾਗਮਾਲਾ ਵੀ ਆ. ਹੈ ਇਹ ਕਿਵੇਂ ਹੋ ਸਕਦਾ 750 ਅੰਗਾਂ ਦੇ ਕਿਵੇਂ ਦੇ? ਪਰ ਅਸਲ 'ਚ ਰੀਜ਼ਨ ਇਜ਼ ਦੈਟ ਦੇ ਡੋਂਟ ਰਾਈਟ ਔਨ ਦ ਬੋਥ ਸਾਈਡ, ਦੇ ਰਾਈਟ ਔਨ ਦ ਸਿੰਗਲ ਸਾਈਡ. ਦੇ ਯੂ ਟੂ ਰਾਈਟ ਔਨ ਦ ਸਿੰਗਲ ਸਾਈਡ. ਇਹਨੂੰ ਪੱਤਰਾ ਕਹਿ ਸਕਦੇ ਹਾਂ ਨਾ ਆਪਾਂ, ਪੱਤਰਾ ਕਹਿ ਸਕਦੇ ਹਾਂ. ਥੈਂਕ ਯੂ. ਠੀਕ ਹੈ, ਹੁਣ ਕੋਡੈਕਸ ਦਾ ਪਤਾ ਲੱਗ ਗਿਆ ਵੀ ਕੋਡੈਕਸ ਕੀ ਹੁੰਦੀ ਹੈ. ਕੋਡੈਕਸ ਇਜ਼ ਐਨ ਐਂਸ਼ੀਅੰਟ ਬੁੱਕ ਕੰਪੋਜ਼ਡ ਆਫ ਲੀਵਸ ਆਫ ਰਾਈਟਿੰਗ ਮਟੀਰੀਅਲ ਫਾਸਟਨ ਟੂਗੈਦਰ ਸੋ ਐਜ਼ ਟੂ ਓਪਨ ਲਾਈਕ ਮਾਡਰਨ ਬੁੱਕ. ਓਕੇ, ਇਹ ਗ੍ਰਾਫ ਅੱਗੇ ਚਲੋ ਨੈਕਸਟ. ਅੱਛਾ 1 ਸੈਕਿੰਡ, ਇਹ ਨਾ ਇਹ ਚੀਜ਼ ਦੀ ਨਾ ਆਪਾਂ ਨਹੀਂ ਪਿੱਛੇ ਹੈਗੇ, ਇਹਦੇ 'ਚ ਬਹੁਤ ਦੁਨੀਆ ਮਤਲਬ ਪਿੱਛੇ ਸੀਗੀ. ਆਪਾਂ ਵੀ ਅੱਜ ਦੀ ਡੇਟ 'ਚ ਮੈਂ ਵੀ ਆਪਾਂ ਸੋਚਦੇ ਹਾਂ ਕਿ
ਆਪਣੀ ਗੁਰਬਾਣੀ ਸੁਰੱਖਿਅਤ ਹੋਣੀ ਚਾਹੀਦੀ ਹੈ, ਆਪਾਂ ਨੂੰ ਬਾਈਂਡਿੰਗ ਦੀ ਕੀ ਲੋੜ ਹੈ, ਪੁਰਾਤਨ ਬਾਈਂਡਿੰਗ ਦੀ ਕੀ ਲੋੜ ਹੈ। ਆਪਾਂ ਬਾਈਂਡਿੰਗ ਨੂੰ ਦੇਣਾ ਪੁਰਾਣੀ ਲਾ ਦਿਓ ਨਵੀਂ ਲਾ ਦਿਓ, ਹੈ ਨਾ। ਨਵਾਂ ਮਟੀਰੀਅਲ ਵੀ ਮਾੜਾ ਹੈ, ਸਭ ਕੁਝ ਮਾੜਾ ਹੈ, ਤੇ ਉਹਦੀ ਸਟਰਕਚਰ ਵੀ ਚੇਂਜ ਹੋ ਜਾਂਦੀ ਹੈ। ਜਿਵੇਂ ਆਪਾਂ ਮਤਲਬ ਕਈ ਵਾਰੀ ਦਿਸ ਇਜ਼ ਆਊਟ ਆਫ ਕੰਟੈਕਸਟ ਆਫ ਸਿੱਖੀ, ਬਟ ਕਈ ਵਾਰੀ ਆਪਾਂ ਜਦੋਂ ਮੈਰਿਜ ਤੇ ਜਾਂਦੇ ਹਾਂ ਨਾ, ਸਾਡੇ ਬਜ਼ੁਰਗ ਵੀ, ਸਾਡੇ ਤਾਂ ਨਹੀਂ ਖੈਰ, ਬਾਕੀ ਮਤਲਬ ਦੂਸਰੇ ਕਮਿਊਨਿਟੀਜ਼ ਦੇ ਵੀ, ਉਹ ਬਜ਼ੁਰਗ ਵੀ ਬਹੁਤ ਹਾਰ ਸ਼ਿੰਗਾਰ ਜੇ ਕਰ ਲੈਂਦੇ, ਉਹ ਲੱਗਦਾ ਆਪ ਤਾਂ ਦਾਦੀ ਲੱਗ ਹੀ ਨਹੀਂ ਰਹੀ ਹੈ ਨਾ। ਦਿਸ ਇਜ਼ ਦਾ ਵੇ ਵੀ ਆਰ ਡੂਇੰਗ ਵਿਦ ਆਰ ਪੋਥੀਜ਼। ਆਪਾਂ ਕਹਾਂਗੇ ਦਿਸ ਇਜ਼ ਨਾਟ ਆਰ ਪੋਥੀ। ਮਾਤਾ ਜੀ yes yes sure only 5 minutes ਠੀਕ ਨਹੀਂ ਹੈਗੇ। okay no problem at all. To see anybody of you feel anything like vomiting and anything, but not if you are getting bored, then you even can go but can ask Mehtab Singh ji. I don't have any problem. This is not compulsion to teach you. You must have some interest in this. You must have thinking. You want to go? Okay, that's ਤੇ ਹਾਂ, ਉਹ ਜਦੋਂ ਆਪਾਂ ਵਿਆਹ ਸ਼ਾਦੀ ਹੁੰਦੇ ਸਾਡੇ ਗੁਆਂਢ 'ਚ, ਜਾਂ ਮੇ ਵੀ ਇਨ ਆਰ ਫੈਮਿਲੀ ਆਲਸੋ, ਤੇ ਉਹ ਕੀ ਹੁੰਦਾ ਹੈ ਕਿ ਸਾਡੀ ਦਾਦੀ ਵੀ ਬਹੁਤ ਵਧੀਆ ਮਤਲਬ ਮੇਕਅਪ ਮੁਕਅਪ ਜਿਹਾ ਕਰਕੇ ਆਏ, ਦਾਦੀ ਤੁਸੀਂ ਤਾਂ ਮੰਮੀ ਲੱਗ ਰਹੇ ਹੋ, ਹੈ ਨਾ। ਸੋ ਦਿਸ ਇਜ਼ ਦਾ ਥਿੰਗ ਵੀ ਆਰ ਡੂਇੰਗ ਵਿਦ ਆਰ ਪੋਥੀ। ਵੈਨ ਵੀ ਸੈਂਟ ਆਰ ਪੋਥੀ ਫॉर ਬਾਈਂਡਿੰਗ, ਦੇ ਮੇਕ ਮਾਰਬਲਿੰਗ ਜਿਹੜਾ ਆਪਾਂ ਕਲਰ ਕਰਦੇ ਨਾ ਅੱਜ ਕੱਲ੍ਹ, ਯੂ ਮਸਟ ਹੈਵ ਸੀਨ many sort of conservator who are protecting our pothis around the world. They do color the edge. See, there is no edge coloring in this case, but in some cases it is. Here is not that much. So this is one. ਲੱਗ ਪੋਥੀਆਂ ਐਵੇਂ ਮਿਲਦੀਆਂ ਨੇ ਜਿਵੇਂ ਜਿਹੜੀ ਹੁੰਦੀਆਂ ਨਾ, ਉਹਦੇ 'ਚ ਜਿਹੜੇ ਅੰਗ ਬੜੇ ਮਤਲਬ ਪੇਪਰ ਬੜਾ ਉਹ ਅਜੀਬ ਜਿਹਾ ਹੁੰਦਾ, ਮਤਲਬ ਐਂ ਲੱਗਦਾ ਕਿ ਬੜਾ ਮਾੜਾ ਪੇਪਰ ਹੈ, ਪਰ ਉਹ ਪੋਥੀ ਦਾ ਮਾੜਾ ਪੇਪਰ ਨਹੀਂ ਹੈ, ਉਹ ਸਾਡੇ ਸਿੱਖਾਂ ਦਾ ਉਸ ਵਕਤ ਦਾ ਪੇਪਰ ਹੈ ਜਿਸ ਵੇਲੇ ਪੇਪਰ ਵੀ ਨਹੀਂ ਮਿਲਦਾ ਸੀ ਉਹਨਾਂ ਨੂੰ। ਸਾਡੇ ਔਖੇ ਟਾਈਮ ਦੀ ਉਹ ਨਿਸ਼ਾਨੀ ਹੈ ਕਿ ਆਪਾਂ ਔਖੇ ਟਾਈਮ 'ਤੇ ਵੀ, ਆਪਾਂ ਹੁਣ ਸੌਖੇ ਟਾਈਮ 'ਤੇ ਨਿਤਨੇਮ ਨਹੀਂ ਕਰਦੇ, ਬਟ ਔਖੇ ਟਾਈਮ 'ਤੇ ਵੀ ਉਹ ਪੋਥੀਆਂ ਲਿਖਦੇ ਸੀਗੇ, ਉਹ ਜੰਗਾਂ ਯੁੱਧਾਂ 'ਚ ਜਾਂਦੇ ਸੀਗੇ, ਪੋਥੀਆਂ ਲਿਖਦੇ ਸੀਗੇ, ਠੀਕ ਹੈ ਨਾ। ਤਾਂ ਕਰਕੇ ਇਹ ਹਿਸਟਰੀ ਹੈ, ਇਹਨੂੰ ਜਿੰਨਾ ਤੁਸੀਂ ਅੰਦਰ ਜਾਓਗੇ ਨਾ, ਤੁਹਾਨੂੰ ਇਹਦੇ ਕਣ-ਕਣ 'ਚ ਇੱਕ ਆਪਣਾ ਇਤਿਹਾਸ ਦਿਖੇਗਾ, ਕਣ-ਕਣ 'ਚ ਦਿਖੇਗਾ ਕਿ ਕਿੰਨੀ ਮਿਹਨਤ ਕੀਤੀ ਹੋਏਗੀ, ਪਤਾ ਨਹੀਂ ਕਿੱਥੇ ਬਾਈਂਡਰ ਲੱਭਿਆ ਹੋਣਾ, ਪੋਥੀ ਪਤਾ ਨਹੀਂ ਕਿੱਥੇ ਲਿਖੀ ਹੋਣੀ, ਔਰ ਕਿੰਨੀ ਮਿਹਨਤ ਕੀਤੀ ਹੋਣੀ ਹੈ, ਮਤਲਬ 1-2 ਫੈਮਿਲੀ ਮੈਂਬਰ ਦਾ ਸੈਕਰੀਫਾਈਸ ਹੋਏਗਾ। ਸੋ ਲੈਟਸ ਮੂਵ ਔਨ ਦਾ second slide. Codex, click on signature. 1 second. Signature, this is one signature. ਇਹ ਇੱਕ ਸਿਗਨੇਚਰ ਬਣ ਜਾਂਦਾ ਜੇ ਆਪਾਂ ਮੰਨ ਲਓ 4-5 ਐਵੇਂ ਹੈਗੇ ਆ ਤੇ ਆਪਣੇ 8 ਪੇਜ ਬਣ ਜਾਣਗੇ ਨਾ, ਉਹਨੂੰ ਸਿਗਨੇਚਰ ਕਹਿੰਦੇ ਆ। ਇੱਕ ਸਿਗਨੇਚਰ ਸਾਡੇ ਪੋਥੀ ਸਾਹਿਬ 'ਚ ਹੁੰਦਾ ਹੈ ਮੋਸਟਲੀ, ਇਹਦੇ 'ਚ ਦਿਖੇਗਾ ਤੁਹਾਨੂੰ ਹੁਣੇ, ਤੁਸੀਂ ਬਣਾਓਗੇ ਤਾਂ। ਗੈਦਰਿੰਗ, ਜਦੋਂ ਆਪਾਂ ਹੁਣ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਸੌਟ ਆਫ ਆਪਾਂ ਬਾਈਂਡਿੰਗ ਕਰਨ ਜਾ ਰਹੇ ਹਾਂ, ਆਪਾਂ ਇਤਿਹਾਸਿਕ ਬਾਈਂਡਿੰਗ ਸੌਟ ਆਫ, ਕਿ ਆਪਾਂ ਕੋਲ ਕੀ ਹੁੰਦਾ ਉਹਦੇ 'ਚ, ਕੀ ਚੀਜ਼ਾਂ ਚਾਹੀਦੀਆਂ ਆਪਾਂ ਨੂੰ। 1 ਸੈਕਿੰਡ। ਉੱਪਰ ਵਾਲੀ ਗੈਦਰਿੰਗ ਹੋ ਗਈ ਕਿ ਆਪਣੇ ਕੋਲ ਬਹੁਤ ਸਾਰੀਆਂ ਸ਼ੀਟਾਂ ਜਿਹੜੀਆਂ ਆਪਾਂ ਐਵੇਂ ਫੋਲਡ ਕਰਕੇ ਰੱਖਤੀਆਂ, ਬਹੁਤ ਸਾਰੀਆਂ ਸ਼ੀਟਸ ਇੱਦਾਂ ਰੱਖਤੀਆਂ, ਤੇ ਇਕੁਅਲ ਨੰਬਰ ਹੁੰਦੇ ਨੇ ਮੋਸਟਲੀ, ਕਈ ਵਾਰੀ ਵੱਧਦੇ ਘੱਟਦੇ ਵੀ ਹੈ। ਪੁਰਾਤਨ ਸਮੇਂ 'ਚ ਕੀ ਹੁੰਦਾ ਸੀਗਾ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਇੱਕ ਬੰਦਾ ਨਹੀਂ ਲਿਖਦਾ ਸੀਗਾ, ਉਹ ਐਂ ਕਰਦੇ ਸੀ ਕਿਉਂਕਿ ਉਹਨਾਂ ਕੋਲ ਕੁਆਇਰਸ ਹੁੰਦੇ ਸੀਗੇ, ਉਹ ਇੱਦਾਂ ਦੀਆਂ ਉਹਨੇ ਸ਼ੀਟਾਂ ਕੀਤੀਆਂ ਹੁੰਦੀਆਂ ਸੀਗੀਆਂ, ਉਹ ਐਂ ਕਰਕੇ ਕੁਛ ਉੱਧਰ ਭੇਜ ਦਿੰਦਾ ਸੀ ਕਿਸੇ ਨੂੰ, ਕੁਛ ਐਵੇਂ ਭੇਜ ਦਿੰਦਾ ਸੀ ਕਿਤੇ, ਤੇ ਆਪਾਂ ਕਈ ਵਾਰੀ ਪੋਥੀਆਂ ਮਿਲਦੀਆਂ ਆਪਾਂ ਨੂੰ ਜਿਨ੍ਹਾਂ ਦਾ ਰਹਿਰਾ ਸਾਹਿਬ ਇੱਥੇ ਸਮਾਪਤੀ ਹੋ ਜਾਂਦੀ, ਆ ਪੂਰਾ ਖਾਲੀ ਹੁੰਦਾ, ਅੱਗੋਂ ਅੱਖਰ ਸ਼ੁਰੂ ਹੁੰਦੇ ਨੇ। ਦ ਰੀਜ਼ਨ ਬਿਹਾਈਂਡ ਦਿਸ ਇਜ਼ ਦ ਕੋਡੈਕਸ ਫਾਰਮ। ਜੇਕਰ ਸਿੰਗਲ ਸ਼ੀਟਾਂ ਦਾ ਹੁੰਦਾ ਤਾਂ ਇੱਦਾਂ ਕਦੇ ਵੀ ਨਾ ਹੁੰਦਾ, ਔਰ ਉਦੋਂ ਫੋਨ ਨਹੀਂ ਸੀਗੇ ਕਿ ਮੇਰਾ ਪੂਰਾ ਹੋ ਗਿਆ, ਜਾਂ WhatsApp ਨਹੀਂ ਸੀਗਾ ਕਿ ਮੈਂ ਇੱਥੇ ਕਰ ਲੈ ਤੂੰ ਅੱਗੋਂ ਲਿਖ ਲਾ ਮੈਂ ਕੀ ਲਿਖਾਂ, ਇੱਦਾਂ ਦੀ ਕੋਈ ਕਮਿਊਨੀਕੇਸ਼ਨ ਨਹੀਂ ਸੀ। ਉਹ ਵੈਰੀ ਇੰਟਰਸਟਿੰਗ ਹੈ ਕਿ ਉਹ ਬੜਾ ਇਮੋਸ਼ਨਲ ਚੀਜ਼ ਹੈ ਕਿ ਸਾਡੇ ਸਿੱਖ ਜਿਹੜੇ ਹੁੰਦੇ ਸੀ ਕਿਵੇਂ ਕਰਦੇ ਸੀ, ਹੈ ਨਾ, ਇੱਦਾਂ ਭੇਜ ਦਿੰਦੇ ਸੀਗੇ, ਐਵੇਂ ਸਟਰਕਚਰ ਬਣਾ ਕੇ ਭੇਜ ਦਿੰਦੇ ਸੀਗੇ ਵੀ ਤੂੰ ਇੰਨਾ ਕੁ ਲਿਖ ਲਈ, ਮੈਂ ਇੰਨਾ ਲਿਖ ਲਊਂਗਾ, ਜਿਹੜੀ ਤੈਨੂੰ ਬਾਣੀ ਆਉਂਦੀ ਤੂੰ ਲਿਖ ਲਈ, ਜਿਹੜੀ ਤੈਨੂੰ ਕੰਠਾ ਤੂੰ, ਕਿਉਂਕਿ ਰਿਟਨ 'ਚ ਤਾਂ ਬਹੁਤ ਹੀ ਘੱਟ ਹੁੰਦਾ ਸੀਗਾ, ਰਿਟਨ ਚੀਜ਼ਾਂ ਬਹੁਤ ਘੱਟ ਹੁੰਦੀਆਂ ਸੀਗੀਆਂ ਉਸ ਸਮੇਂ 'ਚ, ਤਾਂ ਕਰਕੇ ਇਹਨੂੰ ਗੈਦਰਿੰਗਸ ਕਹਿੰਦੇ ਆ। ਇਹ ਆਪਾਂ ਵੰਡ ਦਿੰਦੇ ਸੀਗੇ ਆਪਣੇ ਸਿੱਖਾਂ 'ਚ ਕਿ ਤੁਸੀਂ ਲਿਖੋ, ਫਿਰ ਲਿਖ ਲੈਂਦੇ ਸੀ, ਫਿਰ ਉਹ ਪੂਰੀ ਹੁੰਦੀ ਸੀ, ਫਿਰ ਸਿੱਖ ਕਿਤੇ ਮਿਲਦੇ ਸੀ, ਫਿਰ ਸਿੱਖ ਪੁੱਛਦੇ ਸੀ ਵੀ ਬਾਈਂਡ ਕਿੱਥੋਂ ਕਰਾਈਏ, ਜਿਵੇਂ ਹੁਣ ਵੀ ਬਹੁਤ ਸਾਰੇ ਸਿੱਖ ਕਈ ਵਾਰੀ ਪੁੱਛਦੇ ਆ ਕਿ ਬਾਈਂਡਿੰਗ ਕਿੱਥੋਂ ਕਰਵਾਉਣੀ ਹੈ ਨਾ, ਨਾਰਮਲ ਕਰਵਾਉਣੀ ਨਹੀਂ ਚਾਹੁੰਦੇ। ਤਾਂ ਕਰਕੇ ਇਹ ਬਾਈਂਡਿੰਗ ਸਟਰਕਚਰ ਜਿਹੜੀ ਆ ਇਹਦੇ 'ਚ ਗੈਦਰਿੰਗਸ ਹੁੰਦੀ ਸੀ। ਗੈਦਰਿੰਗ ਜਿਹੜੀ ਆ ਉਹ ਐਵੇਂ ਕੁਆਇਰ ਦੀ ਸਿਗਨੇਚਰ ਜਾਂ ਸੈਕਸ਼ਨ ਕਹਿੰਦੇ ਨੇ, ਤਿੰਨੋਂ ਚੀਜ਼ਾਂ। ਸਿਗਨੇਚਰ ਲਿਖ ਲਓ, ਕੁਆਇਰ ਲਿਖ ਲਓ, ਕੁਆਇਰ ਲਿਖ ਲਿਆ ਤੁਸੀਂ ਆਲਰੇਡੀ, ਗੈਦਰਿੰਗ ਲਿਖ ਲਓ, ਔਰ ਨੈਕਸਟ ਸਲਾਈਡ ਪਲੀਜ਼, ਨੈਕਸਟ ਕਲਿੱਕ। ਹਾਂ, ਸੀਇੰਗ ਸਟਰਕਚਰ। ਹੁਣ ਜਿਹੜੀ ਆਪਣੀ ਸਟੈਪ ਸਟਿਚ ਆ ਉਹਦੇ ਵਿੱਚ ਇੱਦਾਂ ਦੀ ਕੋਈ ਸੀਇੰਗ ਸਟਰਕਚਰ ਨਹੀਂ ਹੁੰਦੀ, ਉਹਦੇ ਵਿੱਚ ਸਿਰਫ ਤੁਸੀਂ ਪੋਥੀ ਸਾਹਿਬ ਨੂੰ ਲੈ ਕੇ ਐਵੇਂ ਬਸ ਸਟੈਪ ਹੀ ਕੀਤਾ ਦਾ, ਇੱਥੋਂ ਧਾਗਾ ਜਾ ਰਿਹਾ, ਇੱਥੋਂ ਵਾਪਸ ਆ ਰਿਹਾ, ਸਟੈਪ ਸਟਿਚ ਹੈ।
सुस्ती आ रही है कोई जद बोर लगेगा ना तो मैं 3 मिनट तुहानूं दे सकदा इफ़ यू फील बोरिंग तो मैं तुहानूं 3 मिनट दे सकदा बस नहीं जदे किसी भी लगे कि तुहानूं कोई मैनू प्लीज़ तुसीं रेज यूअर हैंड जे तुहानूं किसी लगे कि तुहानूं समझ नहीं आ रही देयर इज़ नो रिस्ट्रिक्शन तुहानूं लगे कि तुहानूं समझ मैं एक्चुअली इत्थे समझाउण आया मैं मतलब कि दिस इज़ ऑलमोस्ट फ्री ऑफ कॉस्ट फ्रॉम पोथी सेवा UK आई डोंट हैव एनीथिंग लाइक टू डिलीवर माई लेक्चर एंड गेट समथिंग आई वॉन्ट टू डिलीवर समथिंग आई वॉन्ट यू पीपल नो एंड यू अंडरस्टैंड ਇਹਦੇ 'ਚ ਕੁਛ ਇਹੋ ਜਿਹਾ ਨਹੀਂ ਹੈ ਤੁਹਾਨੂੰ ਲੱਗੇ ਮੈਂ ਕੋਈ ਬਾਹਰ ਨਹੀਂ ਹੈਗਾ ਮਤਲਬ ਇੰਨਾ ਦੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਕਿਸੇ ਵੇਲੇ ਵੀ ਵਿੱਚੋਂ ਟੋਕ ਸਕਦੇ ਹੋ ਕਿ ਸਰ ਦਿਸ ਇਜ਼ ਨਾਟ ਕਲੀਅਰ ਵੀ ਸਰ ਮੈਨੂੰ ਆ ਨਹੀਂ ਪਤਾ ਲੱਗਿਆ ਤੁਸੀਂ ਜਦੇ ਵੀ ਤੁਹਾਨੂੰ ਲੱਗੇ ਤੁਹਾਨੂੰ ਸਪੈਸ਼ਲੀ ਤੁਹਾਨੂੰ ਕੋਈ ਲੈਂਗੁਏਜ ਇਜ਼ ਨਾਟ ਅ ਲੈਂਗੁਏਜ ਕੋਈ ਬੈਰੀਅਰ ਨਹੀਂ ਹੈਗਾ ਸਾਨੂੰ ਸਿੱਖਣ ਨੂੰ ਪਰ ਉਵੇਂ ਮੈਂ ਦੱਸ ਦਿੰਦਾ ਸਾਡੇ ਗੁਰੂ ਗੋਬਿੰਦ ਸਾਹਿਬ ਜੀ ਦੇ 52 ਕਵੀ ਸੀਗੇ ਜਿੰਨਾ ਮੈਂ ਸੁਣਿਆ ਮੈਨੂੰ ਜ਼ਿਆਦਾ ਗਿਆਨ ਨਹੀਂ ਬਟ ਉਹਨਾਂ ਨੂੰ ਸਾਰੀਆਂ ਲੈਂਗੁਏਜ ਆਉਂਦੀਆਂ ਸੀਗੀਆਂ 52 ਨੂੰ ਪਤਾ ਨਹੀਂ ਕਿੰਨੀਆਂ ਆਉਂਦੀਆਂ ਸੀਗੀਆਂ ਤੇ ਗੁਰੂ ਸਾਹਿਬ ਨੂੰ ਸਾਰੀਆਂ ਆਉਂਦੀਆਂ ਸੀਗੀਆਂ ਸੋ ਸਾਨੂੰ ਬਹੁਤ ਸਾਰੀਆਂ ਲੈਂਗੁਏਜ ਆਉਣੀਆਂ ਚਾਹੀਦੀਆਂ ਨੇ ਇਹ ਸਾਡੇ ਲਈ ਅਸੀਂ ਦੇਖੋ ਅਸੀਂ ਬਾਈਂਡਿੰਗ ਨੂੰ ਆਪਾਂ ਉੱਦਾਂ ਹੀ ਸਮਝਦੇ ਹਾਂ ਬਟ ਗੋਰੇ ਨਹੀਂ ਸਮਝਦੇ ਬਾਈਂਡਿੰਗ ਦਾ ਗਿਆਨ ਆਪਾਂ ਤਾਂ ਹੀ ਲੈ ਸਕਦੇ ਹਾਂ ਜੇ ਸਾਨੂੰ ਇੰਗਲਿਸ਼ ਆਉਂਦੀ ਹੈ ਔਰ ਇੰਗਲਿਸ਼ ਫਿਰ ਵੀ ਇਹ ਇੱਕ ਬੈਰੀਅਰ ਨਹੀਂ ਹੈ ਤੁਹਾਡਾ ਇੰਟਰਸਟ ਹੈ ਤਾਂ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਿਸੇ ਵੇਲੇ ਵੀ ਤੇ ਆਪਾਂ ਉਹ ਚੀਜ਼ ਨੂੰ ਫੋਕਸ ਕਰ ਸਕਦੇ ਹਾਂ ਕਿਸੇ ਨੂੰ ਵੀ ਕੋਈ ਦਿੱਕਤ ਮਾੜੀ ਮਤਲਬ ਮੈਂ ਨਾ ਥੋੜਾ ਬੋਲਾਂਗਾ ਹੈ ਨਾ ਮੇਰੀ એનર્ਜੀ ਲੱਗ ਰਹੀ ਹੈ ਉਹ એનર્ਜੀ ਤੁਹਾਡੇ ਜਾਣੀ ਚਾਹੀਦੀ ਹੈ ਉਹਦਾ ਕੁਝ ਯੂਜ਼ਫੁਲ ਹੋਣਾ ਚਾਹੀਦਾ ਹੈ ਨਾ ਇੱਦਾਂ ਦੇਰ ਇਜ਼ ਕੋਈ ਫਾਇਦਾ ਨਹੀਂ ਇਹਦਾ ਕੋਈ ਫਾਇਦਾ ਨਹੀਂ ਜ਼ੀਰੋ ਹੈ ਬਾਕੀ ਬਾਈਂਡਿੰਗ ਕਰੋਗੇ ਤੇ ਆਈ ਐਮ ਆਲਵੇਜ਼ ਦੇਅਰ ਅੱਛਾ ਇਹ ਸੀਇੰਗ ਸਟਰਕਚਰ ਹੈ ਥੋੜੀ ਅਲੱਗ ਹੈ ਬਟ ਮੈਂ ਤੁਹਾਨੂੰ ਇੱਕ ਅਲੱਗ ਮਾਡਲ 'ਚ ਦਿਖਾ ਦਿੰਦਾ ਇਹ ਆਪਣਾ ਸਿੱਖਾਂ ਦਾ ਮਾਡਲ ਨਹੀਂ ਹੈਗਾ ਬਟ ਇਟਸ ਵੈਰੀ ਸਟਰੋਂਗ ਮਾਡਲ ਕੁਛ ਕੋਈ ਐਡਹੈਸਿਵ ਨਹੀਂ ਹੈ ਇਹ 'ਚ ਓਨਲੀ ਧਾਗੇ ਹੈ ਵੁੱਡ ਹੈ ਕੁਛ ਨਹੀਂ ਹੈਗਾ ਇਹਦੇ 'ਚ ਬਟ ਇਹ ਸਾਡੇ ਵਾਲੇ ਪ੍ਰੈਜ਼ੈਂਟ ਮਾਡਲ ਨਾਲ ਬਹੁਤ ਅੱਛਾ ਹੈ ਕਾਪਟਿਕ ਮਾਡਲ ਹੈ ਕਾਪਟਿਕ ਬਹੁਤ ਪੁਰਾਣਾ 4ਵੀਂ-5ਵੀਂ ਸਦੀ ਦਾ ਇੱਦਾਂ ਦੀਆਂ ਬੁੱਕਸ ਹੁੰਦੀਆਂ ਸੀ ਜਿਹੜੇ ਉਹ ਤੁਸੀਂ ਦੇਖਿਆ ਹੋਣਾ ਮੂਵੀ ਮਾਵੀ 'ਚ ਐਂ ਫੜਦੇ ਹੁੰਦੇ ਪਾਦਰੀ ਐਂ ਕਰਕੇ ਦਿਸ ਇਜ਼ ਵੁੱਡ ਇਹ ਵੁੱਡ ਹੈ ਔਰ ਇਹਦੇ 'ਚ ਧਾਗੇ ਲੱਗੇ ਆ ਮਤਲਬ ਸਟਿਚਿੰਗ ਦਾ ਸਟਾਈਲ ਹੈ ਜਿਹਦੇ ਕਰਕੇ ਇਹ ਬਹੁਤ ਜ਼ਿਆਦਾ ਸਟੇਬਲ ਹੈ ਕਿ ਅੱਜ ਦੂਜੀ ਤੀਜੀ ਸਦੀ ਦੀ ਸਾਨੂੰ ਅੱਜ ਵੀ ਮਿਲ ਜਾਂਦੀ ਹੈ ਵੈਸੇ ਇਹ ਕਵਰਡ ਹੁੰਦੀ ਹੈ ਬਟ ਇਹਨੂੰ ਸ਼ੋਅ ਕਰਨ ਲਈ ਕਿ ਕਿੱਦਾਂ ਦੀ ਸਟਰਕਚਰ ਇਹਨੂੰ ਕਵਰ ਨਹੀਂ ਕੀਤਾ ਗਿਆ ਲੈਦਰ ਕਵਰਿੰਗ ਹੁੰਦੀ ਹੈ ਤੇ ਜਿਹੜੇ ਲੀਵ ਹੁੰਦੇ ਆ ਪੇਪਰ ਨਹੀਂ ਹੁੰਦਾ ਪਾਰਚਮੈਂਟ ਹੁੰਦੀ ਹੈ ਜਿਹੜੀ ਤੁਹਾਨੂੰ ਦੱਸਿਆ ਸੀ ਐਨੀਮਲ ਸਕਿਨ ਹੁੰਦੀਆਂ ਠੀਕ ਹੈ ਤਾਂ ਇੱਦਾਂ ਦੀਆਂ ਚੀਜ਼ਾਂ ਨੇ ਸੀਇੰਗ ਸਟਰਕਚਰ ਵੱਖਰੀ ਹੁੰਦੀ ਹੈ ਇੱਥੇ ਤੁਸੀਂ ਜਿੰਨੀਆਂ ਪੋਥੀਆਂ ਦੇ ਰਹੇ ਹੋ ਲਗਭਗ ਸਭ ਦੀ ਵੱਖਰੀ ਹੈ ਯੈਸ ਇੰਡੀਆ ਦੇ ਕਿਸੇ ਪ੍ਰਾਤਨ ਗ੍ਰੰਥਾਂ ਦੇ ਵਿੱਚ ਨੋ ਨੈਵਰ ਇਹ ਇੱਥੇ ਹੈ ਹੀ ਨਹੀਂ ਕਿਤੇ ਵੀ ਇਹ ਬਸ UK 'ਚ ਰਸ਼ੀਆ 'ਚ ਬਾਹਰਲੀਆਂ ਕੰਟਰੀਜ਼ 'ਚ ਸਾਡਾ ਮਾਡਲ ਨਹੀਂ ਆ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਸੀਗਾ ਤੇ ਉਹ ਆਪਾਂ ਹੁਣ ਰਿਲੇਟਿਵ ਟੂ ਹਿੰਦੂਇਜ਼ਮ ਕਹਿੰਦੇ ਕਿ ਨਹੀਂ ਨੋ ਹਿੰਦੂਜ਼ ਡੋਂਟ ਹੈਵ ਐਨੀ ਕੋਡੈਕਸ ਸਟਰਕਚਰ ਉਹਨਾਂ ਦੀਆਂ ਸਟਰਕਚਰਸ ਕੀ ਨੇ ਉਹਨਾਂ ਦੀਆਂ ਸ਼ੀਟਸ ਨੇ ਪਪਾਇਰਸ ਦੀਆਂ ਨੇ ਜਾਂ ਭੋਜ ਪੱਤਰ ਕਹਿੰਦੇ ਨੇ ਉਹਦੀਆਂ ਨੇ ਸ਼ੀਟਸ ਉਹਨੂੰ ਉਹ ਸਟਿਚ ਕਰਕੇ ਜਾਂ ਉਹ ਐਂ ਹੁੰਦੀਆਂ ਸੀਗੀਆਂ ਪੱਤਰੇ ਜਿਹੇ ਹੁੰਦੇ ਸੀਗੇ ਇੱਥੇ ਮੋਰੀ ਕਰਕੇ ਧਾਗਾ ਨਿਕਲਦਾ ਸੀ ਵਿੱਚੋਂ 2 ਧਾਗਿਆਂ ਨਾਲ ਬੰਨ੍ਹਦੇ ਸੀ ਐਵੇਂ ਲੱਕੜ ਦੇ ਸਟੈਂਡ 'ਤੇ ਐਵੇਂ ਰੱਖੀਆਂ ਹੁੰਦੀਆਂ ਸੀਗੀਆਂ 2 ਧਾਗੇ ਇੱਕ ਇੱਥੇ ਮੋਰੀ ਹੁੰਦੀ ਸੀ ਪੱਕੀ ਉਹਨਾਂ ਪਹਿਲਾਂ ਹੀ ਕੀਤੀ ਹੁੰਦੀ ਸੀ ਕਿ ਇੱਥੇ ਕੁਝ ਰਾਈਟ ਨਾ ਕਰੀਏ ਕਿਉਂਕਿ ਇੱਥੇ ਮੋਰੀ ਪਹਿਲਾਂ ਹੀ ਕਰ ਦਿੰਦੇ ਸੀ ਉਹ ਇੱਥੇ ਜੰਜੀਰ ਕਹਿੰਦੇ ਆ ਜਿਹਨੂੰ ਆਪਾਂ ਨਾਓ ਰਾਈਟ ਔਨ ਐਂਡ ਬਾਈਂਡਸ end band end band ਸਾਡੇ ਕਿਹੜੀ ਪੁੱਤ ਸੀ end band 2 ਤਰ੍ਹਾਂ ਦੇ ਨੇ ਡੈਕੋਰੇਟਿਵ ਨੇ ਡੈਕੋਰੇਟਿਵ ਜਿਹੜੇ ਸਾਨੂੰ ਮਤਲਬ ਕੋਈ ਸਟਰੈਂਥ ਨਹੀਂ ਦੇ ਰਹੇ ਬੁੱਕ ਨੂੰ ਉਹ ਡੈਕੋਰੇਟਿਵ ਨੇ ਆਹ ਡੈਕੋਰੇਟਿਵ ਨੇ ਇਹਦੇ 'ਚ ਡੈਕੋਰੇਟਿਵ ਆ ਦਿਸ ਇਜ਼ ਡੈਕੋਰੇਟਿਵ end band ਔਰ ਸਪੋਰਟਿਵ ਜਿਹੜੇ ਹੈਗੇ ਨੇ ਸਪੋਰਟਿਵ ਹੈਗੇ ਆ ਆ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪੁਰਾਤਨ ਸਟਰਕਚਰ ਮਿਲਦੀ ਹੈ ਉਹ ਇਦਾਂ ਦੀ ਹੈ ਇਹ ਸਪੋਰਟਿਵ ਨੇ ਇਹ ਕਿੱਦਾਂ ਸਪੋਰਟ ਕਰ ਰਹੇ ਨੇ ਅੱਗੇ ਤੁਹਾਨੂੰ ਮੈਂ ਦੱਸਦਾ ਇਹ ਐਂਡ ਬੈਂਡ ਹੈ ਐਂਡ ਬੈਂਡ ਇਹ ਕਲੀਅਰ ਹੈ ਸਭ ਨੂੰ ਓਕੇ ਨੈਕਸਟ ਪਿੱਛੇ ਕਰਿਓ ਹੈ ਸੀ ਕੁਝ ਪਿੱਛੇ ਹਾਂ ਮੇਨ ਕੰਪੋਨੈਂਟਸ ਇਹਨਾਂ ਦੇ ਇਹੀ ਨੇ ਜਿਹੜੇ ਕੋਡੈਕਸ ਹੈ ਹਾਂ ਸੌਰੀ ਬੋਰਡਸ ਹੈ ਇੱਕ ਬੋਰਡਸ ਆਹੀ ਨੇ ਜਿਹੜੇ ਇਹਨੂੰ ਗੱਤੇ ਨੂੰ ਬੋਰਡ ਕਹਿ ਦਿੰਦੇ ਆਪਾਂ ਆਹ ਵਾਲੇ ਆਹ ਬੋਰਡ ਨੇ ਆਹ ਜਿਹੜੇ ਜੋ ਇਹਨੂੰ ਸਿਕਿਉਰ ਕਰਕੇ ਰੱਖਦੇ ਨੇ ਟੈਕਸਟ ਬਲੌਕ ਨੂੰ ਉਹ ਬੋਰਡ ਨੇ ਠੀਕ ਹੈ ਨੈਕਸਟ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਹਿਸਟੋਰੀਕਲ ਫਾਰਮ ਦੀਆਂ ਕੋਡੈਕਸ ਕਿੱਦਾਂ ਦੀਆਂ ਸੀਗੀਆਂ ਆਪਾਂ ਇਕੱਲੀ ਆਪਣਾ ਮਤਲਬ ਗੁਰਬਾਣੀ ਪੋਥੀ ਦੀ ਗੱਲ ਨਹੀਂ ਕਰਾਂਗੇ ਆਪਾਂ ਹੋਰ ਵੀ ਜਿਹੜੀਆਂ ਵਰਲਡ ਵਿੱਚ ਵੱਖਰੇ ਤਰ੍ਹਾਂ ਦੀਆਂ ਬਾਈਂਡਿੰਗਸ ਹੈਗੀਆਂ ਨੇ ਉਹਨਾਂ ਦੀ ਗੱਲ ਕਰਾਂਗੇ ਜਿਹੜੀਆਂ ਇੱਧਰ ਨਹੀਂ ਮਿਲਦੀਆਂ ਤੇ ਜਿਹੜੀਆਂ ਬਹੁਤ ਬਾਈਂਡ ਕਰਨੀਆਂ ਦਿਸ ਇਜ਼ ਵੈਰੀ ਟਫ ਥਿੰਗ
ਬਾਈਂਡ ਕਰਨਾ ਬਹੁਤ ਔਖਾ ਹੈ, ਬਹੁਤ ਟਾਈਮ ਲੱਗਦਾ ਉਹਨਾਂ ਚੀਜ਼ਾਂ ਨੂੰ। ਇਹ ਹੈਗੀ ਹੈ ਕਾਪਟਿਕ ਬਾਈਂਡਿੰਗ। ਕਾਪਟਿਕ 3 ਸਦੀ 4 ਸਦੀ, ਦਿਸ ਇਜ਼ ਦ ਸੇਮ, ਦਿਸ ਇਜ਼ ਕਾਪਟਿਕ ਬਾਈਂਡਿੰਗ। ਲੈਦਰ ਹੈ ਉੱਪਰ, ਇਹ ਸੇਮ ਹੈ। ਇਹਦੇ 'ਚ ਐਂਡ ਬੈਂਡ ਹੈ, ਸਪੋਰਟਿਵ ਹੈ, ਜਸਟ ਕੀਪ ਇਨ ਮਾइंड ਸਪੋਰਟਿਵ ਐਂਡ ਡੈਕੋਰੇटिव। ਇਹ ਸਪੋਰਟਿव एंड बैंड। papyrus कह रहे थे, ये papyrus है, दिस इज papyrus। कैन यू सी द लाइंस, है ना? ये पैरेलल रखे थे, एवें करके रखे इन्होंने, इदा करके प्लांट का एक बरीक जी थिन जी शीट बना के इदा रखे, इदा रखे और 90 डिग्री ते रख के इन्होंने प्रैस करके बनया। पेपर वर्गा है, पार्चमेंट में भुल गया लियाना, पेपर वर्गा है, तुस कोई कह नहीं सकता पेपर है। लाइफ यदि पेपर नालों घट है, थोड़ी जल्दी ज़्यादा जाता है, बट इंडिया च भी हैगा ये, तो भोजपत्र है इंडिया च। और लैदर का है, ये सारे कंपोनेंट हो गए पूरे ना, बुक ब्लॉक हो गया, एंड बैंड हो गया, लैदर कवरिंग हो गया, बोर्ड्स हो गया, है ना? और इतने टूलिंग भी की है, देखियो दिख रहा है कुछ स्ट्रक्चर जी दिख रही है ना? इतने टूलिंग की दी है, मतलब इनू कहते ब्लाइंड टूलिंग। ब्लाइंड ब्लाइंड मतलब ये गोल्ड वगैरह कुछ ऐसा यूज़ नहीं किया है, ये ब्लाइंड टूलिंग है। ये क्लीयर है तुहानू अगे बोर्ड, एंड बैंड, लैदर कवर, नैक्सट गैदरिंग। थोड़ा पता लगन लगे भाई औखा है काम थोड़ा जिहा, मतलब नवीं जी चीज़ां सारियां, पर थोड़ा पता लगन लगे थोड़ा थोड़ा भी यह चीज़ां कंपोनेंट है। जब तक कंपोनेंट ही नहीं पता आप फिर अगे गुरबाणी पोथी तो आप मतलब ज़्यादा कर ही नहीं सकते ना। वो कहते नितनेम पहला वो करो, की कहते होंगे उन्होंने, संथ्या करो, तो फिर उस तो बाद वो सेम ही है, ये सेम है, कोई फर्क नहीं है इन्हां चीज़ों च। ये वक्री वक्री तरह दी लिंक स्टिच है जिहड़ियां आपां नूं अपनी पोथियां च भी मिलदियां ने, इन्हां चों ही मिलदी है। हुण जे आपां नूं आ स्ट्रक्चर पता होऊगी, सॉरी आ स्ट्रक्चर सानूं पता होणगियां, आ स्ट्रक्चर पता होणगियां तो आपां खोल के बाइंड करांगे ना। जे आपां नूं आ स्ट्रक्चर नहीं पता हैगियां, ਆਪਾਂ ਕਿਵੇਂ ਬਾਈਂਡ ਕਰਾਂਗੇ? ਆਪਾਂ ਤਾਂ ਫਿਰ ਸਾਡਾ ਬਾਈਂਡਰ ਉਹੀ ਕਰੂਗਾ ਨਾ ਜਿਹੜਾ ਸਟੈਪ ਸਟਿਚ ਜਿਹਨੂੰ ਕਹਿੰਦੇ ਆ, ਜਿਹਨੂੰ ਮਤਲਬ ਸਭ ਤੋਂ ਖਤਰਨਾਕ ਬਾਈਂਡਿੰਗ ਹੈ ਗੁਰੂ ਗ੍ਰੰਥ ਸਾਹਿਬ ਲਈ, ਸਭ ਤੋਂ ਜ਼ਿਆਦਾ ਖਤਰਨਾਕ। ਐਂਡ ਲੀਵਸ ਜਿਹੜੇ ਐਂਡ ਵਾਲੇ ਹੁੰਦੇ ਆ ਨਾ, ਐਂਡ ਲੀਵਸ ਲਿਖ ਲਿਓ। ਐਂਡ ਲੀਵਸ ਜਿਹੜੇ ਹੁੰਦੇ ਆ ਇਹਦੇ 'ਚ ਨਹੀਂ ਹੈਗੇ, ਆਹ ਦੇਖੋ ਆਹ ਹੈਗੇ ਆ, ਇਹਦੇ 'ਚ ਹੈਗੇ ਐਂਡ ਲੀਵਸ। ਇਹਦੇ 'ਚ ਇਹ ਐਂਡ ਲੀਵਸ ਨੇ ਨਾ ਜਿਹੜੇ, ਇਹ ਤੋਂ ਟੁੱਟਣੇ ਸ਼ੁਰੂ ਹੋ ਜਾਂਦੇ ਨੇ ਬਹੁਤ ਸਾਰੇ ਸਰੂਪਾਂ 'ਚ, ਤੁਸੀਂ ਆਪਣੇ ਗੁਰਦੁਆਰੇ ਚੈੱਕ ਕਰ ਸਕਦੇ ਹੋ, और टुटने शुरू हो जाते हैं आ वाले। और अं कह दें पता नहीं शायद ग्रंथी एवं लाउंदा है तां टुटदे आ, कारण वो भी हैगा बट वो ही नहीं हैगा। कारण होर भी हैगे कि ये आपां आ जिहड़े इत्थों स्ट्रैस पाउंदी है, स्टैप स्टिच एवं जाती है, स्ट्रैस पाउंदी है, उहदे करके टुटदे ने। ऐदा ये बहुत सारियां ने, बड़ी स्ट्रक्चर्स ने अलग अलग। ये अपने च तुसीं आ देख लो, आ होएगी अपने च, दिस इज़ लिंक स्टिच। अपने गुरु साहब च, अपने गुरु साहब की बाइंडिंग च अंगां नूं जिहड़े जोड़दे हो, ये चीज़ है, ठीक है। नैक्सट किसी ने कोई क्वेश्चन हो जद पूछ लो मैनू। एक सेकंड लास्ट स्लाइड करियो राज, लास्ट टाइम सॉरी की लास्ट स्लाइड करियो। ਇਹਨੂੰ ਕਰਾਂ, ਇਹਨੂੰ ਦਿਸ ਇਹਦੀ ਗੱਲ ਕਰ ਰਹੇ ਹਾਂ, ਤੁਸੀਂ ਪਾਰਟਿਕੂਲਰ ਜੀ ਨੂੰ ਫੋਕਸ ਕੀਤਾ ਹੈ ਗੁਰੂ ਮਹਾਰਾਜ ਸਰੂਪ ਵਾਸਤੇ? ਦਿਸ ਵਨ, ਇਹ ਜੀ ਆ ਬਣੀ ਜੀ ਆ, ਹਾਂ ਇਹ ਹੁੰਦੀ ਆਪਣੇ 'ਚ, ਇਹਨੂੰ ਕਹਿੰਦੇ ਅਨਸਪੋਰਟਡ ਲਿੰਕ ਸਟਿਚ। ਤੁਸੀਂ ਇਹਨੂੰ ਨੋਟ ਕਰ ਲਓ, ਗੂਗਲ 'ਤੇ ਸਰਚ ਕਰੋਗੇ ਬਹੁਤ ਸਾਰੀਆਂ ਫਿਗਰਸ ਮਿਲ ਜਾਣਗੀਆਂ। ਅਨਸਪੋਰਟਡ ਲਿੰਕ ਸਟਿਚ, लिंक LINK लिंक स्टिच अनस्पोर्टेड, क्योंकि स्पोर्टेड भी होंदियां ने, स्पोर्टेड है नहीं हुण मेरे को जी, स्पोर्टेड भी होंदियां, स्पोर्ट होंदी है थोड़ी जी। अनस्पोर्टेड है, ठीक है। बाकी जड़ियाँ हैगियां बहुत सारियां हैगियां वक्रे वक्रे मॉडल च मिलदियां अराउंड द वर्ल्ड। तुहानूं ये बस ये डिफरेंट मतलब दसना चाहुंदे हैं कि साडे च की है, साडा की है, साडे च ये चीज़ है। बाकी तो बहुत सारियां अराउंड द वर्ल्ड, ये तो कुछ भी नहीं, बहुत सारियां हैगियां ने जिहड़ियां सानूं अजे तक पता भी नहीं होणियां शायद। नैक्सट, दिस इज नॉट द बेस्ट वन राइट? दिस इज़ नॉट द बेस्ट वन। ये क्लीयर है कि साडी गुरबाणी पोथी दी असीं जे ऐ कहीए कि साडी वाली वो बेस्ट है, साडे गुरु ग्रंथ साहिब दी स्ट्रक्चर भी बेस्ट नहीं है, ठीक है ना। पर अपनी माँ तो अपनी माँ ही होंदी है ना, चाहे चंगी होए माड़ी होए, है ना, चाहे गोरी होए काली, अपनी माँ तो अपनी माँ ही है ना। अपना हैरीटेज तो अपना ही है, चाहे वो स्ट्रॉन्ग हैगा चाहे नहीं हैगा, सानू उन्होंने रखना ही रखना है। ये नहीं कि हुण ये देखो ये सब तो स्ट्रॉन्ग है, जहीं कि भी गुरु ग्रंथ साहब सारे इदां दे कर दो, सिख लैणगे कर देणगे, पर साडा हैरीटेज नहीं है ना, ये अडोप्टेड चीज़ है, ये अडोप्टेड चीज़ है। अपनी बाइंडिंग स्ट्रक्चर जी बहुत स्ट्रॉन्ग नहीं हैगी, बट रिलेटिवली चंगी है, फ्लैक्सीबल है, जी स्टैप स्टिच नालों बहुत ज़्यादा फ्लैक्सीबल है,
ਉਹਦਾ ਬਹੁਤ ਫਾਇਦਾ ਹੈ ਆਉਣ ਵਾਲੇ ਟਾਈਮ 'ਚ। ਇਥੋਪੀਅਨ ਬਾਈਂਡਿੰਗ ਹੈ ਇੱਕ ਅਲੱਗ ਤਰ੍ਹਾਂ ਦੀ, ਬਾਕੀ ਤੁਹਾਨੂੰ ਸਾਰਾ ਮੈਨੂੰ ਲੱਗਦਾ ਪਤਾ ਲੱਗ ਹੀ ਜਾਣਾ। ਗੈਦਰਿੰਗਸ ਹੈ, ਸਿੰਗ ਸਟਰਕਚਰ ਹੈ, ਬੋਰਡ ਹੈ ਨਾ। ਅੱਛਾ ਇਹ ਦੇਖੋ ਮੈਨੂੰ ਕੱਲ੍ਹ ਹੀ ਫੇਸਬੁੱਕ ਤੇ ਮਿਲੀ, ਦੇਖੋ ਮੌਂਗ ਹੋਲਡਿੰਗ ਅੱਬਾ ਗਰਿਮਾ ਗੋਸਪਲਸ ਡੈਟ ਵਰ ਕਾਪੀਡ ਡਿਊਰਿੰਗ 5th to 7th century। ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸਾਡੇ ਆ 1700 ਇਹ ਨਹੀਂ ਮਿਲ ਰਹੇ, 1700 5ਵੀਂ ਸੈਂਚਰੀ ਦਾ ਫੜੀ ਬੈਠੇ ਆ। ਆਪਾਂ ਕਿੰਨੇ ਪਿੱਛੇ ਆ? ਸਾਡੇ ਹਿਸਟੋਰੀਕਲ ਸਟਰਕਚਰਸ ਨਹੀਂ ਹੈਗੇ ਗੁਰਦੁਆਰਿਆਂ ਦੇ, ਸਾਡੇ ਕੋਲ ਕੁਝ ਵੀ ਨਹੀਂ ਹੈਗਾ ਹਿਸਟੋਰੀਕਲ। ਸਾਡੇ ਕੰਗੇ ਨਹੀਂ ਹੈਗੇ ਸਾਡੇ ਕੋਲ, ਜੇ ਹੈਗੇ ਆ ਤਾਂ ਉਹਨਾਂ ਦੀ ਕਨਜ਼ਰਵੇਸ਼ਨ ਨਹੀਂ, ਮਤਲਬ 40-50 ਸਾਲ ਲਈ ਆ ਉਹ ਸਭ ਫਿਨਿਸ਼ ਹੋ ਜਾਏਗਾ, ਸਭ ਫਿਨਿਸ਼ ਹੋ ਜਾਏਗਾ। ਕੈਲੀਗ੍ਰਾਫੀ ਇਜ਼ ਅ ਗੁੱਡ ਥਿੰਗ, ਬਟ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਬਚਾਉਣਾ ਬਹੁਤ ਜ਼ਰੂਰੀ ਹੈ। ਕੈਲੀਗ੍ਰਾਫੀ ਬਹੁਤ ਵਧੀਆ ਹੈ ਬਟ ਉਹ ਪੁਰਾਤਨ ਵੀ ਬਚਾਉਣੇ ਚਾਹੀਦੇ ਨੇ। ਇਹ ਦੇਖੋ ਇਥੋਪੀਆ ਦਾ ਹੈ, ਇਹ ਸੇਮ ਮਾਡਲ ਹੈ, ਇਹ ਮਾਡਲ ਹੈ ਇਹ ਵਾਲਾ। ਇਹਦੇ 'ਚ ਵੀ ਕੁਛ ਨਹੀਂ ਹੈ, ਧਾਗਾ ਹੀ ਆ ਬਸ, ਕੁਛ ਨਹੀਂ ਹੈਗਾ। ਐਂ ਲੱਗਦਾ ਪਤਾ ਨਹੀਂ ਬਹੁਤ ਲੂਜ਼ ਹੈ, ਬਹੁਤ ਅੱਛੀ ਬਾਈਂਡਿੰਗ ਹੈ, ਕੁਛ ਨਹੀਂ ਹੈ, ਧਾਗਾ ਹੀ ਹੈ ਬਸ, ਕੁਛ ਨਹੀਂ ਹੋਏਗਾ ਇਹਨੂੰ ਕਦੇ ਵੀ। ਇਹਨਾਂ 'ਚ ਕਿਸੇ 'ਚ ਵੀ ਨਾ, ਇਹਨਾਂ 'ਚ ਗੁਰਬਾਣੀ ਨਹੀਂ ਹੈਗੀ। ਐਵੇਂ ਕੋਈ ਵੀਡੀਓ ਬਣਾ ਕੇ ਆ ਕਿਸੇ ਗੁਰਬਾਣੀ ਕਿੱਦਾਂ ਕਰੀ ਜਾਂਦੇ ਹੈ ਨਾ, ਇਹ 'ਚ ਕੋਈ ਕਿਤੇ 'ਚ ਗੁਰਬਾਣੀ ਨਹੀਂ, ਗੁਰਬਾਣੀ ਦੀਆਂ ਅਲੱਗ ਆ ਮੈਂ ਰੱਖਣ ਲੱਗਿਆ। ਨੈਕਸਟ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਸਟੈਪ ਸਟਿਚ ਆ ਸਾਡੇ ਵਾਲੀ ਆ ਜਿਹੜੀ ਮੇਰੇ ਕੋਲ ਇੱਥੇ ਪਈ ਹੈ, ਆਹ ਵਾਲੀ ਸਟੈਪ ਸਟਿਚ ਹੈ। ਇਹ ਵੈਸੇ ਦੇਖੋ ਬਹੁਤ ਪੁਰਾਣੀ ਹੈ, 2nd 3rd ਸੈਂਚਰੀ ਦੀ, ਪਰ ਉਦੋਂ ਸਿਰਫ ਸਟੈਪ ਸਟਿਚ ਹੀ ਹੁੰਦਾ ਸੀਗਾ, ਮਤਲਬ ਬਹੁਤ ਪੁਰਾਤਨ ਹੈ। ਬਟ ਉਹ ਬਹੁਤ ਹੀ ਪੁਰਾਣੇ ਸਮੇਂ ਦੀ ਗੱਲ ਹੈ, ਜਦੋਂ ਬਾਕੀ ਜਾਪਾਨ ਦੀ ਹੈ ਜਾਂ ਚਾਈਨਾ 'ਚ ਵੀ ਬਣਦੀ ਹੈ ਇਹ, ਪਰ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਡੇ ਕੋਲ ਬਾਕੀ ਟੈਕਨੀਕਸ ਨਹੀਂ ਸੀਗੀਆਂ। ਸਾਡੀ ਹੁਣ ਵੀ ਅਸੀਂ ਸਟੈਪ ਸਟਿਚ ਕਰੀ ਜਾਂਦੇ ਹਾਂ, ਹੈ ਵੀ ਬਹੁਤ ਮੰਨਦੇ ਹਾਂ ਬਹੁਤ ਪੁਰਾਤਨ ਹੈ, ਪਰ ਜ਼ਿਆਦਾ ਵਧੀਆ ਨਹੀਂ ਹੈਗੀ, ਸਟ੍ਰੈਸ ਪਾਉਂਦੀ ਹੈ। ਨੈਕਸਟ ਇੱਕ ਆਪਟਿਕ ਬਾਈਂਡਿੰਗ ਹੈ ਜਿਹੜੀ ਆਹ ਵਾਲੀ ਹੈ, ਆਹ ਵਾਲੀ ਸੌਰੀ ਆਹ ਵਾ। ਨੈਕਸਟ ਰਿਸੈਸਟ ਕੋ ਸਟਿਚਿੰਗ ਹੈ, ਇੱਥੇ ਵੀ ਹੈਗੀ ਹੈ ਇਹ ਹੈ। ਇਹ ਇੰਟਰਸਟਿੰਗ ਲੱਗ ਰਿਹਾ ਕਿ ਜਾਂ ਮੇਰਾ ਬਸ ਮੈਨੂੰ ਆਈ ਲੱਗ ਰਿਹਾ ਕਿ ਆਪਣੀਆਂ ਕਿਤਾਬਾਂ ਹੀ ਚੱਕ ਕੇ ਆ ਗਿਆ ਬਹੁਤ ਸਾਰੀਆਂ। ਪਤਾ ਕੀ ਗੱਲ ਹੈ, ਇਹ ਨੌਲੇਜ ਹੈ, ਇਟਸ ਨਾਟ ਓਨਲੀ ਬਾਈਂਡਿੰਗ। ਆਪਾਂ ਇੰਡੀਆ 'ਚ ਐਂ ਸੋਚਦੇ ਹਾਂ ਕਿ ਪਤਾ ਨਹੀਂ ਬਾਈਂਡ ਉੱਦਾਂ ਹੀ ਹੈ ਨਾ, ਉੱਦਾਂ ਨਹੀਂ ਹੈਗਾ, ਇਹ ਉੱਦਾਂ ਕੁਛ ਵੀ ਨਹੀਂ ਹੈਗਾ ਅਸਲ 'ਚ। ਸ੍ਰਿਸ਼ਟੀ ਸਾਰੀ ਉੱਦਾਂ ਕੁਛ ਵੀ ਨਹੀਂ ਹੈਗਾ, ਕੁਛ ਇਹ ਬਹੁਤ ਜ਼ਿਆਦਾ ਡੀਪ ਨੇ। ਔਰ ਦੇਖੋ ਹਰੇਕ ਚੀਜ਼ ਦਾ ਇਤਿਹਾਸ ਹੈ, ਹਰੇਕ ਚੀਜ਼ ਲੋਕਾਂ ਨੇ ਸਾਂਭਿਆ ਹੈ, ਆਪਣਾ ਕੁਛ ਵੀ ਆਪਾਂ ਨੂੰ ਸਾਂਭਣਾ ਚਾਹੀਦਾ ਹੈ ਨਾ। ਇਹ ਸਿਰਫ ਇੱਕ ਮੋਟੀਵੇਸ਼ਨਲ ਲੈਕਚਰ ਹੈ, ਇਹਦੇ 'ਚ ਤੁਸੀਂ ਜੇ ਮਿਹਨਤ ਕਰੋਗੇ ਤੁਸੀਂ ਆਪਣੀ ਪੋਥੀ ਨੂੰ ਬਾਈਂਡ ਕਰ ਸਕਦੇ ਹੋ। ਬਟ ਹੋ ਸਕਦਾ ਵੀ ਮਤਲਬ ਤੁਹਾਨੂੰ ਸਪੋਰਟ ਦੀ ਲੋੜ ਪਏ ਕੋਈ ਮਟੀਰੀਅਲ ਦੀ ਜਾਂ ਹੋਰ ਚੀਜ਼ਾਂ ਦੀ, ਤਾਂ ਤੁਸੀਂ ਆ ਸਕਦੇ ਹੋ। ਜੇ ਥੱਕ ਗਏ ਤਾਂ 2 ਮਿੰਟ ਦੀ ਬ੍ਰੇਕ ਲੈ ਸਕਦੇ ਹੋ। ਥੱਕੇ ਦੇ ਨੇ ਮੈਨੂੰ ਦੱਸ ਦਿਓ, ਮੈਨੂੰ ਐਂ ਨਾ ਲੱਗੇ ਵੀ ਤੁਸੀਂ ਕੁਛ ਲੈ ਕੇ ਨਹੀਂ ਜਾ ਰਹੇ ਇੱਥੋਂ। ਨੈਕਸਟ ਮਟੀਰੀਅਲ, ਸਿੱਖ ਬਾਈਂਡਿੰਗ ਦੀ ਮਟੀਰੀਅਲ ਕੀ ਹੈ ਆਪਣੇ। ਹੁਣ ਗੁਰੂ ਗ੍ਰੰਥ ਸਾਹਿਬ ਤੇ ਆਪਾਂ ਆ ਗਏ, ਫਿਰ ਇਹਨੂੰ ਆਪਾਂ ਬਣਾਵਾਂਗੇ ਵੀ ਮਤਲਬ ਐਂਡ ਬੈਂਡ ਬਣਾਵਾਂਗੇ ਛੋਟਾ ਜਿਹਾ, ਇਹਨੂੰ ਐਂਡ ਬੈਂਡ ਕਹਿੰਦੇ ਆ ਨਾ, ਇਹਨੂੰ ਇੱਥੇ ਹੋਏਗਾ ਇੱਥੇ ਆ ਬਹੁਤ ਸੋਹਣੇ। ਇਹ ਹੁਸ਼ਿਆਰ ਸਿੰਘ ਜੀ ਤੁਹਾਨੂੰ ਬਣਵਾਉਣਗੇ। ਜਿਹੜਾ ਦੂਸਰਾ ਬਹੁਤ ਜ਼ਿਆਦਾ ਟੈਕਨੀਕਲ ਹੈ ਅਤੇ ਬਹੁਤ ਜ਼ਿਆਦਾ ਟਾਈਮ ਲੱਗੇਗਾ, ਬਹੁਤ ਜ਼ਿਆਦਾ ਕਨਫਿਊਜ਼ਿੰਗ ਹੈ ਅਤੇ ਮੈਂ ਵੀ ਕਨਫਿਊਜ਼ ਹੋ ਜਾਵਾਂਗਾ। ਉਹ ਬਹੁਤ ਸਾਰਿਆਂ ਨੂੰ ਹੱਥੀਂ ਕਰਾਉਣਾ ਪਏਗਾ, ਇੱਦੋਂ ਆਏ ਸੂਈ ਧਾਗਾ ਬੜਾ ਔਖਾ ਹੋ ਜਾਊਗਾ ਹੈ ਨਾ। ਅਨਸਪੋਰਟਡ ਲਿੰਕ ਸਟਿਚ ਹੈ ਇਹ, ਜਿਹੜੀ ਮੈਂ ਆਪਾਂ ਤੁਹਾਨੂੰ ਦਿਖਾਈ ਸੀ, ਪਖੰਡਨ ਸਿੰਘ ਜੀ ਤੁਹਾਨੂੰ ਦਿਖਾਇਆ ਅਨਸਪੋਰਟਡ ਲਿੰਕ ਸਟਿਚ ਹੈ। ਨੈਕਸਟ ਕਲਿੱਕ ਕਰਿਓ। ਹਾਂ ਪੇਸਟ ਬੋਰਡ ਆ। ਹੁਣ ਸਾਡੇ ਜਿਹੜੇ ਬੋਰਡ ਹੁੰਦੇ ਸੀ ਨਾ, ਉਹ ਬੋਰਡ ਜਿਹੜੇ ਅੱਜ ਆਪਾਂ ਯੂਜ਼ ਕਰ ਰਹੇ ਹਾਂ ਨਾ, ਪਰ ਗੁਰੂ ਗ੍ਰੰਥ ਸਾਹਿਬ ਦੇ ਇੱਦਾਂ ਨਹੀਂ ਹੁੰਦੇ ਸੀ। ਉਹ ਪੇਸਟ ਬੋਰਡ ਹੁੰਦੇ ਸੀ। ਪੇਸਟ ਬੋਰਡ ਕੀ ਹੁੰਦਾ ਵਾ, ਹੈਂਡਮੇਡ ਪੇਪਰ ਨੂੰ ਆਪਾਂ ਇੱਕ ਦੂਜੇ ਤੇ ਪੇਸਟ ਕਰ ਦਿੰਦੇ ਸੀਗੇ ਐਵੇਂ ਕਰਕੇ। ਪੇਸਟ ਬੋਰਡ 1 2 3 4 ਇਹਨੂੰ ਵਸਲੀ ਕਹਿੰਦੇ ਆ, ਵਸਲੀ ਕਹਿੰਦੇ ਇਹਨੂੰ। ਉਹਨਾਂ ਨੂੰ ਐਵੇਂ ਸਟ੍ਰੈਸ ਕਰਕੇ ਰੱਖ ਦਿੰਦੇ ਸੀਗੇ ਅਤੇ ਉਹਦੇ ਕਰਕੇ ਉਹ ਸੁੱਕ ਕੇ ਇੱਕ ਬੋਰਡ ਬਣ ਜਾਂਦਾ ਸੀਗਾ। ਉਹ ਬੋਰਡ ਇੰਨਾ ਅੱਛਾ ਸੀਗਾ ਕਿ ਉਹ ਆਪਣਾ ਹਾਂ ਸਰ ਕਿਉਂ ਪਾਰਟਿਕੂਲਰ ਪੇਪਰਸ ਨੂੰ ਹੀ ਕਿਉਂ ਕਰਦੇ ਸੀਗੇ? ਪੇਪਰ ਹੀ ਹੁੰਦੇ ਸੀ ਉਦੋਂ। there is no other material. Okay. There was material but that was sort of parchment and other things. Okay. ਇਹ ਬੈਸਟ ਹੈ, ਵਸਲੀ ਕਹਿੰਦੇ ਇਹਨੂੰ। ਜਦੋਂ ਬਹੁਤ ਸਾਰੇ ਪੇਪਰ ਆਪਾਂ ਇਕੱਠੇ ਕਰਕੇ ਪੇਸਟ ਕਰਕੇ ਉਹਨੂੰ ਰੱਖਦੇ ਹੋ, ਵਸਲੀ ਹੁੰਦੀ ਹੈ। ਜਿਹੜਾ ਅੱਜ ਆਉਂਦਾ ਨਾ ਮਿਲ ਬੋਰਡ, ਦੈਟ ਇਜ਼ ਕਾਲਡ ਮਿਲ ਬੋਰਡ, ਦੈਟ ਇਜ਼ ਵੈਰੀ ਐਸਿਡਿਕ। ਉਹ ਬਹੁਤ ਐਸਿਡਿਕ ਹੈ ਨੇਚਰ 'ਚ, ਉਹ ਟੁੱਟਣ ਲੱਗ ਜਾਂਦਾ। ਉਹ ਟੁੱਟਣ ਲੱਗਦਾ ਹੈ ਅਤੇ ਉਹ ਅੰਗਾਂ ਨੂੰ ਵੀ ਯੈਲੋ ਹੋ ਜਾਂਦਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ। ਉਹਦਾ ਕਾਰਨ ਇਹ ਹੈ ਕਿ ਉਹ ਅੰਗਾਂ ਨੂੰ ਐਸਿਡਿਕ ਕਰ ਦਿੰਦਾ। ਪਰ ਇਹ ਦੇਖੋ ਇਤਿਹਾਸਕ ਹੀ ਨੇ, ਇਤਿਹਾਸਕ ਸਰੂਪ ਨੇ ਗੁਰੂ ਸਾਹਿਬ ਦੇ। ਲੈਦਰ ਹੀ ਹੈ, ਕੋਈ ਯੈਲੋਨੈਸ ਨਹੀਂ ਹੈ, ਕੋਈ ਯੈਲੋਨੈਸ ਨਹੀਂ ਆਈ ਇਹਨਾਂ 'ਚ।
ਐਸਿਡਿਟੀ ਘੱਟ ਹੈ। ਹੁਣ ਤਾਂ ਚਲੋ 200-250-300 ਸਾਲ ਹੋ ਗਏ, ਹੁਣ ਤਾਂ ਥੋੜੇ ਯੈਲੋ ਹੋਣਗੇ ਹੀ, ਪਰ ਫਿਰ ਵੀ ਤੁਸੀਂ ਦੇਖੋ ਨਾ ਕਿੰਨਾ ਜ਼ਿਆਦਾ ਬਚਾ ਰਿਹਾ ਵਾ, ਕਿੰਨਾ ਜ਼ਿਆਦਾ ਬਚਾ ਰਿਹਾ। ਔਰ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਅੰਗ 5 ਸਾਲ 'ਚ ਹੀ ਹੋ ਜਾਂਦੇ ਨੇ। हैंडमेड पेपर होंदा सीगा, अपने हैंडमेड नहीं है, मशीन मेड है गुरु साहब जेड़ा हुन ने। एक क्लिक करें, बैक वन बैक। हाँ, इस्लामिक हुन एंड बैंड जेड़ा ना साडा वो इस्लामिक है, इस्लामिक एंड बैंड है, इस्लामिक एंड बैंड है। ये इस्लामिक बुक दी स्ट्रक्चर है, इन्हां दी स्ट्रक्चर थोड़ी अलग है बट एंड बैंड सेम है। एंड बैंड इज़ द सेम, स्ट्रक्चर अलग है, एंड बैंड सेम है, अलग है। इस्लामिक एंड बैंड सर्च करोगे तो बहुत कुछ मिलेगा। वो फिर निटिंग दियाँ काफ़ी सारी चीज़ां तुहानूं मिल जाण, वीडियोज़ मिल जाएंगे। इस्लामिक बैंड शारिफ अफीफी कर लोगे, ਉਹਦਾ यूट्यूब चैनल है बड़ा ਵਧੀਆ, शारिफ अफीफी। ਇਹ ਤੁਸੀਂ ਬਣਾ ਲਓਗੇ, ਜਿੰਨੇ ਤੁਸੀਂ ਰੀਅਲੀ ਤੁਸੀਂ ਬਣਾਉਣਾ ਚਾਹੁੰਦੇ ਹੋ ਨਾ, ਇਹ ਤੁਸੀਂ ਬਣਾ ਲਓਗੇ। ਇਹ ਲੈਕਚਰ ਤੋਂ ਬਾਅਦ ਤੁਸੀਂ ਬਣਾ ਲਓਗੇ ਤੇ ਮੈਂ ਹਮੇਸ਼ਾ ਇੱਥੇ ਹੀ ਹਾਂ। ਤੁਸੀਂ ਕਦੇ ਵੀ ਕਾਲ ਕਰ ਲਿਓ ਹੁਸ਼ਿਆਰ ਸਿੰਘ ਹੋਣਾ ਦਾ ਨੰਬਰ, ਜਾਂ ਮੇਰਾ ਆਨਲਾਈਨ ਕਿਤੇ ਵੀ ਸੁਰਜੀਤ ਸਿੰਘ ਕਨਜ਼ਰਵੇਟ ਲੈ ਲਓ ਗੂਗਲ 'ਚੋਂ, ਤਾਂ ਵੀ ਬਹੁਤ ਸਾਰੇ ਲਿੰਕ ਆ ਜਾਣਗੇ। अनसपोर्टेड लिंक स्टिच इज क्लियर? ਤੁਸੀਂ ਦੱਸੋ। ਤੁਸੀਂ ਇੱਦਾਂ ਕਰੋ, ਭੱਜ ਕੇ ਨਾ ਪਾਣੀ ਪੀ ਕੇ ਆਓ। ਪਾਣੀ ਤਾਂ ਹੈਗਾ, ਬਾਹਰ ਜਾ ਕੇ ਤਾਂ ਘੁੰਮ ਕੇ ਆਓ। ਹਾਂ ਤੁਸੀਂ ਥੱਕੇ ਹੋ, ਆਈ ਨੋ ਡੈਟ। ਬਹੁਤ ਔਖਾ ਹੈ, ਬਹੁਤ ਔਖਾ ਹੈ। ਤੁਸੀਂ ਛੋਟੇ ਵੀ ਕਿੰਨੇ ਹੋ, ਤੁਸੀਂ ਥੋੜੀ ਹਵਾ ਖਾ ਕੇ ਆਓ ਬਾਹਰੋਂ। ਨਥਿੰਗ ਇਜ਼ ਗੋਇੰਗ ਟੂ ਮਿਸ, ਕੁਛ ਨਹੀਂ ਜਾਣ। ਮੈਂ ਸਾਰਾ ਕੁਝ ਰਿਪੀਟ ਕਰ ਰਿਹਾ। ਮਤਲਬ ਆਪਾਂ ਇੱਥੇ ਬਸ ਇੱਕ ਆਪਣੀ ਅਵੇਅਰਨੈਸ ਕਰਨਾ ਹੈ ਕਿ ਬਾਈਂਡਿੰਗ ਹੈਗੀ, ਭੱਜ ਗਿਆ ਉਹ ਦੌੜ ਕੇ। ਥੱਕ ਜਾਂਦੇ ਆ ਨਾ ਸਾਰੇ, ਥੱਕ ਜਾਂਦੇ ਨੇ ਨੈਚੁਰਲੀ। ਮੈਂ ਹੁਣ ਤਾਂ ਫਰੈਸ਼ ਆਇਆ ਨਾ ਤਾਂ ਕਰਕੇ। ਠੀਕ ਹੈ, ਸਿਲਕ ਥਰੈਡ ਹੁੰਦਾ ਸੀਗਾ ਸਾਡਾ, ਸਿਲਕ ਈਜ਼ੀਲੀ ਅਵੇਲੇਬਲ ਸੀਗਾ। ਸਮ ਟਾਈਮ ਇਟ ਇਜ਼ ਕਾਟਨ, ਸਮ ਟਾਈਮ ਇਟ ਇਜ਼ ਸਿਲਕ। ਠੀਕ ਹੈ, ਜਿਹੜਾ ਲਿੰਕ ਸਟਿਚ ਸੀਗੀਆਂ ਸਟਰਕਚਰ, ਉਹ ਜਾਂ ਤਾਂ ਸਿਲਕ ਦਾ ਹੁੰਦਾ ਸੀਗਾ ਜਾਂ ਕਾਟਨ ਦਾ ਹੁੰਦਾ ਸੀਗਾ। ਸਿਲਕ ਦਾ ਹੁੰਦਾ ਸੀਗਾ ਤਾਂ ਕਰਕੇ ਸਾਡੇ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਨਾ ਬਹੁਤ ਜਲਦੀ ਉਹ ਟੁੱਟਣੇ ਸ਼ੁਰੂ ਹੋ ਜਾਂਦੇ ਧਾਗੇ, ਕਿਉਂਕਿ ਸਿਲਕ ਦੇ ਹੁੰਦੇ ਆ, ਸਿਲਕ ਥੋੜਾ ਸੌਫਟ ਹੁੰਦਾ। ਉਸ ਵੇਲੇ ਦੀ ਜੋ ਅਵੇਲੇਬਿਲਿਟੀ ਸੀਗੀਆਂ ਉਹੀ ਚੀਜ਼ਾਂ ਹੈਗੀਆਂ ਨੇ ਇਹ। ਹੁਣ ਆਪਾਂ ਹੋਰ ਅਲੱਗ-ਅਲੱਗ ਤਰ੍ਹਾਂ ਦੇ ਟੈਕਸਟਾਈਲ ਤਾਂ ਹੈ ਨਹੀਂ ਸੀਗੇ। ਸਪਾਈਨ ਸਟਿਫਨਰ ਵੈਰੀ ਇੰਪੋਰਟੈਂਟ ਜਿਹੜਾ ਸਾਡਾ। ਅੱਛਾ, ਇਹ ਧਿਆਨ ਰੱਖਿਓ, ਇਹ ਇਸਲਾਮਿਕ ਬਾਈਂਡਿੰਗ ਹੈ। ਦਿਸ ਇਜ਼ ਇਸਲਾਮਿਕ ਬਾਈਂਡਿੰਗ। ਇਟਸ ਹੈਵ ਸੋ ਮਚ ਰਿਜ਼ੈਂਬਲੈਂਸ ਵਿਦ ਆਰ ਗੁਰਮੁਖੀ ਬਾਈਂਡਿੰਗ ਸਟਰਕਚਰ। ਐਵੇਂ ਦੀ ਹੈ ਸਾਡੀ ਲਗਭਗ ਐਵੇਂ ਦੀ ਹੈ ਸਾਡੀ। ਇਸ ਤਾਂ ਹੀ ਕਹਿੰਦੇ ਆ ਸਾਡੀ ਹੁਣ ਉਹੀ ਗੱਲ ਦੁਬਾਰੇ ਆ ਗਈ ਕਿ ਆਪਣਾ ਮੁਸਲਮਾਨਾਂ ਨਾਲ ਕੀ ਲਿੰਕ ਹੈ, ਉਹ ਇਹੀ ਲਿੰਕ ਹੈ ਕਿਉਂਕਿ ਉਹਨਾਂ ਦੀ ਇਸਲਾਮਿਕ ਸੀਗੀਆਂ। ਸਾਡੀ ਸਟਰਕਚਰ ਇਸਲਾਮਿਕ ਆ ਸਾਰੀ, ਬਾਈਂਡਿੰਗ ਦੀ ਸਟਰਕਚਰ। ਪੇਪਰ ਵੀ ਸਾਡਾ ਮੁਸਲਮਾਨਾਂ ਨੇ ਹੀ ਤਿਆਰ ਕੀਤਾ ਹੁੰਦਾ ਸੀਗਾ, ਹੈ ਨਾ। ਕਿੰਨਾ ਪਿਆਰ ਸੀ ਪਹਿਲਾਂ। ਸੋ ਦਿਸ ਇਜ਼ ਇਸਲਾਮਿਕ ਸਟਰਕਚਰ। In our Gurmukhi pothis we have Islamic structure. Yes. So back. Next. उस तो आगे वाली बस। अच्छा, बैक जाओ। हाँ, टेक्निक ऑफ हिस्टोरिक। मैं हुण आपां हिस्टोरिकल बाइंडिंग ਦੀਆਂ ਟੈਕਨੀਕਸ ਜਿਹੜੀਆਂ ਉਹਨੂੰ ਥੋੜਾ ਡਿਸਕਸ ਕਰਾਂਗੇ। ਮਤਲਬ ਸਲਾਈਡ ਸ਼ੋ ਹੈ, ਤੁਸੀਂ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਕੀ ਲੱਗਦਾ ਹੈ, ਕਿਵੇਂ ਬਣਾ ਸਕਦੇ ਹਾਂ, ਹੈ ਨਾ। ਇਹ ਹੈ, ਇਹ ਸੇਮ ਹੈ, ਦਿਸ ਇਜ਼ ਸੇਮ। ਫਲੈਪ ਹੁੰਦਾ ਹੈ। ਹੁਣ ਮੈਨੂੰ ਦੱਸੋ ਵੀ ਆ ਕੀ ਹੈ, ਆ ਕੀ ਹੈ? ਓ ਮਾਈ ਪ੍ਰਾਊਡ ਔਨ ਯੂ ਆਲ। ਠੀਕ ਹੈ, ਇਹਨੂੰ ਪੈਂਟਾਗੋਨਲ ਫਲੈਪ ਕਹਿ ਦਿੰਦੇ ਆ। ਪੈਂਟਾਗੋਨਲ ਕਿਉਂ ਕਹਿੰਦੇ ਆ ਮੈਨੂੰ ਤੁਸੀਂ ਸਾਰੇ ਦੱਸ ਸਕਦੇ ਹੋ, ਪੜ੍ਹੇ ਲਿਖੇ। ਮੈਂ ਤਾਂ ਹੀ ਪੁੱਛਿਆ ਸੀ ਕਿਹੜੇ ਪੰਜਾਬ ਹੋ ਸਕਦਾ ਵਿਚਾਰਾ ਕੋਈ ਨਾ, ਮਤਲਬ ਇੰਨੀ, ਹੈ ਨਾ। ਹੈ ਨਾ, 5 ਸਾਈਡਾਂ ਨੇ ਤੇ ਦਿਸ ਇਜ਼ ਪੈਂਟਾਗੋਨਲ। ਤੇ ਇਹ ਫਲੈਪ ਸਾਡੇ 'ਚ ਹੈ, ਇਸਲਾਮਿਕ 'ਚ ਨਹੀਂ ਹੈ। ਕਿਉਂਕਿ ਸ਼ਾਇਦ ਸਾਡੇ ਗੁਰੂ ਸਾਹਿਬ ਨੂੰ ਲੱਗਿਆ ਹੋਏਗਾ ਕਿ ਆਪਾਂ ਇੱਥੋਂ ਕਵਰ ਕਰਕੇ ਰੱਖੀਏ, ਹੈ ਨਾ। ਗੁਰੂ ਸਾਹਿਬ ਨੇ ਕਿਹਾ ਹੋਣਾ ਤੁਸੀਂ ਐਂ ਕਰੋ, ਕਿਸ ਤਰ੍ਹਾਂ ਦਾ ਫਲੈਪ ਲਾ ਦਿਓ ਤਾਂ ਕਿ ਆਪਣੀ ਪੋਥੀ ਸਾਹਿਬ ਐਂ ਕਵਰ ਰਹੇ, ਹੈ ਨਾ। ਵੀ ਕੈਨ ਇਮੈਜਿਨ ਥੀਸ ਥਿੰਗਸ, ਵੀ ਕੈਨ ਵਾਈ ਦਿਸ ਇਜ਼ ਡਿਫਰੈਂਟ, ਬਿਕੋਜ਼ ਬਾਈਂਡਰ ਤਾਂ ਬਣਾਉਂਦਾ ਸੀਗਾ, ਬਾਈਂਡਰ ਕੋਲ ਤਾਂ ਕਲਾ ਸੀ। ਫਿਰ ਗੁਰੂ ਸਾਹਿਬ ਨੇ ਸਪੈਸ਼ਲ ਇੰਸਟਰਕਸ਼ਨ ਦਿੱਤੀਆਂ ਹੋਣਗੀਆਂ। ਦਿਸ ਇਜ਼ ਅਨਰਿਟਨ ਹਿਸਟਰੀ, ਕਿ ਗੁਰੂ ਸਾਹਿਬ ਨੂੰ ਲੱਗਿਆ ਹੋਏਗਾ ਵੀ ਸ਼ਾਇਦ ਪੋਥੀ ਸਾਹਿਬ ਹੈ, ਗੁਰਬਾਣੀ ਹੈ, ਤੈਨੂੰ ਆਪਾਂ ਐਂ ਫੋਲਡ ਕਰਕੇ ਐਂ ਕਰਕੇ ਰੱਖਣਾ ਹੈ ਨਾ, ਐਂ ਕਵਰ ਕਰਨੀ ਹੈ ਅਗਲੀ ਐਜ। ਤਾਂ ਫਿਰ ਇਹ ਸਾਡੇ ਮਿਲਦਾ। ਵਨ ਪੁਆਇੰਟ ਕੁਡ ਬੀ ਲਾਈਕ ਜਦੋਂ ਅਸੀਂ ਇਹਨੂੰ ਓਪਨ ਕਰਦੇ ਹਾਂ, ਯੈਸ, ਡਾਇਰੈਕਸ਼ਨ ਪਤਾ ਲੱਗ ਜਾਂਦੀ ਕਿੱਧਰੋਂ ਦੀ। ਯੈਸ, ਦਿਸ ਇਜ਼ ਵਨ ਵੈਰੀ ਇੰਪੋਰਟੈਂਟ ਪੁਆਇੰਟ ਕਿ ਆਪਾਂ ਨੂੰ ਗੁਰੂ ਸਾਹਿਬ ਦੀ ਡਾਇਰੈਕਸ਼ਨ, ਕਿਉਂਕਿ ਵੈਸੇ ਤਾਂ ਕੋਈ ਇਸਲਾਮਿਕ ਬੁੱਕ ਨੂੰ ਤਾਂ ਕਿੱਧਰੋਂ ਵੀ ਖੋਲ ਦਿਓ, ਜਾਂ ਐਂ ਖੋਲੂਗਾ ਤੇ ਐਂ ਕਰ ਲੂਗਾ ਬਾਅਦ 'ਚ, ਪਰ ਆਪਣੇ ਪੋਸੀਬਿਲਿਟੀ ਨਹੀਂ ਹੈ। ਦਿਸ ਇਜ਼ ਇਹੀ ਹੈ। ਇਹਦੇ 'ਤੇ ਆਪਾਂ ਸੋਚਣਾ ਹੈ ਕਿ ਇਹ ਕਿਉਂ ਹੈ, ਕਿਉਂਕਿ ਪਹਿਲਾਂ ਨਹੀਂ ਸੀਗਾ ਇਹ ਕਿਉਂ ਇਸ ਤਰ੍ਹਾਂ ਦਾ ਕਿਉਂ ਹੈ। ਇਹਦਾ ਕਾਰਨ ਇਹ ਹੋ ਸਕਦਾ ਹੈ ਕਿ ਗੁਰੂ ਸਾਹਿਬ ਨੂੰ ਓਪਨਿੰਗ ਦਾ ਸਾਨੂੰ ਪਤਾ ਲੱਗ ਜਾਏ ਕਿ ਡਾਇਰੈਕਸ਼ਨ ਕੀ ਹੈ, ਕਿਉਂਕਿ ਬਾਅਦ 'ਚ ਕਰਨਾ ਔਖਾ ਹੈ ਕੰਮ ਥੋੜ੍ਹਾ ਜਿਹਾ, ਹੈ ਨਾ। ਮੋਸਟਲੀ
ਇਸਲਾਮਿਕ Fresh. ਬੁੱਕ ਸਟਾਰਟ ਫਰਮ ਦੈਟ ਸਾਈਡ ਨਾ ਉਹਨਾਂ ਦੀ ਜਿਹੜਾ ਰਾਈਟਿੰਗ ਸੈਕਸ਼ਨ ਹੈ ਉਹ Yes. opposite ਯੈਸ ਮੇਬੀ ਯੈਸ Arabic and ਉਰਦੂ ਉਰਦੂ ਚ ਨਹੀਂ ਉਰਦੂ ਚ ਤਾਂ ਆ ਹੁੰਦੀ ਸੀ ਨਾ ਮੋਸਟਲੀ ਇਸਲਾਮਿਕ ਸਟਰਕਚਰਸ ਆ ਨੇ ਇਹ ਵੀ ਮਿਲਦੀਆਂ ਨੇ ਬਟ ਰੇਅਰ ਮਿਲਦੀਆਂ ਨੇ ਜ਼ਿਆਦਾ ਇਹ ਆ ਇਹ ਉਸ ਤੋਂ ਬਾਅਦ ਦਾ ਮੋਡੀਫਿਕੇਸ਼ਨਸ ਆ ਉਸ ਤੋਂ ਬਾਅਦ ਉਹਨਾਂ ਨੇ ਫਲੈਪ ਯੂਜ਼ ਕੀਤਾ ਹੋਰ ਵੀ ਬਹੁਤ ਕੁਛ ਹੈ ਮਤਲਬ ਐਂਡਲੈਸ ਜਾਂ ਦੇਖੋ ਹੁਣ ਜਿਵੇਂ ਆਇਆ ਇਥੀਓਪੀਅਨ ਹੈ ਇਹਦੇ 'ਚ ਦੇਖੋ ਆਪਣੇ ਗੁਰਸਾਵਲਾ ਜਿਵੇਂ ਐਵੇਂ ਹੁੰਦਾ ਇਹਦੇ 'ਚ ਐਵੇਂ ਹੈ ਕਿਉਂਕਿ ਇਹ ਮੋਸਟਲੀ ਕ੍ਰਿਸਚਨਸ ਦੀਆਂ ਧਾਰਮਿਕ ਗ੍ਰੰਥ ਸੀਗੇ ਤਾਂ ਮੇਬੀ ਉਹ ਚਾਹੁੰਦੇ ਸੀਗੇ ਕਿ ਇਹਨਾਂ ਨੂੰ ਐਵੇਂ ਕਵਰ ਕਰਕੇ ਅੱਛੀ ਤਰ੍ਹਾਂ ਰੱਖਣ ਕਿ ਕਦੇ ਫੜਿਆ ਹੋਏ ਤਾਂ ਗਿਰ ਜੇ ਤਾਂ ਖੁੱਲ੍ਹ ਨਾ ਜਾਏ ਜਾਂ ਸਮਥਿੰਗ ਐਲਸ ਹੈ ਨਾ ਤੇ ਉਹਨਾਂ ਦੀ ਸਟਰਕਚਰ ਹੈ ਇਹ ਉਹਨਾਂ ਦੇ ਆਪਣੇ ਲੌਜਿਕਸ ਨੇ ਉਹ ਕਿਸ ਤਰ੍ਹਾਂ ਉਹਨਾਂ ਨੇ ਕਿਉਂਕਿ ਜੋ ਵੀ ਉਸ ਵੇਲੇ ਪ੍ਰਚਾਰ ਕਰਦੇ ਸੀਗੇ ਉਹਨਾਂ ਦੀ ਆਪਣੀਆਂ ਥਿੰਗਸ ਹੈ ਕਿ ਉਹ ਕਿਸ ਤਰ੍ਹਾਂ ਪ੍ਰੋਟੈਕਟ ਕਰਨਾ ਚਾਹੁੰਦੇ ਸੀ ਉਸ ਤਰ੍ਹਾਂ ਉਹਨੇ ਬਾਈਂਡਰ ਨੂੰ ਕਹਿ ਕੇ ਕਵਾਇਆ ਕਿਸ ਤਰ੍ਹਾਂ ਇਹ ਸਟਰਕਚਰ ਹੈਗੀ ਹੈ ਮੇਜਰ ਮਟੀਰੀਅਲ ਯੂਜ਼ ਇਨ ਦਾ ਕੰਸਟਰਕਸ਼ਨ ਮਾਡਲ ਆ ਸੌਫਟ ਕਰੀਮ ਕਲਰ ਪੇਪਰ ਇਹ ਮਾਡਲ ਦੇ ਬਾਰੇ ਲੋੜ ਨਹੀਂ ਹੈ ਪੜ੍ਹਨ ਦੀ ਪਰ ਫਿਰ ਮੈਂ ਦੱਸ ਦਿੰਦਾ ਕਿ ਵੀਟ ਸਟਾਰਚ ਪੇਸਟ ਹੁੰਦੀ ਹੈ ਇੱਕ ਜਿਹੜੇ ਆਪਣੇ ਬਾਈਂਡਰ ਹੁੰਦਾ ਨਾ ਮੋਸਟਲੀ ਇਹ ਆਟਾ ਹੀ ਹੁੰਦਾ ਬਟ ਥੋੜਾ ਜਿਹਾ ਇਹਨੂੰ ਪਕਾਉਂਦੇ ਹੁੰਦੇ ਸੀਗੇ ਤੇ ਉਹ ਲਾ ਲੈਂਦੇ ਸੀ ਲੇਵੀ ਬਣਾ ਕੇ ਲਾ ਲੈਂਦੇ ਸੀ ਰਾਈਸ ਦਾ ਵੀ ਹੁੰਦਾ ਸੀ ਮਿਕਸ ਵਿੱਚ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਬਾਈਂਡਿੰਗ ਮਟੀਰੀਅਲ ਮਿਲਦਾ ਨਾ ਮੋਸਟਲੀ ਇਹ ਮਿਲਦਾ ਬਟ ਸਟਿਲ ਦੇयर इज नो ਰਿਸਰਚ ਆਪਾਂ ਇੰਜੀਨੀਅਰ ਡਾਕਟਰ ਪਾਇਲਟ ਫਲਾਣਾ ਟਮਕਾਣਾ ਬਣ ਗਏ ਬਟ ਆਪਾਂ ਆਪਣੇ ਬਾਪੂ ਦਾ ਕੁਝ ਨਹੀਂ ਪਤਾ ਲੱਗਿਆ ਆਪਾਂ ਮਤਲਬ ਪੈਸੇ ਕਮਾਣੇ ਆ ਬਸ ਉਹਦਾ ਨੀਲਾ ਧੋਤਾ ਪਾਇਆ ਜਾਂਦਾ ਨੀਲਾ ਤੋਤਾ ਪਾਇਆ ਜਾਂਦਾ ਸੀਗਾ ਫॉर ਵਾਟ ਸੀਗਾ ਤਾਂ ਕਿ ਕੋਈ ਕੀੜਾ ਨਾ ਤਾਂ ਕੋਈ ਕੀੜਾ ਨਾ ਲੱਗੇ ਯੈਸ ਨੀਲਾ ਤੋਤਾ ਪਾਉਂਦੇ ਸੀ ਉਹ ਕੀੜਾ ਨਹੀਂ ਆਉਂਦਾ ਸੀ ਆਉਂਦਾ ਸੀ ਤੇ ਫਿਰ ਗੱਡੀ ਚੜ ਜਾਂਦਾ ਸੀ ਨੀਲੇ ਤੋਤੇ ਨੂੰ ਕੀ ਕਹਿੰਦੇ ਆ ਫਾਸਟ ਫੂਡ ਕੀ ਕਹਿੰਦੇ ਆ ਮੈਨੂੰ ਭੁੱਲ ਗਿਆ ਮੈਂ ਆਈ ਡੋਨਟ ਨੋ ਅੱਛਾ ਪੋਲੀਐਸਟਰ ਥ੍ਰੈਡ ਇਹ 'ਚ ਯੂਜ਼ ਕੀਤਾ ਉਸ ਵੇਲੇ ਨਹੀਂ ਸੀਗਾ ਮਾਡਲ 'ਚ ਯੂਜ਼ ਕੀਤਾ ਵਿਚ ਸਟਾਰ ਫਿਕਸਿੰਗ ਸਪਾਈਨ ਬੋਰਡ ਪੇਸਟਿੰਗ ਲਾਈਨ ਲਿਨਨ ਕਲੋਥ ਲੱਗਿਆ ਇਹਦੇ 'ਚ ਉਸ ਵੇਲੇ ਤਾਂ ਮੋਸਟਲੀ ਕਾਟਨ ਹੀ ਸੀਗਾ ਕਨਜ਼ਰਵੇਸ਼ਨ ਚਲੋ ਨੈਕਸਟ ਹੁਣ ਆਪਾਂ ਸਟੈਪਸ ਤੇ ਆ ਗਏ ਆ ਪ੍ਰੈਪਰੇਸ਼ਨ ਕਿਵੇਂ ਕੀਤੀ ਆ ਸਪੈਸ਼ਲੀ ਇਸ ਮਾਡਲ ਦੀ ਜਿਹੜਾ ਕਿ ਕਾਫੀ ਗੁਰੂ ਗ੍ਰੰਥ ਸਾਹਿਬ ਨਾਲ ਰਿਲੇਟਡ ਹੈ ਤੇ ਕਾਫੀ ਕੁਛ ਹੈ ਇਹਦੇ 'ਚ ਸਪਾਈਨ ਸਟਿਫਨਰ ਮੈਂ ਦੱਸ ਰਿਹਾ ਸੀ ਨਾ ਉਹ ਸਕਿਪ ਹੋ ਗਿਆ ਵਿੱਚੋਂ ਉਹਦੇ 'ਚ ਸੀਗਾ ਪਿੱਛੇ ਚਲੋ ਕੋਈ ਗੱਲ ਨਹੀਂ ਇਹ ਸਪਾਈਨ ਸਟਿਫਨਰ ਹੈ ਇਹ ਸਪਾਈਨ ਨੂੰ ਸਟਿਫ ਕਰਨ ਵਾਲੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਉਹਨਾਂ ਦਾ ਆਕਾਰ ਵੱਡਾ ਸੀਗਾ ਇਸਲਾਮਿਕ ਪੋਥੀਆਂ ਦਾ ਇੰਨਾ ਵੱਡਾ ਨਹੀਂ ਸੀਗਾ ਤੇ ਇਸਲਾਮਿਕ ਪੋਥੀ ਇਹਦੇ 'ਚ ਕੋਈ ਸਪਾਈਨ ਸਟਿਫਨਰ ਨਹੀਂ ਹੈਗਾ ਪਰ ਇਹਦੇ 'ਚ ਹੈਗੇ ਆ ਉਹਦਾ ਕਾਰਨ ਇਹ ਹੈ ਕਿ ਸ਼ਾਇਦ ਉਹਨਾਂ ਨੇ ਉਸ ਵੇਲੇ ਕੁਝ ਪੋਥੀਆਂ ਇਸਲਾਮਿਕ ਤਰੀਕੇ ਨਾਲ ਕਰਵਾਈਆਂ ਹੋਣਗੀਆਂ ਪਰ ਉਹਦੇ 'ਚ ਜਦੋਂ ਆਪਾਂ ਬੈਂਡ ਕਰਦੇ ਸੀ ਤਾਂ ਉਹਦੇ ਦੋ ਪਾਰਟ ਹੋ ਜਾਂਦੇ ਸੀਗੇ ਕਿਉਂਕਿ ਜ਼ਿਆਦਾ ਬਲਕੀ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਉਹਨੂੰ ਸਪੋਰਟ ਕਰਨ ਲਈ ਇਹ ਸਪਾਈਨ ਸਟਿਫਨਰਸ ਨੇ ਮੋਸਟਲੀ ਇਹ ਕਈ ਵਾਰੀ ਗੱਤੇ ਦੇ ਮਿਲ ਜਾਂਦੇ ਨੇ ਮਿਲ ਬੋਰਡ ਜਾਂ ਪੇਸਟ ਬੋਰਡ ਆ ਹੁਣ ਆ ਹਿਸਟੋਰੀਕਲ ਪੋਥੀ ਸਾਹਿਬ ਨੇ ਇਹਨਾਂ ਦੇ ਵਿੱਚ ਦੇਖਿਆ ਜਾਏ ਤਾਂ ਇਹਨਾਂ ਵਿੱਚ ਪੇਪਰ ਦੀ ਕਟਿੰਗ ਹੈ ਬਹੁਤ ਸਾਰੇ ਪੇਪਰ ਕੱਟ ਰੱਖ ਕੇ ਉਹਨਾਂ ਨੂੰ ਇਸ ਤਰ੍ਹਾਂ ਕੱਟਿਆ ਗਿਆ ਹੈ ਕਿ ਇਹਦੀ ਇਦਾਂ ਦੀ ਸ਼ੇਪ ਬਣੇ ਬਹੁਤ ਸਾਰੇ ਪੇਪਰ ਹੈ ਇਹਦੇ 'ਚ ਇਹ ਸਪਾਈਨ ਸਟਿਫਨਰ ਹੈ ਜੋ ਕਿ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਮਿਲਦਾ ਜਸਟ ਉੱਪਰ ਜੋੜੇ ਹੋਏ ਆ ਜਾਂ ਜੋੜੇ ਨੇ ਆਈ ਥਿੰਕ ਸੋ ਇਹ ਜੋੜੇ ਨੇ ਬਟ ਮੋਸਟ ਆਫ ਦਾ ਥਿੰਗਸ ਆਰ ਅਨਡਿਸਕਵਰਡ ਬਹੁਤ ਸਾਰੀਆਂ ਰਿਸਰਚ ਅਜੇ ਨਹੀਂ ਹੋਈਆਂ ਮਤਲਬ ਬਹੁਤ ਸਾਰੀਆਂ ਕੀ ਹੋਈ ਨਹੀਂ ਅਜੇ ਪੇਪਰ 'ਤੇ ਰਿਸਰਚ ਨਹੀਂ ਹੋਈ ਸਾਡੀ 'ਤੇ ਈਵਨ ਆਰ ਇੰਕ ਇਜ਼ ਨਾਟ ਕੰਪਲੀਟਲੀ ਟੈਕਨੀਕਲੀ ਸਟੱਡੀਡ ਅਜੇ ਇੰਕ 'ਤੇ ਵੀ ਜਿਹੜੀਆਂ ਆਪਾਂ ਕ੍ਰੀਏਟ ਕਰਦੇ ਹਾਂ ਉਹ ਇੰਕਸ ਬਹੁਤ ਅੱਛੀਆਂ ਨੇ ਪੇਪਰ ਬਹੁਤ ਅੱਛਾ ਪੇਪਰ ਖੈਰ ਉਹਨਾਂ ਦਾ ਕਾਗਜ਼ੀ ਜਿਹੜੇ ਤੁਹਾਨੂੰ ਕਰਵਾਉਣਗੇ ਉਹਨਾਂ ਦਾ ਬਹੁਤ ਅੱਛਾ ਹੈ ਉਹਨਾਂ ਦੇ ਤਾਂ ਆਲਰੇਡੀ ਚਲੋ ਕਾਫੀ ਸਾਲਾਂ ਦਾ ਉਹਨਾਂ ਦਾ ਟਰਸਟਡ ਹੈਗਾ ਪਰ ਜਿਹੜੀਆਂ ਇੰਕ ਅਸੀਂ ਕ੍ਰੀਏਟ ਕਰ ਰਹੇ ਹਾਂ ਉਹ ਰਿਲਾਇਬਲ ਹੋ ਸਕਦੀਆਂ ਨੇ ਉਹ ਜੋ ਪਿੱਛੇ ਦਿੱਤੀ ਹੁੰਦੀ ਹੈ ਰੈਸਪੀ ਉਹਦੇ ਅਕੋਰਡਿੰਗ ਪਰ ਜਦ ਤੱਕ ਉਹਨਾਂ ਦੀ ਲਾਈਫ ਆਪਾਂ ਦੇਖ ਨਹੀਂ ਲੈਂਦੇ ਜਾਂ ਉਹਨਾਂ 'ਤੇ ਆਪਾਂ ਸਾਇੰਟੀਫਿਕਲੀ ਕੋਈ ਚੀਜ਼ਾਂ ਪ੍ਰੂਵ ਨਹੀਂ ਕਰਦੇ ਕਿ ਉਹਨਾਂ ਦੇ ਐਲੀਮੈਂਟਲ ਕੰਪੋਜੀਸ਼ਨ ਸੇਮ ਹੈ ਜਾਂ ਯੈਸ ਭਾਈ ਸਾਹਿਬ ਜੀ ਜਿਵੇਂ ਪੁਰਾਤਨ ਪੋਥੀਆਂ ਦੇ ਵਿੱਚ ਸਪਾਈਨ ਸਟਿਫਨਰਸ ਦੀ ਇਹਨਾਂ ਵਿੱਚ ਲੱਕੜ ਦੇ ਪੱਤਰੇ ਵੀ ਯੂਜ਼ ਕੀਤੇ ਜਾਂਦੇ ਲੱਕੜ ਵੀ ਮਿਲਦੀ ਹੈ ਲੱਕੜ ਵੀ ਮਿਲਦੀ ਹੈ ਇਹਦੇ 'ਚ ਨਾ ਕਿੱਲ ਵੀ ਮਿਲਦੇ ਆ ਕਈਆਂ 'ਚ ਮੈਂ ਦੇਖਿਆ ਬਹੁਤ ਪੁਰਾਤਨ ਨਹੀਂ ਹੈ ਬਟ ਉਹਨਾਂ 'ਚ ਸਪਾਈਨ ਸਟਿਫਨਰ ਮਿਲੇ ਨੇ ਤੇ ਉਹਨਾਂ 'ਚ ਕਿੱਲ ਵੀ ਠੋਕੇ ਗਏ ਨੇ ਕਈਆਂ 'ਚ ਬਾਈਂਡਰ ਨੇ ਸਪੈਸ਼ਲੀ ਮੇ ਵੀ ਉਹ ਉਤਰਦਾ ਹੋਏਗਾ ਕਿਸੇ ਬਾਈਂਡਰ ਕੋਲ ਲੈ ਕੇ ਬਾਈਂਡਰ ਨੇ ਕੀ ਕੀਤਾ ਉਹ 'ਚ ਕਿੱਲ ਲਾ ਕੇ ਉਹਨੂੰ ਇਹਨਾਂ ਪਤਾ ਨਹੀਂ ਸੀ ਸਰ ਨੂੰ ਹੈ ਨਾ ਕੁਆਇਰਸ ਕੁਆਇਰ ਮੈਂ ਤੁਹਾਨੂੰ ਦੱਸਿਆ ਸੀ ਕੁਆਇਰ ਮੈਨੂੰ ਦੱਸੋ ਕੀ ਹੈ ਪੁੱਛੋ ਜਿਵੇਂ ਭਾਈ ਜੀ ਨੇ ਗੱਲ ਕੀਤੀ ਥੋੜਾ ਸਪੀਕ ਲਾਊਡਲੀ ਜਿਹੜੇ ਬਾਕੀ ਗ੍ਰੰਥ ਹੋਏ ਨੇ ਜਿਹੜੇ ਹਿੰਦੂਇਜ਼ਮ ਯੈਸ ਉਹਨਾਂ ਦਾ ਇਹਨਾਂ ਨਹੀਂ ਹੈ ਨੋ ਉਹਨਾਂ ਨੇ ਵੀ ਕਿਸ ਤਰੀਕੇ ਨਾਲ ਸਾਂਭੇ ਹੋਣੇ ਆ ਉਹਨਾਂ ਦੇ ਨਹੀਂ ਸੀਗੇ ਉਹਨਾਂ ਦੇ ਜ਼ਿਆਦਾਤਰ ਫੋਲੀਓ ਸੀਗੇ
ਪੱਤਰੇ ਸੀਗੇ ਜਿਨ੍ਹਾਂ ਨੂੰ ਪੁਰਾਤਨ ਕਹਿ ਦਿੰਦੇ ਆ, ਜਿਹੜੇ ਬਾਅਦ 'ਚ ਤਾਂ ਪ੍ਰਿੰਟਡ ਤਾਂ ਫਿਰ ਉਹ ਤਾਂ 90-91 ਵਾਲੀਆਂ ਗੱਲਾਂ ਹੋ ਗਈਆਂ। ਜਿਹੜੇ ਪੁਰਾਤਨ ਨੇ ਨਾ ਉਹਨਾਂ ਦੇ ਉਹ ਹੁੰਦੇ ਸੀਗੇ ਭੋਜ ਪੱਤਰ ਹੁੰਦੇ ਸੀਗੇ, ਭੋਜ ਪੱਤਰ ਤੇ ਲਿਖਿਆ ਹੁੰਦਾ, ਤਾੜ ਪੱਤਰ ਹੁੰਦੇ ਸੀਗੇ, ਉਹਨਾਂ ਤੇ ਲਿਖਿਆ ਹੁੰਦਾ ਸੀ, ਪਰ ਉਹ ਕੋਡੈਕਸ ਫਾਰਮ ਨਹੀਂ ਸੀ। ਇੱਥੇ ਆਪਾਂ ਗੱਲ ਕਰ ਰਹੇ ਹਾਂ ਕੋਡੈਕਸ ਫਾਰਮ ਦੀ, ਜਿਹੜੇ ਮਤਲਬ ਇੱਥੇ ਕੰਜ਼ਰਵੇਸ਼ਨ ਵੀ ਤਾਂ Okay. ਹੁੰਦੀ ਨਹੀਂ, ਹਾਂਜੀ ਇੱਥੇ ਕੰਜ਼ਰਵੇਸ਼ਨ ਵੀ ਤਾਂ ਜਲਦੀ ਵੀ ਉਹਨਾਂ ਨੇ ਕਿਵੇਂ ਸਾਂਭੇ ਫਿਰ? ਭੋਜ ਪੱਤਰ ਉਹਨਾਂ ਦਾ ਐਵੇਂ ਹੁੰਦਾ ਸੀਗਾ ਕਿ ਉਹ ਜਿਵੇਂ ਨਿੰਮ ਦੇ ਪੱਤੇ ਯੂਜ਼ ਕਰਦੇ ਸੀਗੇ, ਉਹਨਾਂ ਦੀਆਂ ਅਲੱਗ-ਅਲੱਗ ਰੈਸਪੀਜ਼ ਹੁੰਦੀਆਂ, ਉਹਦੇ ਤੇ ਵੀ ਉਹਨਾਂ ਨੇ ਬਹੁਤ ਘੱਟ ਰਿਸਰਚ ਹੋਈ ਹੈ ਉਹਦੇ ਤੇ। ਤੋ ਦੂਸਰੀ ਗੱਲ ਹੈ ਕਿ ਮੇਰਾ ਜਿਹੜਾ ਟੌਪਿਕ ਹੈ ਨਾ, ਉਹ ਮੇਰੀ ਸਟੱਡੀ ਦਾ ਟੌਪਿਕ ਈਵਨ ਜਿਹੜਾ ਉਹ ਜ਼ਿਆਦਾ ਪੋਥੀਆਂ ਦੇ ਲਿਮਟਡ ਰਹਿੰਦਾ ਹੈ, ਕਿਉਂਕਿ ਜੇ ਤੁਸੀਂ ਥੋੜੀ ਅੱਛੀ ਰਿਸਰਚ ਕਰਨੀ ਹੈ ਜਾਂ ਜਾਣਨਾ ਹੈ ਤਾਂ ਪਹਿਲਾਂ ਤੁਸੀਂ ਉਹ ਜਾਣ ਲਓ ਜੋ ਤੁਸੀਂ ਜਾਣਨਾ ਚਾਹੁੰਦੇ ਸੀਗੇ। ਉਹ ਜਾਣ ਕੇ ਉਸ ਤੋਂ ਬਾਅਦ ਅਸੀਂ ਦੂਸਰੀਆਂ ਚੀਜ਼ਾਂ ਦਾ ਵੀ ਕਰਾਂਗੇ। ਆਪਾਂ ਨੂੰ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਨਾਲ ਆ, ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਪਣੀਆਂ ਹਿਸਟੋਰੀਕਲ ਹੈਗੀਆਂ ਨੇ, ਆਯੁਰਵੇਦਿਕ ਨਿੰਮ ਦੇ ਪੱਤੇ ਹੈਗੇ ਆ, ਹੋਰ ਜਵੈਣ ਹੁੰਦੇ, ਅਦਰਕ, ਇਹ ਚੀਜ਼ਾਂ ਕੀੜੇ ਨਹੀਂ ਖਾਂਦੇ। ਉਹੀ ਆ ਕਰੋਨਾ ਵਾਲੀ ਗੱਲ ਹੈ ਸਾਰੀ ਉਹ ਵੀ ਨਹੀਂ ਖਾਂਦਾ ਤੇ ਕੁਝ ਵੀ ਨਹੀਂ ਖਾ, ਇਹ ਸਾਰੀਆਂ ਚੀਜ਼ਾਂ ਸੇਮ ਸਿਮਿਲਰ ਹੈ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਆਪਣੇ ਤਰੀਕੇ ਨਾਲ ਜੇ ਦੇਖਿਆ ਜਾਏ ਤੇ ਅਸੀਂ ਉਹਨਾਂ ਦੇ ਬਰਾਬਰ ਹੀ ਆ, ਉਹਨਾਂ ਨੇ ਵੀ ਕੁਝ ਨਹੀਂ ਸਾਂਭਿਆ। ਆਪਾਂ ਪੂਰਾ ਕੰਪੀਟੀਸ਼ਨ ਕਰਦੇ ਆ ਪਰ ਨੈਗੇਟਿਵ 'ਚ, ਪੋਜ਼ਿਟਿਵ 'ਚ ਨਹੀਂ। ਆਪਾਂ ਪੂਰੇ ਕੰਪੀਟੀਟਰ ਹੈਗੇ ਆ ਪਰ ਨੈਗੇਟਿਵ 'ਚ ਹੈਗੇ ਆ, ਪੋਜ਼ਿਟਿਵ 'ਚ ਨਹੀਂ ਹੈਗੇ। ਪੋਜ਼ਿਟਿਵ 'ਚ ਆਪਾਂ ਮਤਲਬ ਕਿ ਪੋਜ਼ਿਟਿਵ ਤਾਂ ਫਿਰ UK ਜਰਮਨ ਇਹ ਉਹ ਹੈ ਨਾ, ਰਸ਼ੀਆ ਹੀ ਮੰਨ ਲਓ, ਰਸ਼ੀਆ ਬਹੁਤ ਅੱਗੇ ਆ ਸਾਨੂੰ। ਆਪਾਂ ਕੰਪੀਟੀਟਰ ਹੈਗੇ ਆ ਨੋੜ, ਉਹੀ ਆ ਵੀ ਜਦੋਂ ਕੰਪੇਅਰ ਕਰੋ ਪਾਕਿਸਤਾਨ ਨਾਲ ਹੀ ਕਰੋ। ਇੰਡੀਆ ਬਹੁਤ ਅੱਗੇ ਆ ਪਾਕਿਸਤਾਨ ਤੋਂ, ਦ ਸੇਮ ਥਿੰਗ। ਠੀਕ ਹੈ, ਪ੍ਰੈਪਰੇਸ਼ਨ ਆਫ ਕੁਆਇਰ ਮੈਂ ਪੁੱਛਿਆ ਸੀਗਾ ਕੁਆਇਰ ਕਿਹਨੂੰ ਦੱਸਣਾ। ਜਦੋਂ ਅਸੀਂ ਸ਼ੀਟਸ ਨੂੰ ਲਾਈਕ ਕੰਬਾਈਨ ਕਰਕੇ ਫਿਰ ਮਤਲਬ ਇੱਕ Yes, choir is this thing. ਹਾਂ, let's suppose these are 4 or 5, ਇਹ choir ਬਣ ਗਿਆ ਸਾਡਾ, ਇੱਕ choir। ਆਪਾਂ ਇਹਨੂੰ ਭੇਜਤਾ ਕਿ ਭਾਈ ਸਾਹਿਬ ਤੁਸੀਂ ਇੱਥੇ ਨਾ ਜਪਜੀ ਸਾਹਿਬ ਤੋਂ ਸ਼ੁਰੂ ਕਰ ਦਿਓ, ਤੇ ਆਲਮੋਸਟ ਇੱਥੇ ਤੱਕ ਗੁਰਬਾਣੀ ਆ ਜਾਣੀ ਹੈ, ਤੇ ਅੱਗੋਂ ਮੈਂ ਸ਼ੁਰੂ ਕਰਨ ਲੱਗਿਆ। ਇਹ ਟ੍ਰੈਡੀਸ਼ਨ ਸੀਗੇ। ਸੋ ਯੂ ਗੈਟਿੰਗ ਇਟ? ਗ੍ਰੇਟ। ਸੋ ਉਹਦੇ ਇਹਨੂੰ choir ਕਹਿੰਦੇ ਆ। ਹੁਣ choir ਮਤਲਬ ਬਹੁਤ ਸਾਰੀਆਂ ਟੈਕਨੀਕਸ ਨੇ। ਇਹਦੇ 'ਚ ਇੱਕ ਟੈਕਨੀਕ ਇਹ ਵੀ ਹੈ ਕਿ ਇੱਕ ਤਾਂ ਇਹੀ ਹੈ ਸਿੰਪਲ ਸ਼ੀਟਸ ਲਓ, ਫੋਲਡ ਕਰ ਦਿਓ, ਪਰ ਉਹਦੇ 'ਚ ਵੱਡੀਆਂ ਛੋਟੀਆਂ ਹੋ ਜਾਂਦੀਆਂ ਐਜ਼ ਪਰ ਯੂਰ ਕੁਐਸਚਨ ਔਨ ਮਾਈ ਫੋਨ ਕਾਲ, ਹੈ ਨਾ। ਇਹ ਕਹਿੰਦੇ ਸੀ ਕਿ ਵੱਡੀਆਂ ਛੋਟੀਆਂ ਹੋ ਜਾਂਦੀਆਂ, ਬਟ ਉਹ ਡਿਪੈਂਡ ਕਰਦਾ ਕਿ ਤੁਸੀਂ ਕਿੰਨੀਆਂ ਕਰ ਰਹੇ ਹੋ। ਤੁਸੀਂ 4 ਕਰ ਲਓ, ਡੈਟਸ ਇਨਫ। ਮੈਂ ਕਿਹਾ 8 ਫੋਲੀਓਜ਼ ਹੋ ਜਾਣਗੇ ਤੇ ਉਹ ਠੀਕ ਹੁੰਦਾ। 4 'ਚ ਮੈਨੂੰ ਲੱਗਦਾ ਇੰਨਾ ਫਰਕ ਨਹੀਂ ਪਏਗਾ, ਆਈ ਥਿੰਕ ਸੋ। ਕਿਉਂਕਿ ਮੈਂ ਦੇਖਿਆ ਨੇ ਹੁਣ ਵੀ ਜੇ ਇਦਾਂ 22 ਫੋਲੀਓਜ਼ ਤੇ ਇਹ ਤੁਹਾਡੇ ਕੈਲੀਗ੍ਰਾਫਰ ਲਈ 1 ਸੈਕਿੰਡ, ਇਹ ਤੁਹਾਡੇ ਕੈਲੀਗ੍ਰਾਫਰ ਲਈ ਬਹੁਤ ਇੰਪੋਰਟੈਂਟ ਪੁਆਇੰਟ ਹੈ, ਬਹੁਤ ਇੰਪੋਰਟੈਂਟ। ਵਟ ਐਵਰ ਯੂ ਆਰ ਕ੍ਰੀਏਟਿੰਗ ਇਜ਼ ਨਾਟ ਹਿਸਟੋਰੀਕਲ, ਇਟ ਕਾਂਟ ਬੀ ਹਿਸਟਰੀ, ਇਟਸ ਅਨਦਰ ਸੌਰਟ ਆਫ ਅਡਾਪਟਡ ਥਿੰਗਸ। ਇਹ ਹੋਰ ਤਰ੍ਹਾਂ ਦੀ ਚੀਜ਼ ਹੈ ਵੀ ਜਿਹੜੀ ਤੁਸੀਂ ਅਡਾਪਟ ਕੀਤੀ ਹੈ। ਜਿਹੜੇ ਤੁਸੀਂ ਸ਼ੀਟਸ ਤੇ ਲਿਖਦੇ ਹੋ, ਇਹ ਪਹਿਲਾਂ ਨਹੀਂ ਲਿਖਿਆ ਜਾਂਦਾ ਸੀਗਾ, ਤਾਂ ਕਰਕੇ ਇਹਦੀ ਬਾਈਂਡਿੰਗ ਹਿਸਟੋਰੀਕਲ ਨਹੀਂ ਹੋ ਸਕਦੀ। ਤੁਸੀਂ ਇੱਦਾਂ ਦੀਆਂ ਸ਼ੀਟਸ ਤੇ ਲਿਖਦੇ ਹੋ ਨਾ, ਮੈਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਕਈ ਵਾਰੀ, ਜਿੱਦਾਂ ਗਿਆਨੀ ਪ੍ਰਤਾਪ ਸਿੰਘ ਹੋਣਾ ਨੇ ਸਰੂਪ ਲਿਖਵਾਇਆ ਹੈ ਨਾ, ਬਟ ਉਹਨਾਂ ਸਿੰਗਲ ਸ਼ੀਟਸ ਤੇ ਆ, ਤਾਂ ਉਹ ਚਾਹੁੰਦੇ ਨੇ ਹਿਸਟੋਰੀਕਲੀ। ਮੈਂ ਕਿਹਾ ਹਿਸਟੋਰੀਕਲ ਤੇ ਬਹੁਤ ਟਾਈਮ ਲੱਗੇਗਾ ਇਹਨੂੰ, ਬਹੁਤ ਟਾਈਮ, ਕਿਉਂਕਿ ਆਪਾਂ ਨੂੰ ਫੋਲੀਓਜ਼ ਦੇ ਬਾਈ ਫੋਲੀਓ ਬਣਾਉਣੇ ਪੈਣਗੇ। ਉਹ ਕਿਉਂ ਬਣਾਉਣੇ ਪੈਣਗੇ, ਉਹ ਲਿੰਕ ਸਟਿਚ 'ਚ ਪਤਾ ਲੱਗੇਗਾ। ਠੀਕ ਹੈ, ਤੇ ਇਹ ਕੁਆਇਰ ਸਾਨੂੰ ਸਾਡੇ ਹਿਸਟੋਰੀਕਲੀ ਸਾਰੇ ਐਵੇਂ ਨੇ। ਇਹ ਭੁੱਲ ਜਾਓਗੇ ਆਪਾਂ ਸਿੰਗਲ ਸ਼ੀਟਸ ਤੇ ਕੋਈ ਸਾਡੇ ਹਿਸਟਰੀ 'ਚ ਲਿਖਿਆ ਗਿਆ ਹੈ, ਵੈਰੀ ਰੇਅਰ ਕੋਈ ਇੱਕ ਅੱਧਾ ਹੋਏਗਾ, ਵੈਰੀ ਲੇਟੈਸਟ ਹੋਏਗਾ, ਅਰਲੀਅਰ 20th ਸੈਂਚੁਰੀ 'ਚ ਹੋਏਗਾ ਜਾਂ ਲੇਟ 20th ਸੈਂਚੁਰੀ 'ਚ ਹੋਏਗਾ, ਜ਼ਿਆਦਾ ਨਹੀਂ ਹੈਗਾ। ਤਾਂ ਇਸ ਤਰ੍ਹਾਂ ਆਪਾਂ ਕੁਆਇਰ ਦੀ ਪ੍ਰੈਪਰੇਸ਼ਨ ਕਰਦੇ ਹਾਂ। ਇਹਨੂੰ ਮੈਂ ਹੁਣ ਖਰਾਬ ਕਰ ਦਾਂਗਾ, ਜਿਹਦਾ ਵੀ ਸੀਗਾ ਮੈਨੂੰ ਨਹੀਂ ਪਤਾ। ਠੀਕ ਹੈ, 1 ਇੱਥੇ ਬੋਲਡ ਕਰਤਾ। ਠੀਕ ਹੈ, ਇਹ ਹੁਣ ਕੁਆਇਰ ਬਣਾ ਰਹੇ ਆਪਾਂ। ਦਿਸ ਇਜ਼ ਓਨਲੀ ਵਨ ਆਫ ਦਾ ਟੈਕਨੀਕ, ਯੂ ਕੈਨ ਫਾਈਂਡ ਆਊਟ ਮੈਨੀ ਟੈਕਨੀਕਸ ਔਨ ਇੰਟਰਨੈਟ ਖੁੱਲ੍ਹਾ ਹੈ। ਇਹ ਚੀਜ਼ਾਂ ਤੁਸੀਂ ਟੈਕਨੀਕਲ ਵਰਡ ਲਿਖੋਗੇ ਨਾ, ਕੁਆਇਰਸ ਐਂਡ ਬੈਂਡਸ, ਇਸਲਾਮਿਕ ਪੋਥੀਜ਼, ਤਾਂ ਬਹੁਤ ਕੁਝ ਮਿਲੇਗਾ। ਇਹ ਸਿੰਗਲ ਐਵੇਂ ਹੋ ਗਿਆ। ਨੰਬਰ 2 ਤੇ ਆ ਗਿਆ। ਹੁਣ ਮੈਂ ਇਹਨੂੰ ਐਂ ਕਰਤਾ, ਇਹਨੂੰ ਆਪਾਂ ਕੁਆਇਰ ਬਣਾ ਰਹੇ ਹਾਂ। ਠੀਕ ਹੈ, ਮੈਨੂੰ ਲੱਗਦਾ ਉਹਨਾਂ ਨੰਬਰ 3 ਵੀ ਕੀਤਾ ਹੈ, ਰਾਈਟ। ਇਹਨੂੰ ਐਂ ਕਰਤਾ, ਇਹਨੂੰ ਐਂ ਕਰਤਾ। ਇਹ ਨਾ ਹੁਣ ਜਿਸ ਤਰ੍ਹਾਂ ਤੁਸੀਂ ਸਿੰਗਲ ਸ਼ੀਟਸ 'ਤੇ ਲਿਖਦੇ ਹੋ ਤੇ ਉਹਦੇ 'ਚ ਤੁਹਾਡਾ ਸਾਈਜ਼ ਜਿੰਨਾ ਨਾ, ਉਹ ਤੋਂ ਤੁਹਾਨੂੰ 3-4 ਗੁਣਾ ਵੱਡਾ ਹੀ ਚਾਹੀਦਾ ਹੋਣਾ, ਕਿਉਂਕਿ ਉਹਨੂੰ 3 ਵਾਰੀ ਫੋਲਡ ਕਰ ਰਹੇ ਹੋ, 3 ਟਾਈਮਸ ਵੱਡਾ ਚਾਹੀਦਾ ਹੋਣਾ ਜਿੰਨਾ ਤੁਸੀਂ ਸਰੂਪ ਬਣਾਉਣਾ ਚਾਹੁੰਦੇ ਹੋ ਇਸ ਟੈਕਨੀਕ ਨਾਲ। ਔਰ ਮੋਸਟਲੀ ਇਹ ਟੈਕਨੀਕ ਹੁੰਦੀ ਸੀਗੀ, ਉਹ ਐਂ ਫੋਲਡ ਕਰਕੇ ਬਾਕੀ ਇੱਥੋਂ ਕਟਿੰਗ ਕਰ ਦਿੰਦੇ ਸੀਗੇ। ਆਹ ਥੋੜਾ ਥਿੱਕ ਹੈ ਪੇਪਰ, ਇਸ ਕਰਕੇ ਸਹੀ ਨਹੀਂ ਆ ਰਿਹਾ, ਬਟ ਇਹ ਆਲਮੋਸਟ ਜਿਹੜਾ, ਕਿਉਂਕਿ ਇੱਦਾਂ ਕਰਨ ਨਾਲ ਨਾ ਤੁਹਾਡਾ ਆ ਜਿਹੜਾ ਵਾ ਉਹ ਆਪਣਾ ਜਗ੍ਹਾ ਲੈ ਲੈਂਦਾ ਹੈ ਮੋਸਟਲੀ। ਮੇ ਬੀ ਅੱਗੋਂ ਟ੍ਰਿਮਿੰਗ ਵੀ ਕਰਦੇ ਹੁਣ। ਇਹਦੇ 'ਤੇ ਜ਼ਿਆਦਾ ਅਜੇ ਮੈਂ ਸਰਚ ਨਹੀਂ ਕੀਤੀ, ਮੈਂ ਤੁਹਾਨੂੰ ਐਵੇਂ ਕਹਾਂ, ਇਹਦੇ 'ਚ ਮੈਂ ਜ਼ਿਆਦਾ ਸਰਚ ਨਹੀਂ ਕੀਤੀ। ਇਹਦੇ 'ਚ ਜਿਵੇਂ ਸਰਚ ਕਰਾਂਗੇ ਜ਼ਿਆਦਾ ਤਾਂ ਉਹਦਾ ਪਤਾ ਲੱਗੇਗਾ ਕਿ ਉਹਨਾਂ ਦੇ ਹੋਰ ਕੁਆਇਰਸ ਦੀਆਂ ਟੈਕਨੀਕਸ ਕੀ ਸੀ। ਬੇਸਿਕ ਜਿਹੜੀਆਂ ਇਹ 2 ਹੀ ਨੇ, ਬੇਸਿਕ ਇਹ 2 ਨੇ, ਪਰ ਜਿਵੇਂ ਤੁਸੀਂ ਕੁਆਇਰ ਛੋਟਾ ਰੱਖੋਗੇ ਤਾਂ ਤੁਹਾਨੂੰ ਥੋੜਾ ਕੰਫਰਟ ਰਹੂਗਾ, ਇਹ ਅੱਗੇ ਪਿੱਛੇ ਨਹੀਂ ਹੋਣਗੇ। ਪਰ ਜਦੋਂ ਤੁਸੀਂ ਕੁਆਇਰ ਵੱਡਾ ਕਰ ਦੋਗੇ ਤਾਂ ਅੱਗੇ ਪਿੱਛੇ ਹੋਣਗੇ ਜ਼ਰੂਰ। ਠੀਕ ਹੈ, ਇਸ ਤਰ੍ਹਾਂ ਆਪਣਾ ਬਣ ਗਿਆ। ਇਹ ਕੀ ਬਣ ਗਿਆ ਆਪਣਾ? ਗੈਦਰਿੰਗ ਬਣ ਗਈ।
ਪਾਵਖੰਡਨ ਸਿੰਘ ਕਰੂਗਾ ਪੱਕਾ। ਨੈਕਸਟ ਬੈਕ ਜਾਇਓ 1 ਮਿੰਟ, ਮੈਂ ਥੋੜਾ ਜਿਹਾ ਹੋਰ ਦੱਸਣਾ। ਕਮ ਬੈਕ। ਸ਼ੀਟਸ ਆਫ ਹੈਂਡਮੇਡ ਪੇਪਰ, ਜਦੋਂ ਵੀ ਲਿਖੋ ਹਮੇਸ਼ਾ ਹੈਂਡਮੇਡ ਪੇਪਰ 'ਤੇ ਲਿਖੋ, ਔਰ ਵਧੀਆ ਇੰਕ ਜੋ ਤੁਸੀਂ ਤਿਆਰ ਕਰਦੇ ਹੋ ਜਾਂ ਜੋ ਕਮਰਸ਼ਲੀ ਐਕਸੈਪਟਡ ਆਉਂਦੀ ਹੈ, ਸਭ ਤੋਂ ਪਹਿਲਾਂ ਉਹ ਦੇਖ ਲਿਓ ਕਿ ਉਹ ਨਾਨ ਐਸਿਡਿਕ ਹੋਵੇ, ਉਹਦੇ 'ਚ ਕੋਈ ਐਸਿਡਿਕ ਕੰਪੋਨੈਂਟਸ ਨਾ ਹੋਣ। ਉਹ ਤੁਸੀਂ ਜਿਹੜੇ ਵੀ ਇੰਕ ਲੈਂਦੇ ਹੋ ਹੈ ਨਾ ਜਾਂ ਬਣਾਉਂਦੇ ਤਾਂ ਤੁਹਾਨੂੰ ਪਤਾ ਨਹੀਂ ਲੱਗੇਗਾ, ਬਟ ਜਦੋਂ ਲੈਂਦੇ ਹੋ ਜਦੋਂ ਉਹਨੂੰ ਪੁੱਛ ਸਕਦੇ ਹੋ ਕਿ ਨਾਨ ਐਸਿਡਿਕ ਹੈ, ਇਹਦੀ ਸੈਲਫ ਲਾਈਫ ਕੀ ਹੈ, ਕਿ ਕਿੰਨਾ ਚਿਰ ਰਹੂਗੀ। ਅੱਜ ਕੱਲ੍ਹ ਆਉਂਦੀਆਂ ਨੇ, ਇੱਥੇ ਨਹੀਂ ਮਿਲਦੀਆਂ ਪਰ ਬਾਹਰ ਬਹੁਤ ਸਾਰੀਆਂ ਇਹੋ ਜਿਹੀਆਂ ਇੰਕ ਮਿਲਦੀਆਂ ਨੇ ਜਿਨ੍ਹਾਂ ਦੀ ਸੈਲਫ ਲਾਈਫ ਬਹੁਤ ਜ਼ਿਆਦਾ ਹੁੰਦੀ ਆ, ਔਰ ਉਹ ਅਪਰੂਵ, ਕਿਉਂਕਿ ਕੈਲੀਗ੍ਰਾਫੀ ਬਾਹਰ ਬਹੁਤ ਜ਼ਿਆਦਾ ਹੈ, ਉਹ ਬਾਹਰ ਬਹੁਤ ਇਹੋ ਜਿਹੀਆਂ ਚੀਜ਼ਾਂ ਦਿੰਦੇ ਨੇ। ਠੀਕ ਹੈ, ਇਹਨੂੰ ਬੋਨ ਫੋਲਡਰ ਕਹਿੰਦੇ ਨੇ, ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਪ੍ਰੈਸ ਕਰਨ ਲਈ। ਹੁਣ ਆਪਾਂ ਬਣਾ ਰਹੇ ਹਾਂ ਮਾਡਲ। ਠੀਕ ਹੈ, ਹੁਣ ਤੁਸੀਂ ਜੇ ਥੱਕ ਗਏ ਹੋ ਤਾਂ ਤੁਸੀਂ 5 ਮਿੰਟ 'ਚ ਬ੍ਰੇਕ ਲੈਣਾ ਚਾਹੁੰਦੇ ਹੋ? No. Okay, good. Bone folder is that you This is not bone folder. This is Teflon folder. ਵੈਸੇ ਉੱਥੇ bone folder, bone ਦਾ ਬਣਿਆ ਹੋਏਗਾ ਤਾਂ bone ਹੋਏਗਾ, Teflon ਮਟੀਰੀਅਲ ਦਾ ਬਣਿਆ ਹੋਏਗਾ ਤਾਂ Teflon folder ਹੋਏਗਾ। ਠੀਕ ਹੈ, shape is same. Shape would be same. ਸ਼ੇਪ ਇਜ਼ ਨਾਟ ਦ ਸੇਮ। ਸ਼ੇਪ ਉਹ ਡਿਪੈਂਡ ਕਰਦੀ ਹੈ ਵੀ ਕਿੱਦਾਂ ਦੀ, ਕਈ ਤਰ੍ਹਾਂ ਦੇ ਹੁੰਦੇ ਨੇ, ਮਤਲਬ ਦਿਸ ਇਜ਼ ਵਨ ਸ਼ੇਪ। Like ਇਹਨੂੰ fold ਕਰਨ ਵਾਸਤੇ ਹੈ। ਇਹਨੂੰ ਫੋਲਡ ਕਰਨ ਵਾਸਤੇ ਆ, ਜਦੋਂ ਆਪਾਂ ਫੋਲਡ ਕਰਤਾ ਨਾ ਇਹਨੂੰ ਫੋਲਡ ਕਰਤਾ ਤੇ ਆਪਾਂ ਇਹਨੂੰ ਐਂ ਕਰ ਦਿੰਦੇ ਆ, ਐਂ ਕਰਕੇ। ਦਿਸ ਇਜ਼ ਨਾਲ ਜਾਂ ਕੋਈ ਚਿੰਚੇ ਨਾਲ ਕਰਦੇ ਹੁੰਦੇ ਸੀਗੇ। ਹਾਂ ਬਸ ਉਹ ਆਪਣੀ ਟ੍ਰੈਡੀਸ਼ਨਲ ਆ, ਉਹਨਾਂ ਕਰ ਸਕਦੇ ਹੋ। ਬਟ ਜੇ ਉਹ ਸਰਵਲ ਉਹਦਾ ਬਣਿਆ ਚਮਚਾ ਤੇ ਉਹ ਤੁਹਾਡੇ ਪੇਪਰ 'ਚ ਆਇਰਨ ਪਾ ਦੂਗਾ, ਆਇਰਨ ਦੇ ਰਸਟਿੰਗ ਕਰ ਦੂਗਾ, ਫਿਰ ਤੁਹਾਡੇ ਫੌਕਸਿੰਗ ਦੇ ਨਿਸ਼ਾਨ ਹੋ ਜਾਣਗੇ, ਫਿਰ ਤੁਸੀਂ ਕਨਜ਼ਰਵੇਟਰ ਕੋ ਆ ਜਾਓਗੇ। ਠੀਕ ਹੈ, ਤੇ ਅਨਰਿਕੁਆਇਰਡ ਜੁਆਇੰਟ ਐਜਸ ਕੈਨ ਬੀ ਸੈਪਰੇਟਡ ਟੂ ਫਰੀ ਦਾ। ਆਹ ਚੀਜ਼ਾਂ ਨੇ, ਇਹਨੂੰ ਕੱਟ ਦਿਓ, ਫਰੀ ਹੋ ਜਾਣਗੇ, ਫਿਰ ਬਾਅਦ ਤੁਹਾਡਾ ਬਣ ਜਾਏਗਾ ਕੁਆਇਰ। ਨੈਕਸਟ, measuring marks and seeing station in the on the text block। ਅਸਲ 'ਚ ਨਾ ਇਹ ਥੋੜਾ ਫਿੱਕਾ ਹੈ, ਮੈਨੂੰ ਵੀ ਘੱਟ ਦਿਖ ਰਿਹਾ। ਅੱਛਾ ਹੁਣ ਆਪਾਂ ਬਣਾ ਲਿਆ, ਆ ਬਣ ਗਏ ਆਪਣੇ ਕੁਆਇਰਸ ਬਣ ਗਏ। ਆਪਾਂ ਹੁਣ ਆਪਾਂ ਜੋ ਤੁਸੀਂ ਸਿੱਖਣ ਆਏ ਹੁਣ ਉਹ ਹੈ, ਪਹਿਲਾਂ ਤਾਂ ਮੈਂ ਇੱਦਾਂ ਹੀ ਕਰ ਰਿਹਾ ਸੀਗਾ ਬਹੁਤ। ਹਾਂਜੀ, ਉੱਚਾ ਚੱਕਿਆ ਕਰੋ। ਜਿਵੇਂ ਆਪਾਂ ਕੁਆਇਰ ਤਿਆਰ ਕੀਤਾ ਹੈ ਨਾ, ਯੈਸ, ਜਿਵੇਂ ਪ੍ਰਾਤਨ ਜਿਹੜੇ ਗੁਰਸਿੱਖ ਸੀ ਉਹ ਵੀ ਪਹਿਲਾਂ ਇੱਕ ਵੱਡੀ ਸ਼ੀਟ ਲੈਂਦੇ ਸੀ। ਵੈਸੇ ਜਿਹੜੇ ਨਾ ਗੁਰਸਿੱਖ ਮੋਸਟਲੀ ਪੇਪਰ ਨਹੀਂ ਤਿਆਰ ਕਰਦੇ ਸੀ, ਜਿੱਦਾਂ ਅੱਜ ਕੱਲ੍ਹ ਆਪਾਂ ਰਾਜਸਥਾਨ ਤੋਂ ਮੰਗਵਾ ਲੈਂਦੇ ਹਾਂ ਨਾ, ਉਹ ਵੀ ਮੰਗਵਾ ਲੈਂਦੇ ਸੀ। ਅੱਜ ਵੀ ਤੁਸੀਂ ਉਹਨੂੰ ਕਹੋਗੇ ਨਾ ਜੀ ਆਪਾਂ ਤਾਂ ਮਤਲਬ ਵੱਡੀ ਸ਼ੀਟ ਹੀ ਮੰਗਾਉਂਦੇ ਸੀ ਫਿਰ ਕੁਆਇਰ ਬਣੀ ਵੱਡੀ ਸ਼ੀਟ ਦਾ ਸਕਦਾ। ਜੇ ਦੂਜੀ ਤਰ੍ਹਾਂ ਬਣੇਗਾ ਤੁਹਾਨੂੰ ਟ੍ਰਿਮਿੰਗ ਕਰਨੀ ਪਏਗੀ ਮੋਸਟਲੀ, ਬਟ ਕੁਆਇਰ ਦੀ ਵਨ ਆਫ ਟੈਕਨੀਕ ਇਹ ਆ। ਬਾਕੀ ਤੁਸੀਂ ਇੰਟਰਨੈਟ 'ਤੇ ਸਰਚ ਕਰੋ, ਮੈਨੂੰ ਵੀ ਦੱਸਿਓ। ਨਾ ਇਹ ਨਹੀਂ ਬਣਾਉਣਾ ਹੈਗਾ ਇੱਥੇ, ਉਹ ਨਹੀਂ ਬਣਨਾ ਨਾ ਪੂਰਾ ਮਾਡਲ। ਤੁਹਾਨੂੰ ਬੁੱਕਸ ਦਿੱਤੀਆਂ ਉੱਤੇ ਆਪਾਂ ਸਿਰਫ ਐਂਡਮੈਂਟ ਸਟਰਕਚਰ ਬਣਾਉਣੀ ਹੈ, ਆਹ ਚੀਜ਼ ਬਣਾਉਣੀ ਹੈ ਸਿਰਫ ਆਪਾਂ। ਸਾਰਾ ਬਣਾਉਣਾ ਤਾਂ ਇਟ ਟੇਕਸ 7 to 8 days ਟੂ ਮੇਕ ਕੰਪਲੀਟ binding structure. We need 7 to 8 days. Yes, only binding, not writing and all these quires. What are the strength would be, right? The number of Strength, it depends. ਕਈ ਪੋਥੀ ਸਾਹਿਬ ਦੇਖਦੇ ਆਪਾਂ ਕਾਫੀ ਮੋਟੇ ਹੁੰਦੇ ਨੇ ਕੁਆਇਰ, ਉਹਦੇ ਤੇ ਅਜੇ ਮੈਂ ਕੋਈ ਰਿਸਰਚ ਕੀਤੀ ਨਹੀਂ ਕਿ ਕੁਆਇਰ ਦੀ ਟੈਕਨੀਕ ਸਿਰਫ ਇਹੀ ਸੀਗੀ ਜਾਂ 2 ਟੈਕਨੀਕ ਸੀਗੀਆਂ ਜਾਂ ਕੋਈ ਤੀਜੀ ਟੈਕਨੀਕ ਵੀ ਸੀਗੀ, ਉਹਦੇ ਤੇ ਕੋਈ ਰਿਸਰਚ ਮੈਂ ਅਜੇ ਕੀਤੀ ਨਹੀਂ ਹੈ। ਪਰ ਸਟਰੈਂਥ ਕੀ ਹੈ ਕਿ ਤੁਹਾਡੇ ਇਟ ਡਿਪੈਂਡਸ ਅਪੋਨ ਦਾ ਸਾਈਜ਼ ਆਫ ਦਾ ਸਪਾਈਨ, ਕਿ ਤੁਹਾਡੇ ਟੋਟਲ ਅੰਗ ਕਿੰਨੇ ਨੇ। ਜੇ ਤੁਹਾਡੇ ਕੋਲ ਟੋਟਲ ਅੰਗ ਲੈਟਸ ਸਪੋਜ਼ 50 ਨੇ ਹੈ ਨਾ, ਤੇ ਤੁਸੀਂ 10 ਦੇ 5 ਬਣਾ ਦਿਓ, ਦੈਟ ਡਜ਼ ਨਾਟ ਲੁੱਕ ਗੁੱਡ। ਉਹ ਜਦੋਂ ਤੁਸੀਂ ਓਪਨ ਕਰੋਗੇ ਨਾ ਪੋਥੀ, ਉਹ ਵੱਖਰੇ ਹੋਣ ਦੀ ਪ੍ਰੋਬਿਲਿਟੀ ਜ਼ਿਆਦਾ ਹੋਏਗੀ। ਯੂਨੀਅਨ ਇਜ਼ ਸਟਰੈਂਥ ਡਿਪੈਂਡ ਕਰਦੀ ਹੈ, ਉਹਦੀ ਥਿਕਨੈਸ ਡਿਪੈਂਡ ਕਰਦੀ ਹੈ ਤੁਹਾਡੀ ਉਹਦੀ ਥਿਕਨੈਸ ਤੇ, ਸਪਾਈਨ ਦੀ ਥਿਕਨੈਸ ਤੇ। ਸਪਾਈਨ ਹੁੰਦੀ ਆ ਆਹ ਚੀਜ਼ ਸਪਾਈਨ ਹੈ, ਉਹ ਸਪਾਈਨ ਦੀ ਥਿਕਨੈਸ ਤੇ ਡਿਪੈਂਡ ਕਰਦੀ ਹੈ ਕਿ ਤੁਹਾਡਾ ਕੁਆਇਰ ਕਿੰਨਾ ਹੋਣਾ ਚਾਹੀਦਾ। ਜੇ ਤੁਹਾਡੇ ਸਾਰੇ ਫੋਲੀਓ ਹੀ 50 ਨੇ ਤੇ ਉਹਦੀ ਤੁਸੀਂ ਮੋਟੇ 2 ਬਣਾ ਕੇ ਤੇ ਇਦਾਂ ਕਰ ਦਿੰਦੇ, ਉਹਦਾ ਹੋਰ ਹੀ ਕੁਝ ਬਣ ਜਾਏਗਾ ਹੈ ਨਾ, ਉਹ ਇੰਨਾ ਵਧੀਆ ਨਹੀਂ ਲੱਗੂਗਾ। ਤਾਂ ਕਰਕੇ ਇਹ ਜ਼ਿਆਦਾਤਰ ਇਹ ਮੋਸਟਲੀ ਮਿਲਦਾ ਹੈ 8 ਫੋਲੀਓ, ਮਤਲਬ ਜਿਹੜਾ ਆਪਾਂ ਤਿਆਰ ਕੀਤਾ ਹੋਣਾ ਆ ਵਾਲਾ। ਮਿਨੀਮਮ 4 ਦੇਖੇ ਆ, ਮਿਨੀਮਮ 4 ਵੀ ਹੈਗੇ, ਮੈਨੂੰ ਲੱਗਦਾ ਪ੍ਰਿੰਟਰ 'ਚ ਦੇਖੇ ਹੋਣਗੇ। ਹਾਂਜੀ ਪ੍ਰਿੰਟਰ 'ਚ ਦੇਖੇ ਹੋਣਗੇ, ਮਿਨੀਮਮ 4 ਵੀ ਹੈਗੇ ਆ। ਹੱਥ ਲਿਖਤਾਂ 'ਚ ਨਹੀਂ ਹੁੰਦੇ ਮੋਸਟਲੀ 4, ਜ਼ਿਆਦਾ ਹੀ ਹੁੰਦੇ ਆ ਉਹਨਾਂ 'ਚ। ਇਹਦੇ 'ਚ ਨਹੀਂ ਪਤਾ ਲੱਗਣਾ ਹੁਣ। ਹਾਂਜੀ, ਹੱਥ ਲਿਖਤਾਂ 'ਚ ਜ਼ਿਆਦਾ ਆਪਾਂ 8 ਲਿਖੇ 8 ਹੀ ਹੋਣਗੇ, ਤੁਸੀਂ ਦੇਖਿਆ ਨਾ, 8 ਹੀ ਹੁੰਦੇ ਆ ਮੋਸਟਲੀ ਹੱਥ ਲਿਖਤਾਂ 'ਚ। 10 ਹੋ ਸਕਦੇ ਆ ਕਿ ਜਿਵੇਂ ਇੱਕ ਹੋਰ ਐਡ ਹੋ ਜੇ ਤਾਂ ਫਿਰ 8 ਤੋਂ 10 ਹੋ ਜਾਣ। ਇੰਨੇ ਹੀ ਹੁੰਦੇ ਮੋਸਟਲੀ, ਇੰਨੇ ਹੁੰਦੇ ਆ। ਔਰ ਇਹਦਾ ਕਾਰਨ ਵੀ ਹੈ ਕਿ ਕੰਫਰਟ ਰਹਿੰਦਾ ਹੈ ਜਦੋਂ ਤੁਸੀਂ ਇਹ ਸਾਰੀ ਸਾਇੰਸ ਹੈ। ਛੋਟੀ ਪੋਥੀ 'ਚ ਆਪਾਂ 4 ਦਾ ਕਰਦੇ ਹਾਂ, ਛੋਟੀ 4 ਦਾ, ਇਹ ਸਾਰੀ ਨਾ ਐਕਚੁਅਲੀ ਸਾਇੰਸ ਹੈ। ਐ ਨਾ ਸੋਚੀਏ ਕਿ ਬਾਈਂਡਰ ਜਿਹੜੇ ਸੀਗੇ ਉਹ ਜਿੱਦਾਂ ਕਾਗਜ਼ੀ ਜਿਹੜੇ ਆਉਣਗੇ, ਥੀਜ਼ ਆਰ ਨਾਟ ਦ ਨਾਰਮਲ ਪੀਪਲ, ਦੇ ਹੈਵ 300 years of history।
ਤੁਸੀਂ ਅੱਜ ਚੀਜ਼ ਬਣਾਉਣੀ ਸ਼ੁਰੂ ਕਰਦੇ ਹੋ ਤਾਂ ਅਗਲੀ ਜਨਰੇਸ਼ਨ ਦੇਖ ਲਓ 300 ਸਾਲ ਵਾਲੀ ਕਿੱਡੀ ਜ਼ਬਰਦਸਤ ਹੋ ਜਾਏਗੀ, ਹੈ ਨਾ। ਹਾਂ ਦੇਖੋ ਕਦ ਦੇ ਕਰ ਰਿਹਾ ਹੁਣ ਇਹ ਜਿਹੜੀ ਬਾਈਂਡਿੰਗ ਹੈ ਨਾ, ਆਪਾਂ ਨੂੰ ਪਤਾ ਨਹੀਂ ਕਿੰਨੇ ਕੀਤੀ ਹੈ, ਬਟ ਇਹਨਾਂ ਦੀ ਆਪਣੀ ਰਿਸਰਚ ਹੈ। ਹਾਂ ਪੇਪਰ ਨਹੀਂ ਪਬਲਿਸ਼ ਹੈਗਾ, ਬਹੁਤ ਸਾਰੀਆਂ ਚੀਜ਼ਾਂ ਨਹੀਂ ਹੈਗੀਆਂ, ਬਟ ਇਹ ਰਿਸਰਚ ਹੈ ਉਹਨਾਂ ਦੀ। ਉਹਨਾਂ ਨੇ ਦੇਖਿਆ ਕਿ ਜਦੋਂ ਆਪਾਂ ਬਾਈਫੋਲੀਓ ਜਿਹੜੇ ਵੱਡਾ ਕੁਆਇਰ ਬਣਾਉਂਦੇ ਸੀਗੇ ਤੇ ਉਹ ਬੜਾ ਫੈਲ ਗਿਆ, 2 ਸਾਲ ਬਾਅਦ ਦੇਖਿਆ ਸਰੂਪ ਟੁੱਟ ਗਿਆ ਜਾਂ ਪੋਥੀ ਟੁੱਟ ਗਈ, ਫਿਰ ਉਹਨਾਂ ਨੇ ਛੋਟਾ ਕਰਤਾ ਹੋਏਗਾ, ਫਿਰ ਉਹਨਾਂ ਮਤਲਬ 4 ਤੇ ਲੱਗਦਾ ਕਿ ਇਹਨਾਂ ਦਾ ਸਪੈਸੀਫਿਕ ਹੈ, ਔਰ 2 ਵਾਲਾ ਤੇ ਬਾਅਦ ਚ ਪ੍ਰਿੰਟਡ ਚ ਆ। ਪ੍ਰਿੰਟਡ ਨੂੰ ਕੋਈ ਜ਼ਿਆਦਾ ਆਪਾਂ ਮਤਲਬ ਸਿਆਣੀ ਗੱਲ ਨਹੀਂ ਮੰਨਦੇ ਕਿ ਪ੍ਰਿੰਟਡ ਨੂੰ ਅਸੀਂ ਕੀ ਕੀਤਾ ਹੈ, ਕਿਵੇਂ ਉਹਦੀ ਸਟਿਚਿੰਗ ਕੀਤੀ ਹੈ, ਕੋਈ ਬਹੁਤ ਹੀ ਮਤਲਬ ਆਹ ਜਿਹੜੀ ਸਟਰਕਚਰ ਹੈ ਉਹ ਪ੍ਰਿੰਟਡ 'ਚ ਤੁਹਾਨੂੰ ਮਿਲੇਗੀ ਕਿ ਇੱਥੇ ਸਪੋਰਟਡ ਹੋਏਗੀ, ਆਹ ਹੋਏਗਾ ਇੱਥੇ, ਇਹਦੇ ਵਿੱਚ ਧਾਗੇ ਹੋਣਗੇ ਲੰਮੇ ਲੰਮੇ, ਤੁਹਾਨੂੰ ਸਟ੍ਰਿਪਸ ਵੀ ਦਿਖਣਗੇ ਕਾਟਨ ਦੇ ਮੇ ਬੀ ਸਮ ਟਾਈਮ, ਹੈ ਨਾ। ਉਹ ਇਦਾਂ ਦੀ ਹੁੰਦੀ ਹੈ, ਉਹ ਇਦਾਂ ਦੀ ਹੁੰਦੀ ਹੈ। ਟਾਈਮ ਕਿੰਨਾ ਹੋਇਆ? 3:30। ਚਲੋ ਆਪਾਂ ਅੱਧੇ ਘੰਟੇ 'ਚ ਨਿਬੇੜ ਦਾਂਗੇ, ਫਿਰ ਤੁਸੀਂ ਐਂਡ ਬਣਾ ਲਿਓ ਆਪਣਾ, ਠੀਕ ਹੈ। ਇਹਨੂੰ ਹੁਣ ਆਪਾਂ ਪਤਾ ਹੀ ਕਰ ਰਹੇ ਹਾਂ, ਇਹਨੂੰ ਆਪਾਂ ਲਾਈਨ ਲਗਾ ਰਹੇ ਹਾਂ। ਇੱਕ ਆਪਾਂ ਸਾਰੇ ਇਹ ਰੱਖਤਾ ਬੁੱਕ ਬਲੌਗ ਬਣਾਤਾ, ਅਸੀਂ ਲਾਈਨ ਲਾ ਰਹੇ ਹਾਂ ਤਾਂ ਕਿ ਜਦੋਂ ਆਪਾਂ ਸਟਿਚਿੰਗ ਕਰੀਏ ਨਾ ਇਹ ਐ ਨਾ ਹੋ ਜੇ ਕੋਈ ਸਾਡਾ ਕਿਤੇ ਜਾ ਰਿਹਾ ਕੋਈ ਕਿਤੇ ਜਾ ਰਿਹਾ। ਤੇ ਮੋਸਟਲੀ ਪਤਾ ਹੀ ਕਰਦੇ ਹੁੰਦੇ ਆ, ਮੋਸਟਲੀ ਲਾਈਨ ਜਿਹੜੀ ਆ ਉਹ ਇਸ ਤਰ੍ਹਾਂ, ਲੈਟਸ ਸਪੋਜ਼ ਦਿਸ ਇਜ਼ ਸਕੁਆਇਰ, ਤੇ ਉਹ ਲਾਈਨ ਜਿਹੜੀ ਹੈ ਨਾ ਆ ਲੈਟਸ ਸਪੋਜ਼ ਦਿਸ ਇੱਥੇ ਸਾਰਾ ਸਪੋਜ਼ ਹੀ ਕਰਨਾ ਪੈਣਾ, ਦਿਸ ਸਕੇਲ ਸਪੋਜ਼ ਹੀ ਕਰਨਾ ਪੈਣਾ, ਕਿਉਂਕਿ ਇਹਦੇ ਲਈ ਬਹੁਤ ਵੱਡੀ ਸਟਰਕਚਰ ਚਾਹੀਦੀ ਹੁੰਦੀ ਹੈ, ਬਹੁਤ ਕੁਝ ਚਾਹੀਦਾ ਹੁੰਦਾ। ਉਹ ਨਾ ਇੱਕ ਤਾਂ ਸਿੱਧੀ ਲਾਉਂਦੇ ਆ ਨਾ, ਇੱਕ ਐਵੇਂ ਲਾ ਦਿੰਦੇ ਹੁੰਦੇ ਸੀ ਟੇਢੀ, ਐ ਇਹ 'ਚ ਸਿੱਧੀ ਲਾਈ ਹੈ, ਬਟ ਇੱਕ ਟੇਢੀ ਲਾ ਦਿੰਦੇ ਸੀ ਲਾਈਨ, ਬਿਲਕੁਲ ਫਿੱਟ ਕਰਕੇ ਇਹਨੂੰ ਇੱਕ ਟੇਢੀ ਲਾਈਨ ਲਾ। ਇਹ ਬਾਈਂਡਿੰਗ 'ਚ ਕੰਮ ਆਏਗੀ ਜਦ ਤੁਸੀਂ ਬਾਈਂਡਿੰਗ ਕਰੋਗੇ ਨਾ। ਜੇਕਰ ਤੁਸੀਂ ਲਾਈਨ ਨਹੀਂ ਲਗਾਈ ਤਾਂ ਮੋਸਟ ਪ੍ਰੋਬਬਲੀ ਤੁਹਾਡੇ ਜਿਹੜੇ ਨੇ ਬਾਈਫੋਲੀਓ ਜਾਂ ਕੁਆਇਰਸ ਜਿਹੜੇ ਇੱਧਰ ਉੱਧਰ ਹੋ ਜਾਣਗੇ, ਤੇ ਜਦੋਂ ਤੁਸੀਂ ਪੂਰਾ ਕਰੋਗੇ ਤੁਸੀਂ ਦੇਖੋਗੇ ਇਹਦਾ ਕੁਝ ਬਾਹਰ ਆ ਰਿਹਾ, ਫਿਰ ਤੁਸੀਂ ਕੱਟ ਵੀ ਨਹੀਂ ਸਕਦੇ ਕਿਉਂਕਿ ਇੱਧਰੋਂ ਕੱਟੋਗੇ ਉੱਧਰੋਂ ਛੋਟਾ ਹੋ ਜਾਏਗਾ, ਹੈ ਨਾ। ਤਾਂ ਰਿਵਰਸੀਬਿਲਿਟੀ ਬਹੁਤ ਟਫ ਹੈ ਇਹਦੇ 'ਚ। ਜਿਵੇਂ ਆਪਾਂ ਕੈਲੀਗ੍ਰਾਫੀ ਕਰਦੇ ਹਾਂ ਉਹਦੇ 'ਚ ਰਿਵਰਸੀਬਿਲਿਟੀ ਦੀ ਪੋਸੀਬਿਲਿਟੀਜ਼ ਕਾਫੀ ਜ਼ਿਆਦਾ ਹੁੰਦੀਆਂ ਨੇ, ਹੈ ਨਾ। ਆਪਾਂ ਦੁਬਾਰੇ ਸ਼ੀਟਸ ਲਿਖ ਸਕਦੇ ਹਾਂ, ਪਰ ਬਾਈਂਡਿੰਗ 'ਚ ਕਿਸੇ ਨੇ ਆਲਰੇਡੀ ਤੁਹਾਨੂੰ ਬਹੁਤ ਮਿਹਨਤ ਨਾਲ ਲਿਖ ਕੇ ਦਿੱਤੀ, ਉਹਨੂੰ ਕਹਿੰਦੇ ਯਾਰ ਰਿਵਰਸੀਬਿਲਿਟੀ ਕਰਦੇ ਇੱਦਾਂ ਕਰ, ਆਹ ਹੋਰ ਬਣਾ ਕੇ ਦੇ ਦੇ ਮੈਨੂੰ, ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਕੀ ਕਹੂਗਾ ਤੁਹਾਨੂੰ। ਤੇ ਇਹਦੇ 'ਚ ਇੱਥੇ ਆਪਾਂ ਲਾਈਨ ਲਗਾ ਦਿੰਦੇ ਹਾਂ ਇੱਕ ਮੋਟੀ ਪੈਨਸਿਲ ਨਾਲ, ਲੈਟਸ ਸਪੋਜ਼ ਪੈਨਸਿਲ ਨਾਲ ਲਾ ਦਿੰਦੇ ਹਾਂ। ਇਹ ਲਾਈਨ ਲਾਉਣ ਨਾਲ ਕੀ ਹੁੰਦਾ, ਜੇ ਲਾਈਨ ਲਗਾ ਕੇ ਤੁਸੀਂ ਸਾਰੇ ਵੱਖਰੇ ਕਰ ਦਿੰਦੇ ਹੋ, ਬਾਈਫੋਲੀਓ ਸਾਰੇ ਕੁਆਇਰ ਤੁਹਾਡੇ ਵੱਖਰੇ ਵੱਖਰੇ ਹੋ ਗਏ ਸਾਰੇ, ਤੁਸੀਂ ਚੱਕ ਤੇ ਦੁਬਾਰੇ ਬੁੱਕ ਬਲੌਗ ਤੁਹਾਡਾ ਜਿਹੜਾ ਸੀਗਾ ਉਹ ਦੁਬਾਰੇ ਖਤਮ ਹੋ ਗਿਆ, ਤੁਸੀਂ ਹੁਣ ਸ਼ੁਰੂ ਤੋਂ ਸਟਿਚਿੰਗ ਕਰਨ ਲੱਗੇ ਹੋ। ਹੁਣ ਅੱਗੇ ਆਓ, ਨੈਕਸਟ ਮਾਰਕਿੰਗ ਕਰਤੀ ਇੱਥੇ ਆਪਾਂ, ਸਟਿਚਿੰਗ ਦਾ ਕੁਆਇਰ ਵਿਦ ਅਨਸਪੋਰਟਡ ਲਿੰਕ ਸਟਿਚ। ਹੁਣ ਮੈਂ ਕਿਹਾ ਸੀ ਇਹੀ ਸੀਗੀ ਅਨਸਪੋਰਟਡ ਲਿੰਕ ਸਟਿਚ, ਸੌਰਟ ਆਫ ਦਿਸ, ਇਹ ਅਨਸਪੋਰਟਡ ਲਿੰਕ ਸਟਿਚ ਹੈ। ਇਹਦੇ 'ਚ ਤੁਹਾਡਾ ਮੂਵਮੈਂਟ ਕੀ ਹੈ ਥ੍ਰੈਡ ਦੀ, ਆ ਮੂਵਮੈਂਟ ਦਿਖਾਈ ਹੈ ਥ੍ਰੈਡ ਦੀ ਕਿਵੇਂ ਆ। ਇਹ ਤੁਹਾਡੇ ਕੁਆਇਰ ਨੇ ਸਾਰੇ 1 2 3 4 5 6 ਪਰ ਦਿਖ ਰਿਹਾ ਥੋੜਾ, ਯੈਸ। ਜਿਹੜੀਆਂ ਲਾਈਨਸ ਲਗਾਉਣੀਆਂ ਸੀ ਵਰਟੀਕਲ ਤੇ ਪੇਪਰ, ਉਹ ਦੋਨੋਂ ਇਕੱਠੀਆਂ ਲਗਾਉਣੀਆਂ ਜਾਂ ਸਿੰਗਲ ਇੱਕੋ ਹੀ ਲਾਈਨ ਲਗਾਉਣੀ ਹੈ? ਜਿਹੜੀ ਲਾਈਨ ਸੀਗਾ ਉਹ ਨਾ ਉਹਦਾ ਸਿਰਫ ਪਰਪਸ ਇਹ ਸੀਗਾ, ਜਿਵੇਂ ਆ ਲੈਟਸ ਸਪੋਜ਼ ਦਿਸ ਇਜ਼ ਬੁੱਕ ਬਲੌਕ, ਠੀਕ ਹੈ। ਇਹ ਉਹਦੀ ਦੂਸਰੀ ਸਾਈਡ ਸਮਝ ਲਓ ਤੁਸੀਂ ਕਿ ਕੁਆਇਰ ਵਾਲੀ ਸਾਈਡ ਜਿਹੜੀ ਆ ਐਜ ਜਿਹੜੀ ਆ ਸਪਾਈਨ ਵਾਲੀ ਐਜ ਇੱਧਰ ਆ ਤੇ ਉਹ ਦੂਸਰਾ ਉੱਧਰ ਆ, ਮਤਲਬ ਐਂ ਸਮਝ ਲਓ, ਹੈ ਨਾ। ਇੱਥੇ ਆਪਾਂ ਇੱਕ ਲਾਈਨ ਲਗਾਈ ਆ, ਉਹਦਾ ਸਿਰਫ ਇੰਨਾ ਫੰਕਸ਼ਨ ਹੈ, ਤੁਸੀਂ ਕਦੇ ਵੀ ਕਰਕੇ ਦੇਖ ਲਿਓ ਕੁਛ ਇੱਦਾਂ ਦੇ ਕੁਆਇਰ ਬਣਾ ਕੇ ਜਾਂ ਪੇਜਸ ਹੀ ਕਰ ਲਿਓ, ਤੇ ਜਦੋਂ ਤੁਸੀਂ ਇੱਕ ਲਾਈਨ ਬਣਾ ਲੋਗੇ ਨਾ, ਉਹ ਲਾਈਨ ਤੁਹਾਨੂੰ ਵਿਜ਼ੀਬਲ ਤਾਂ ਹੋਏਗੀ ਜੇਕਰ ਤੁਹਾਡਾ ਬਿਲਕੁਲ ਸਹੀ ਜਗ੍ਹਾ ਤੇ ਆ। ਗੈਟਿੰਗ ਮਾਈ ਪੁਆਇੰਟ? ਉਹਦੀ ਵਿਜ਼ੀਬਿਲਿਟੀ ਤੁਹਾਨੂੰ ਤਾਂ ਹੋਏਗੀ, ਉਹ ਲਾਈਨ ਵਿਜ਼ੀਬਲ ਤਾਂ ਹੋਏਗੀ ਜੇਕਰ ਤੁਹਾਡਾ ਬਿਲਕੁਲ ਤੁਸੀਂ ਜਿਹੜਾ ਅਗਲਾ ਕੁਆਇਰ ਰੱਖ ਰਹੇ ਹੋ ਬਿਲਕੁਲ ਸਹੀ ਪੋਜੀਸ਼ਨ ਤੇ ਆ। ਇਫ ਦੇਰ ਚੇਂਜ ਇਨ ਪੋਜੀਸ਼ਨ ਇਟ ਵਿਲ ਨਾਟ ਬੀ ਵਿਜ਼ੀਬਲ, ਇਹ ਤੁਹਾਨੂੰ ਦਿਖੇਗੀ ਨਹੀਂ, ਤੁਸੀਂ ਕਹੋਗੇ ਮੈਂ ਲਾਈਨ ਲਾਈ ਸੀ ਇੱਥੇ ਨਹੀਂ ਦਿਖ ਰਹੀ ਹੈਗੀ। ਇਹਦਾ ਮਤਲਬ ਸਮਟਾਈਮਸ ਤੁਸੀਂ ਪਤਾ ਕੀ ਕਰਦੇ ਹੋ, ਤੁਸੀਂ ਕੁਆਇਰ ਨੂੰ ਜਿਹੜਾ ਕੁਆਇਰ ਨੰਬਰ 1 ਤੁਸੀਂ ਐਂ ਰੱਖਿਆ, ਤੁਸੀਂ ਇੱਥੇ ਦੂਜਾ ਕੁਆਇਰ ਇਸੇ ਡਾਇਰੈਕਸ਼ਨ 'ਚ ਐਂ ਰੱਖਣਾ ਹੁੰਦਾ, ਪਰ ਤੁਸੀਂ ਕਰਦੇ ਹੋ ਦੂਜੇ ਕੁਆਇਰ ਦਾ ਮੂੰਹ ਇੱਧਰ ਨੂੰ ਹੁੰਦਾ, ਤੁਸੀਂ ਆਹ ਰੱਖਦੇ ਹੋ, ਜਿਹੜੀ ਤੁਸੀਂ ਲਾਈਨ ਲਾਈ ਸੀ ਉਹ ਪਰੇ ਚੱਲ ਗਈ, ਤੁਹਾਡੀ ਸਾਰੀ ਸਟਰਕਚਰ ਚੇਂਜ ਹੋ ਜਾਏਗੀ ਉਹਦੇ ਨਾਲ। ਲਾਈਨ ਨਾਲ ਚੱਲ ਜਾਂਦਾ, ਇੱਕੋ ਹੀ ਇਨਾਫ ਹੈ। 1 ਲਾਓ 2 ਲਾਓ 3 ਲਾਓ, ਦਾ ਪਰਪਸ ਇਜ਼ ਟੂ ਕੀਪ ਯੂਅਰ ਕੁਆਇਰ ਔਨ ਦ ਸੇਮ ਪੋਜੀਸ਼ਨ। ਪਰਪਸ ਇਹੀ ਹੈ ਕਿ ਤੁਹਾਡਾ ਕੁਆਇਰ ਜਿਹੜਾ ਨਾ ਉਸੇ ਪੋਜੀਸ਼ਨ 'ਚ ਹੋਣਾ ਚਾਹੀਦਾ ਹੈ। ਚੱਕ ਕੇ ਇਕੱਲੇ ਨੂੰ ਕਰਨਾ ਤਾਂ ਨੋ, ਹਾਂ ਚੱਕ ਕੇ ਕੱਲੇ ਨੂੰ ਕਰਾਂਗੇ ਨਾ, ਤੇ ਆਪਾਂ ਉਹ ਜਦੋਂ ਸਟਿਚ ਕਰਾਂਗੇ, ਜਦੋਂ ਸੂਈ ਦਾ ਐਵੇਂ ਲਗਾਵਾਂਗੇ, ਹੈ ਨਾ, ਹੋਲ ਕਰਾਂਗੇ ਤਾਂ ਉਹ ਇੱਧਰ ਉੱਧਰ ਹੋ ਜਾਏਗਾ। ਪਰ ਹੁਣ ਤੁਹਾਨੂੰ ਇੱਥੇ ਦਿਖੇਗੀ ਕਿ ਇੱਥੇ ਜੋ ਨਹੀਂ ਦਿਖ ਰਹੀ, ਇੱਥੇ ਤੁਹਾਨੂੰ ਦਿਖੇਗੀ ਇੱਕ ਜਾਂ ਤਾਂ ਇੱਦਾਂ ਵਰਟੀਕਲ ਲਾਈਨ ਹੋਏਗੀ ਜਾਂ ਇੱਦਾਂ ਥੋੜੀ ਜਿਹੀ ਸਲੈਂਟ ਜਿਹੀ ਲਾਈਨ ਹੋਏਗੀ, ਐਵੇਂ ਕਰਕੇ ਹੋਏਗੀ, ਔਰ ਇਹ ਲਾਈਨ ਤੁਹਾਨੂੰ ਵਿਜ਼ੀਬਲ ਹੁੰਦੀ ਰਹੇਗੀ। ਜਿਵੇਂ ਤੁਸੀਂ ਕੁਆਇਰ ਰੱਖਿਆ, ਜੋ ਤੁਹਾਡੀ ਲਾਈਨ ਨਹੀਂ ਬਣ ਰਹੀ ਅੱਗੇ, ਇਟ ਮੀਨਸ ਕਿ ਤੁਸੀਂ ਗਲਤ ਰੱਖਿਆ, ਫਿਰ ਤੁਸੀਂ ਉਹਨੂੰ ਚੇਂਜ ਕਰੋ, ਆਪਣੇ ਨੂੰ ਉਹਨੂੰ ਸਹੀ ਤਰੀਕੇ ਨਾਲ ਰੱਖੋ। ਹੋ ਸਕਦਾ ਤੁਸੀਂ ਅਪ ਡਾਊਨ ਐਂ ਰੱਖਦਾ, ਜਿਹੜਾ ਉੱਪਰ ਵਾਲਾ ਜਿਹੜਾ ਵਾ ਆਹ ਵਾਲਾ ਕੁਆਇਰ ਇਹਨੂੰ ਐਂ ਰੱਖਤਾ ਵਾ, ਉਹ ਤੁਹਾਡੀ ਲਾਈਨ ਉੱਧਰ ਚਲ ਗਈ ਹੈ,
ਜੇਕਰ ਤੁਸੀਂ ਇਹਨੂੰ ਸਿੱਧਾ ਬਣਾਉਣਾ ਚਾਹੁੰਦੇ ਹੋ, ਸਹੀ ਬਣਾਉਣਾ ਚਾਹੁੰਦੇ ਹੋ, ਫਿਰ ਤੁਹਾਨੂੰ ਇਹ ਰੱਖਣੀ ਵੀ, ਕਿਉਂਕਿ ਤੁਹਾਡੀ ਮੋਸਟਲੀ ਕਈ ਵਾਰੀ ਕਟਿੰਗ ਕੀਤੀਆਂ ਹੁੰਦੀਆਂ ਬੁੱਕ ਬਲੌਗ ਬਣਾ ਕੇ ਨਾ, ਇੱਥੋਂ ਕਟਿੰਗ ਇੱਥੋਂ ਕੀਤੀਆਂ ਹੁੰਦੀਆਂ ਕਟਿੰਗਸ, ਤਾਂ ਕਿ ਇੱਕ ਜਿਹਾ ਰਹੇ। ਠੀਕ ਹੈ, ਇਹ ਤੁਹਾਡੀ ਹੁਣ ਮੂਵਮੈਂਟ ਹੈ, ਬੈਕ ਪਲੀਜ਼, ਇਹ ਮੂਵਮੈਂਟ ਹੈ ਥ੍ਰੈਡ ਦੀ, ਆਹ ਥ੍ਰੈਡ ਮੂਵ ਕਰ ਰਿਹਾ, ਇੱਥੇ ਤੁਹਾਡੀ ਨੀਡਲ ਹੈ, ਇਹ ਨੀਡਲ ਅੰਦਰ ਗਈ ਹੈ, ਜਿਹੜਾ ਬ੍ਰੋਕਨ ਲਾਈਨ ਦਿਖ ਰਹੀ ਹੈ ਉਹ ਤੁਹਾਡੀ ਥ੍ਰੈਡ ਦੀ ਮੂਵਮੈਂਟ ਇਨਸਾਈਡ ਦਾ ਕੁਆਇਰ ਹੈ, ਉਹ ਅੰਦਰ ਮੂਵ ਕਰ ਰਹੀ ਹੈ, ਇਟਸ ਕਮਿੰਗ ਆਊਟ ਹੇਅਰ, ਇੱਥੋਂ ਬਾਹਰ ਆ ਰਹੀ ਹੈ, ਤੁਸੀਂ ਨੈਕਸਟ ਕੁਆਇਰ ਰੱਖਿਆ, ਨੀਡਲ ਅੰਦਰ ਚਲੇ ਗਈ, ਮੂਵਮੈਂਟ ਹੋ ਰਹੀ ਹੈ ਉਧਰ ਨੂੰ, ਉੱਥੋਂ ਤੁਹਾਡੀ ਸੌਰੀ ਆਹ ਤੁਹਾਡੀ ਇੱਥੋਂ ਬਾਹਰ ਆ ਰਹੀ ਹੈ, ਇਹ ਦਿਖ ਰਿਹਾ ਸਾਰਿਆਂ ਨੂੰ ਹੈ ਨਾ, ਇਹ ਇੱਥੋਂ ਤੁਹਾਡੀ ਨੀਡਲ ਬਾਹਰ ਆ ਰਹੀ ਹੈ, ਆ ਥੱਲੇ ਵਾਲਾ ਇੱਥੇ ਸੀ ਨਾ, ਇਹਨੂੰ ਵਿੱਚ ਲੈ ਰਹੀ ਹੈ, ਇੱਥੋਂ ਦੀ ਨਿਕਲ ਰਹੀ ਹੈ। ਕੁਆਇਰ ਨੰਬਰ 3 ਆਈ ਡੋਂਟ ਥਿੰਕ ਸੋ ਯੂ ਆਰ ਗੈਟਿੰਗ ਆਲ ਆ ਰਿਹਾ, ਸਿੰਪਲ ਹੀ ਹੈ, ਕੋਈ ਬਹੁਤਾ ਔਖਾ ਵੀ ਨਹੀਂ ਹੈਗਾ। ਕਿਸੇ ਦਾ ਕੁਐਸਚਨ ਹੋਏ ਤੇ ਐ ਮੈਨੂੰ ਬੁਲਾ ਵੀ ਦੇ, ਆਵਾਜ਼ ਮਾਰ ਦੇ, ਨੋ ਪ੍ਰੋਬਲਮ। ਮੂਵਮੈਂਟ ਕਲੀਅਰ ਹੋਈ ਹੈ ਸਾਰੀ, ਆ ਇੱਥੋਂ ਸ਼ੁਰੂ ਹੋਇਆ, ਇੱਧਰ ਨੂੰ ਗਿਆ, ਅੰਦਰ ਜਾ ਰਿਹਾ, ਅੰਦਰ ਮੂਵ ਕਰ ਰਿਹਾ, ਬਾਹਰ ਆ ਰਿਹਾ, ਪਹਿਲੇ ਵਾਲੇ ਧਾਗੇ ਨਾਲ ਜੁਆਇੰਟ ਬਣਾ ਰਿਹਾ, ਇਦਾਂ ਕਰ, ਇਹ ਲਿੰਕ ਬਣਾ ਰਿਹਾ, ਇਹਨੂੰ ਲਿੰਕ ਹੀ ਕਹਿੰਦੇ ਆ, ਆ ਜਿਹੜਾ ਇੱਥੋਂ ਲਿੰਕ ਬਣਾ ਰਿਹਾ, ਫਿਰ ਦੂਸਰੇ ਚਲਾ ਗਿਆ ਅੰਦਰ, ਇੱਧਰ ਨੂੰ ਮੂਵ ਕਰ ਰਿਹਾ, ਇੱਥੋਂ ਬਾਹਰ ਆ ਰਿਹਾ, ਇੱਥੋਂ ਲਿੰਕ ਬਣਾ ਰਿਹਾ, ਅੰਦਰ ਜਾ ਰਿਹਾ, ਤੀਸਰਾ ਇਦਾਂ ਹੀ ਹੈ ਸਾਰਾ। ਇਹ ਜਿਹੜੇ ਡਾਟਸ ਲਗਾਏ ਨੇ ਇਹ ਅੰਦਰਲੀ ਸਾਈਡ, ਇਹ ਅੰਦਰਲੀ ਸਾਈਡ ਸ਼ੋ ਕਰ ਰਿਹਾ, ਧਾਗਾ ਸਿੱਧਾ ਜਾ ਰਿਹਾ, ਹਾਂ ਸਿੰਪਲ ਹੀ ਹੈ, ਬਸ ਲਿੰਕ ਸਟਿਚ ਹੈ। ਗੰਢ ਜਿਹੜੀ ਪਹਿਲਾਂ ਹੀ ਸਿਰਫ ਆਪਾਂ ਨੂੰ ਇੱਕ ਸਟੈਪ ਤੇ ਗੰਢ ਦੀ ਲੋੜ ਹੈ, ਬਾਕੀ ਲਿੰਕ ਸਟਿਚ ਹੈ, ਲਿੰਕ ਬਣ ਰਿਹਾ, ਲਿੰਕ ਮਤਲਬ ਐਦਾਂ ਆ ਕੇ ਐਦਾਂ ਧਾਗਾ ਦੂਸਰੇ ਥੱਲੇ ਵਾਲੇ ਨਾਲ ਲਿੰਕ ਹੋ ਰਿਹਾ, ਗੰਢ ਇੱਥੇ ਹੈ ਸਿਰਫ। ਜੇਕਰ ਆਪਾਂ ਇੱਥੋਂ ਸ਼ੁਰੂ ਕੀਤਾ ਸੀਗਾ, ਵੈਸੇ ਇਹਦੇ 'ਚ ਆਪਾਂ ਇੱਥੋਂ ਸ਼ੁਰੂ ਕੀਤਾ ਨਾ, ਤੇ ਗੰਢ ਆਪਣੀ ਆਹ ਗੰਢ ਹੈ ਜਿਹੜੀ ਇਹਨਾਂ ਲਿੰਕ ਸਟਿਚ ਦਿਖਾਈ ਹੈ ਨਾ, ਵੈਸੇ ਇਹ ਗੰਢ ਹੈ, ਪ੍ਰੈਕਟੀਕਲੀ ਇਹ ਗੰਢ ਹੈ। ਇੱਥੇ ਇਹਨਾਂ ਨੇ ਵੈਸੇ ਲਿੰਕ ਸਟਿਚ ਪੂਰੀ ਸਟਰਕਚਰ ਦਿਖਾਈ ਹੈ, ਮਤਲਬ ਇੱਕ ਪੋਥੀ ਦੀ ਬਾਈਂਡਿੰਗ ਨਹੀਂ ਦਿਖਾਈ ਇਹਨਾਂ ਨੇ, ਤਾਂ ਕਰਕੇ ਇਹ ਇੱਥੇ ਇੱਦਾਂ ਦਿਖ ਰਹੀ ਹੈ, ਲਿੰਕ ਸਟਿਚ ਦਿਖ ਰਿਹਾ ਹੈ ਕਿ ਧਾਗਾ ਐ ਦੂਜੇ ਕੁਆਇਰ 'ਚ ਹੋ ਕੇ ਐਂ ਆ ਰਿਹਾ ਤੇ ਇੱਥੋਂ ਥੱਲੇ ਨਿਕਲ ਕੇ ਜਾ ਰਿਹਾ ਅੰਦਰ। ਕਈ ਵਾਰੀ ਗੰਢ ਨਹੀਂ, ਇਹ ਓਨਲੀ ਇੱਕ ਸਟਰਕਚਰ ਹੈ ਲਿੰਕ ਸਟਿਚ ਦੀ। ਕਿਉਂਕਿ ਜੇਕਰ ਨਾ ਵੀ ਗੰਢ ਮਾਰੀ ਤੇ ਕਈ ਵਾਰੀ ਖੁੱਲ ਵਾਸਤੇ ਵੀ ਹੈਲਪਫੁਲ ਖੁੱਲ ਜਾਏਗਾ, ਨਹੀਂ ਤੇ ਖੁੱਲ ਜਾਣਗੇ ਦੋਵੇਂ, ਅੱਗੇ ਤੁਰ ਜਾਵਾਂਗੇ, ਧਾਗਾ ਪਿੱਛੋਂ ਨਾਲ ਆਈ ਜਾਊਗਾ। ਓਕੇ ਹੋ ਗਿਆ ਫਿਨਿਸ਼। ਹਾਂਜੀ, ਸੋ ਲਾਸਟ ਦੋਨੇ ਲੂਜ਼ ਐਂਡਸ ਦਾ ਕੀ ਕਰਨਾ ਆਪਾਂ ਲਾਸਟ? ਇੱਕ ਲੂਜ਼ ਦਾ ਬੰਨਤਾ ਆਪਾਂ, ਇੱਕ ਥੱਲੇ ਆਇਆ ਜਿੱਥੋਂ ਸਟਾਰਟ ਕੀਤਾ ਸੀਗਾ, ਹਾਂ, ਇੱਕ ਜਿਹੜਾ ਉੱਪਰ ਬਚ ਗਿਆ ਲਾਸਟ, ਉਹਨੂੰ ਉੱਥੇ ਬੰਨ ਦੇਣਾ, ਸਿੰਪਲ। ਓਕੇ ਲਾਸਟ ਇਹਨੂੰ ਬੰਨਤਾ ਨਾ ਆਪਾਂ, ਥੱਲੇ ਵਾਲੇ ਨੂੰ, ਤਾਂ ਬਸ ਥੱਲੇ ਵਾਲੇ ਨੂੰ ਬੰਨਤਾ ਨਾ ਆਪਾਂ ਸਟਾਰਟਿੰਗ ਤੇ, ਉੱਪਰ ਵਾਲੇ ਨੂੰ ਉੱਪਰ ਬੰਨ ਦੇਣਾ, ਦੈਟਸ ਇਟ। ਉਹ ਬਾਕੀ ਜਿਹੜਾ ਥ੍ਰੈਡ ਕੱਟ ਦੇਣਾ ਖਤਮ, ਬਾਕੀ ਥ੍ਰੈਡ ਖਤਮ, ਬਾਕੀ ਆਪਾਂ ਲੋਡ ਨਹੀਂ ਥ੍ਰੈਡ ਦੀ, ਬੁੱਕ ਬਲੌਕ ਬਣ ਗਿਆ ਆਪਣਾ, ਦੈਟਸ ਇਟ। ਕੌਣ ਪੁੱਛ ਰਿਹਾ? ਉੱਚੀ ਥੋੜਾ ਜਿਹਾ। ਹਾਂਜੀ, ਤੁਸੀਂ ਮੈਨੂੰ ਗੱਲ ਕਰਨੀ ਜਦੋਂ ਕਰਨੀ ਆ, ਤੁਸੀਂ ਮੈਨੂੰ ਪੁੱਛਣਾ, ਵੇਟ ਕਰ ਲਓ, ਮੈਂ ਉਹਦੀ ਗੱਲ ਸੁਣ ਰਿਹਾ। ਹੁਣ ਜਿਹੜਾ ਇੱਕ ਲੂਜ਼ ਐਂਡ ਲੈਫਟ ਸਾਈਡ ਤੇ ਹੈਗਾ, ਬਾਟਮ ਲੈਫਟ ਸਾਈਡ, ਯੈਸ, ਪਹਿਲੇ ਕੁਆਰ 'ਚ ਤੇ ਇੱਕ ਲੂਜ਼ ਐਂਡ ਮੇਰਾ ਟੌਪ ਰਾਈਟ ਤੇ ਆਊਗਾ, ਅਜੇ ਆਇਆ ਨਹੀਂ। ਹਾਂ ਸੋ ਕਹਿਣਾ ਹੈ ਕਿ ਕਹਿੰਦੇ ਮੈਂ ਦੋਨਾਂ ਨੂੰ ਕਹਿੰਦੇ ਟਾਈ ਕਰ ਸਕਦਾ? ਨਹੀਂ, ਬਹੁਤ ਦੂਰ ਹੋ ਜਾਏਗਾ ਤੇ ਉਹ ਵੇਸਟੇਜ ਹੈ, ਉਹਨੂੰ ਉੱਥੇ ਬੰਨਣ ਦੀ ਲੋੜ ਨਹੀਂ ਹੈ, ਉਹਨੂੰ ਲੋੜ ਹੈ ਥੱਲੇ ਬੰਨਣ ਦੀ, ਔਰ ਇਦਾਂ ਦੀ ਮਤਲਬ ਬਾਈਂਡਿੰਗ ਸਟਰਕਚਰ ਇਦਾਂ ਦੀ ਨਹੀਂ ਮਿਲਦੀ, ਆਪਾਂ ਨਵਾਂ ਐਕਸਪੈਰੀਮੈਂਟ ਕਰ ਸਕਦੇ ਹਾਂ। देयर इज नो एवर। ਜਿਵੇਂ ਸਾਡੇ ਗੁਰਦੁਆਰਾ ਸਾਹਿਬ ਪੁਰਾਤਨ ਨੇ, ਕੱਚੀ ਮਿੱਟੀ ਦੇ ਬਣੇ ਨੇ, ਗੋਰਿਆਂ ਦੇ ਬਹੁਤ ਅੱਛਾ ਮਟੀਰੀਅਲ, ਲਾਈਮ ਮੋਟਰ ਲੱਗਿਆ ਦਾ ਉਹਨਾਂ ਦਾ, ਕੈਲਸ਼ੀਅਮ ਕਾਰਬੋਨੇਟ ਦੀ ਅਲੱਗ-ਅਲੱਗ ਫਾਰਮਸ ਜਿਹੜੀਆਂ ਲੱਗੀਆਂ ਦੀਆਂ ਨੇ, ਉਹ ਉਹਨਾਂ ਨੂੰ ਸੇਵ ਕਰ ਰਹੇ, ਅਸੀਂ ਆਪਦਿਆਂ ਨੂੰ ਕਰ ਰਹੇ ਹਾਂ। ਇਹਦੇ ਨਾਲ ਮੈਕਸਿਮਮ ਕਿੰਨਾ ਟਾਈਮ? ਮੈਕਸਿਮਮ ਆਹ ਦੇਖ ਲਓ ਤੁਸੀਂ, 250 ਸਾਲ ਤੈਨੂੰ ਹੋ ਗਏ ਨੇ। ਜਿਹੜੀ ਇਹ ਬਾਈਂਡਿੰਗ ਇਹ ਵਾਲੀ ਇਹ ਸਾਰੀਆਂ ਬਾਈਂਡਿੰਗ ਇਹੀ ਨੇ, ਬਾਕੀ ਖੋਲ ਕੇ ਪਤਾ ਲੱਗਦਾ, ਮੈਜੋਰਿਟੀ ਇਹੀ ਨੇ। ਜਿਹੜੀ ਇਹ ਵਾਲੀ ਪੋਥੀ ਹੈਗੀ ਹੈ ਜਿਹੜੀ ਇੱਧਰ ਪਈ ਆ, ਹਾਂਜੀ ਜਿਹੜੀ ਵੱਡੀ ਆ, ਇਹ ਵਾਲੀ ਇਹ ਸੇਮ ਹੈਗੀ ਆ? ਜੇਕਰ ਇਹ ਇਤਿਹਾਸਿਕ ਹੈਗੀ ਆ ਤਾਂ ਫਿਰ ਸੇਮ ਹੋਏਗੀ। ਨਹੀਂ, ਬਟ ਉਹਦੇ ਪਿੱਛੇ ਤਾਂ ਬਲੌਕਸ ਲੱਗੇ ਹੋਏ ਜਿਹੜੀ ਦੀ ਮੋਟਾਈ ਬਲੌਕਸ ਜਿਹੜੇ ਆ ਨਾ, ਉਹ ਇਹਦੇ ਪਿੱਛੇ ਲੱਗਣੇ ਨੇ ਅਜੇ, ਉਹ ਲਾਉਣੇ ਨੇ। ਜਿਹੜੇ ਬਲੌਕਸ ਤੁਸੀਂ ਕਹਿ ਰਹੇ ਹੋ ਨਾ, ਆਹ ਵਾਲੇ ਇਹ ਸਪਾਈਨ ਸਟਿਫਨਰ ਕਹਿੰਦੇ ਆ ਇਹਨਾਂ ਨੂੰ, ਇਹ ਲਾਉਣੇ ਨੇ ਅਜੇ ਆਪਾਂ। ਚਾਹੇ ਅਲੱਗ ਤੋਂ ਇਹ ਇੱਕ ਪ੍ਰੋਸੈਸ ਚੱਲ ਰਹੀ ਹੈ ਹਿਸਟੋਰੀਕਲ ਬਾਈਂਡਿੰਗ ਦੀ, ਥੋੜਾ ਬਹੁਤਾ ਅੱਗੇ ਪਿੱਛੇ ਹੋ ਸਕਦਾ ਹੈ, ਕਿਉਂਕਿ ਬਾਈਂਡਿੰਗ ਵੀ ਇੱਕ ਤਰ੍ਹਾਂ ਦੀ ਨਹੀਂ ਆ, ਉਹ ਵੀ ਬਹੁਤ ਸਾਰੀ ਤਰ੍ਹਾਂ ਦੀ। ਇਹ ਵਨ ਆਫ ਦੋਜ਼ ਆਲ ਬਾਈਂਡਿੰਗ, ਉਹਨਾਂ 'ਚ ਇੱਕ ਹੈ, ਤੁਸੀਂ ਬਣਾ ਲਓਗੇ, ਤੁਸੀਂ ਹਿਸਟੋਰੀਕਲ ਬਣਾ ਰਹੇ ਹੋ, ਠੀਕ ਹੈ। ਜਿਹੜੀ ਇਹ ਵਾਲੀ ਪੋਥੀ ਹੈਗੀ ਹੈ ਜੀ, ਇਹ ਪਿੱਛੋਂ ਇਹਦੀ ਮੋਟਾਈ ਜ਼ਿਆਦਾ ਹੈ ਤੇ ਅੱਗੋਂ ਥੋੜੀ ਹੈ। ਇਹਦਾ ਰੀਜ਼ਨ ਇਹ ਹੈ, ਸਪਾਈਨ ਇਹਦੀ ਮੋਟੀ ਹੈ, ਬਹੁਤ ਸਾਰੇ ਕਾਰਨ ਹੋ ਸਕਦੇ। ਦੇਖੋ ਇਹਦੀ ਉਹ ਵੀ ਹੋ ਗਈ ਨਾ, ਚੇਂਜ ਹੋ ਗਈ ਸਟਰਕਚਰ, ਪਹਿਲਾਂ ਇਹ ਅੰਦਰ ਸੀਗੀ, ਮੈਨੂੰ ਐ ਲੱਗਦਾ ਕਿ ਇਹਦੀ ਦੁਬਾਰੇ ਕੀਤੀ ਗਈ ਹੈ,
ਕੁਛ ਇਹਦਾ ਬਾਈਂਡਿੰਗ ਦੁਬਾਰਾ ਕੀਤੀ ਇਹ ਬਾਈਂਡਿੰਗ ਹੈਗੀ ਆ ਹਾਂਜੀ ਇਹਦੇ ਨਾਲ ਜਿਹੜੀ ਪੋਥੀ ਹੈ ਬਾਹਰ ਨੂੰ ਵੀ ਨਿਕਲਦੀ ਹੈ ਸੈਂਟਰ ਦੇ ਵਿੱਚੋਂ ਨਹੀਂ ਨਿਕਲਦੀ ਆ ਇਹਦੀ ਉਹ ਹੋਈ ਹੈ ਖਰਾਬ ਹੋਈ ਹੈ ਮਤਲਬ ਟਾਈਮ ਦੇ ਨਾਲ ਏਜ ਵਧਣ ਕਰਕੇ ਬਹੁਤ ਕੁਝ ਹੋਇਆ ਇਹਨੂੰ ਲੱਕ ਤੋਂ ਅੰਦਰ ਲੱਕ ਤੋਂ ਹਾਂ ਅੰਦਰ ਹੋ ਗਈ ਲੱਕ ਤੋਂ ਆ ਦੇਖੋ ਨਾ ਆ ਦੇਖੋ ਐ ਨਹੀਂ ਹੋ ਗਈ ਇਹ ਪੇਪਰ ਤਾਂ ਉਹੀ ਹੈ ਸਟਿਫਨਰ ਨਾ ਹੋਣ ਦੇ ਕਰਕੇ ਸਪਾਈਨ ਹਾਂ ਹੋ ਸਕਦਾ ਮੇ ਵੀ ਇਹ ਉਹ ਪੁਰਾਤਨ ਹੋਏ ਉਸ ਤੋਂ ਬਾਅਦ ਸਪਾਈਨ ਸਟਿਫਨਰ ਲਾਤੇ ਉਹਨਾਂ ਨੇ ਇੱਕ ਸਵਾਲ ਹੋ ਰਿਹਾ ਹਾਂ ਲਿਥੋ ਦੇ ਵਿੱਚ ਬਣੀਆਂ ਗਈਆਂ ਹਾਂਜੀ 1891 ਹਾਂ ਲਿਥੋਗ੍ਰਾਫੀ ਪੱਥਰ ਛਾਪਾ ਜਿਹਨੂੰ ਕਹਿੰਦੇ ਆ ਨਾ ਆਪਾਂ 90 ਦੇ ਤਕਰੀਬਨ ਛੁੱਟੀ ਕਰਨੀ ਹੈ ਨਹੀਂ ਉਹ ਤਾਂ ਸਿਰਫ ਸੇਵਾ ਬੰਤੇ ਜਿਹੜਾ ਓਕੇ ਠੀਕ ਹੈ 1 ਸੈਕਿੰਡ ਉਹਦੇ ਵਿੱਚ ਜਿਹੜੀ ਬਾਈਂਡਿੰਗ ਮੈਂ ਦੇਖੀ ਵੀ ਉਹਦੇ ਵਿੱਚ ਇਹੀ ਬਾਈਂਡਿੰਗ ਮਿਲਦੀ ਅੱਛਾ ਤੇ ਜਿਹੜੀ ਹੁਣ ਬਾਈਂਡਿੰਗ 'ਚ ਵਿਗਾੜ ਆਇਆ ਉਹ ਕਿਹੜੇ ਸਮੇਂ ਦੇ ਪੀਰੀਅਡ ਦੇ ਵਿੱਚ ਜੇ ਤੁਹਾਡੀ ਕੋਈ ਨੌਲੇਜ ਸਮੇਂ ਦੇ ਨਹੀਂ ਨੌਲੇਜ ਕੁਛ ਨਹੀਂ ਹੈ ਇਹਦੇ 'ਚ ਪ੍ਰਿੰਟਡ ਸਰੂਪ ਜਦੋਂ ਤੋਂ ਆਣੇ ਸ਼ੁਰੂ ਹੋਏ ਨਾ ਪੱਥਰ ਛਾਪੇ ਤੋਂ ਬਾਅਦ ਵਾਲੇ ਉਹਦੇ 'ਚ ਵੀ ਤੁਹਾਨੂੰ ਇਹ ਵਾਲੀ ਸਟਰਕਚਰ ਮਿਲੇਗੀ ਸਟੈਪ ਸਟਿਚ ਨਹੀਂ ਮਿਲੇਗੀ ਉਹਦੇ 'ਚ ਤੁਹਾਨੂੰ ਪੱਥਰ ਪ੍ਰਿੰਟਡ 'ਚ ਵੀ ਇਹ ਮਿਲੇਗੀ ਜੇ ਤੁਹਾਡੇ ਕੋਲ ਤੁਸੀਂ ਕਹਿੰਦੇ ਨਾ ਪ੍ਰਿੰਟਡ ਸਰੂਪ ਨੇ ਕੁਝ ਉਹਨਾਂ 'ਚ ਇਹ ਮਿਲੇਗੀ ਇਹ ਥੋੜੀ ਲੇਟੈਸਟ ਹੈ ਜਿਹੜਾ 1920 ਦਾ ਪਹਿਲਾ ਮਹਾਨ ਕੋਸ਼ ਛਪਿਆ ਉਹਦੇ ਉੱਤੇ ਵੀ ਇਹੀ ਹੈ ਹਾਂ ਇਹ ਵੀ ਤੁਹਾਨੂੰ ਮਿਲਣਗੀਆਂ ਇਹਦੇ 'ਚ ਨਾ ਇੱਕ ਧਾਗੇ ਹੁੰਦੇ ਲੰਬੇ ਜੀ ਇਹ ਵੀ ਤੁਹਾਨੂੰ ਮਿਲਣਗੇ ਰਸੈਸਟ ਕਾਰਡ ਬਾਈਂਡਿੰਗ ਹੁੰਦੀ ਹੈ ਜੇ ਤੁਸੀਂ ਆਨਲਾਈਨ ਲੱਭਣਾ ਹੋਇਆ ਤੁਹਾਨੂੰ ਕਾਫੀ ਮਦਦ ਹੋਏਗੀ ਆਪਣੇ ਗੁਰੂ ਕੋ ਹੱਥ ਲਿਖਤ ਹੈਗੇ ਆ ਉਹਨਾਂ ਦੀ ਇਹ ਵਾਲੀ ਬਾਈਂਡਿੰਗ ਹੈਗੀ ਆ ਓਕੇ ਜਿੱਦਾਂ ਸਾਡੇ ਉੱਤੇ ਫਗਵਾੜੇ ਗੁਰਦੁਆਰਾ ਸਾਹਿਬ ਇੱਕ ਪਈ ਹੋਈ ਭਾਈ ਗੁਰਦਾਸ ਜੀ ਦੀ ਹਸਤ ਲਿਖਿਤ ਪਈ ਹੋਈ ਓਕੇ ਉਹਦੇ ਪੰਨੇ ਬਹੁਤ ਫਿਰਦੇ ਪਏ ਸੀ ਤਾਂ ਕਰਕੇ ਪੁੱਛਿਆ ਸੀ ਉਹ ਇਹਨਾਂ ਦਾ ਹੱਲ ਸਿਰਫ ਕੰਜ਼ਰਵੇਸ਼ਨ ਹੈ ਤੁਸੀਂ ਉੱਥੇ ਲਿੰਕ ਹੋਏ ਤੁਹਾਡਾ ਜੇ ਉਹ ਮਤਲਬ ਰੈਡੀ ਹੋਣ ਤਾਂ ਉਹ ਸਰੂਪ ਨੂੰ ਚੰਡੀਗੜ੍ਹ ਭੇਜ ਸਕਦੇ ਨੇ ਜਾਂ ਫਿਰ ਲੌਂਗ ਟਰਮ 'ਚ ਪਾ ਕੇ ਅਸੀਂ ਉੱਥੇ ਕਰ ਸਕਦੇ ਹਾਂ ਸੇਵਾ ਇਹੋ ਜਿਹੀ ਕੋਈ ਵੀ ਸੇਵਾ ਹੋਏ ਪੋਥੀ ਹੋਏ ਗੁਰੂ ਸਾਹਿਬ ਦੀ ਛੋਟੀ ਪੋਥੀ ਪੱਤਰਾ ਹੁਕਮਨਾਮਾ ਗੁਰਬਾਣੀ ਦਾ ਕੁਛ ਵੀ ਸਪੈਸ਼ਲੀ ਗੁਰਬਾਣੀ ਕਿਉਂਕਿ ਪੰਜਾਬੀ ਲਿਟਰੇਚਰ ਵੀ ਬਹੁਤ ਜ਼ਿਆਦਾ ਹੈ ਉਹ ਪੋਸੀਬਿਲਿਟੀ ਨਹੀਂ ਹੈਗੀ ਅਜੇ ਫਿਲਹਾਲ ਪਰ ਗੁਰਬਾਣੀ ਦਾ ਕੋਈ ਵੀ ਪੋਥੀ ਤੁਹਾਡੇ ਘਰਾਂ 'ਚ ਜਾਂ ਗੁਰਦੁਆਰਿਆਂ 'ਚ ਜਾਂ ਇਹੋ ਜਿਹੀ ਜਗ੍ਹਾ 'ਤੇ ਹੋਏ ਤਾਂ ਉਹਨੂੰ ਅਸੀਂ ਫ੍ਰੀ ਆਫ ਕਾਸਟ ਕਰਦੇ ਹੈਗੇ ਆ ਉਹ 'ਚ ਕੋਈ ਪਰ ਜੇ ਤੁਸੀਂ ਉੱਥੇ ਲਿਆ ਸਕਦੇ ਹੋ ਤਾਂ ਉਹ ਬਹੁਤ ਵਧੀਆ ਹੈ ਨਹੀਂ ਤਾਂ ਫਿਰ ਉੱਥੇ ਆ ਕੇ ਵੀ ਕਰ ਦਿੰਦੇ ਆ ਤੁਸੀਂ ਉਹ ਕੋਈ ਵੀ ਲਿੰਕ ਹੋਏ ਤੁਸੀਂ ਉਹਨੂੰ ਬਿਨਾਂ ਝਿਜਕ ਦੱਸ ਸਕਦੇ ਹੋ ਮਹਾਰਾਜ ਕਿਰਪਾ ਕਰਨਗੇ ਤੇ ਹੋ ਜਾਏਗਾ ਜਿਵੇਂ ਦੂਸਰੀ ਨੂੰ ਪਹਿਲੀ ਚਲਾਦਾ ਤੀਸਰੀ ਨੂੰ ਦੂਸਰੀ ਚਲਾਉਣੀ ਜਿਵੇਂ ਉੱਪਰੋਂ ਧਾਗਾ ਘੁੰਮ ਗਿਆ ਨਾ ਇੱਕ ਸਾਈਡ ਤੋਂ ਤਾਂ ਜੁੜਿਆ ਹੋਣਾ ਕਿਉਂਕਿ ਉਹਨੇ ਪਹਿਲੇ ਤੋਂ ਦੂਜੇ ਤੋਂ ਤੀਜੇ 'ਤੇ ਜਾ ਰਿਹਾ ਪਰ ਜਦੋਂ ਉੱਧਰ ਆਏਗਾ ਉਹਨੇ ਜੁੜਨਾ ਕਿਤੇ ਜੇ ਉਹਨੂੰ ਚੱਕ ਲੋਗੇ ਉਧਰੋਂ ਐਂ ਰਹਿ ਜਾਊਗਾ ਖਾਲੀ ਉਧਰੋਂ ਐਂ ਰਹਿ ਜਾਏਗਾ ਕੋਈ ਉਹਨੂੰ ਥੱਲੇ ਘੁਮਾ ਕੇ ਕਰਨਾ ਲਿੰਕ ਹੀ ਬਸ ਬਣਿਆ ਦਾ ਦੇਖੋ ਲਿੰਕ ਜਿਹੜਾ ਨਾ ਦੋਨੋਂ ਸਾਈਡ ਤੇ ਦਿਖ ਰਹੇ ਨੇ ਲਿੰਕ ਸਿਰਫ ਥੱਲੇ ਵਾਲਿਆਂ ਨੂੰ ਛੱਡ ਕੇ ਇੱਥੇ ਆਪਣੀ ਗੰਢ ਹੁੰਦੀ ਹੈ ਇੱਥੇ ਆ ਲਿੰਕ ਬਣ ਰਿਹਾ ਇੱਥੇ ਦੂਜੇ 'ਚ ਚਲਾ ਗਿਆ ਇੱਥੇ ਤਾਂ ਲਿੰਕ ਦੀ ਲੋੜ ਹੀ ਕੋਈ ਨਹੀਂ ਹੈ ਇਹ ਤਾਂ ਆਲਰੇਡੀ ਆਪਾਂ ਧਾਗੇ ਨੂੰ ਉਹਦੇ ਨਾਲ ਲਿੰਕ ਕਰ ਹੀ ਰਹੇ ਹਾਂ ਇਹ ਤਾਂ ਹੋ ਗਿਆ ਪੱਕਾ ਠੀਕ ਹੈ ਹੁਣ ਇੱਥੇ ਤੀਜੇ 'ਤੇ ਆ ਜਾਓ ਇੱਥੇ ਆ ਜਾਓ ਤੀਸਰੇ ਕੁਆਇਰ 'ਤੇ ਇਹ ਆ ਦੇਖੋ ਇੱਥੋਂ ਤਾਂ ਅੰਦਰ ਗਿਆ ਹੈ ਦੂਜੇ ਤੋਂ ਤੀਜੇ 'ਤੇ ਗਿਆ ਵਾ ਇੱਥੋਂ ਤਾਂ ਲਿੰਕ ਹੈ ਹੀ ਹੈ ਇੱਥੇ ਲੋੜ ਨਹੀਂ ਹੈ ਪਰ ਤੀਜੇ ਤੋਂ ਜਦੋਂ ਇੱਧਰ ਆਇਆ ਤੇ ਜੇ ਇਹਨੂੰ ਚੌਥੇ 'ਚ ਲੈ ਗਏ ਤੇ ਆਹ ਲਿੰਕ ਤਾਂ ਨਾ ਬਣਿਆ ਨਾ ਪੋਥੀ ਸਾਡੀ ਐਂ ਹੋ ਜੂਗੀ ਐਂ ਟੁੱਟ ਜੂਗੀ ਐਂ ਉਧਰੋਂ ਜੁੜੀ ਇੱਧਰੋਂ ਜੁੜੀ ਨਹੀਂ ਤਾਂ ਕਰਕੇ ਇੱਥੇ ਲਿੰਕ ਬਣਾਉਂਦੇ ਹਮੇਸ਼ਾ ਹੀ ਲਿੰਕ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਵਨ ਆਫ ਦੋਜ਼ ਹੈ ਕਿ ਆਪਾਂ ਇੱਥੋਂ ਲਿਆ ਕੇ ਇਹਨੂੰ ਅੰਦਰ ਨੂੰ ਕੱਢ ਦਿੰਦੇ ਅੰਦਰ ਨੂੰ ਕਈ ਵਾਰੀ ਐਂ ਬਾਹਰ ਦੀ ਵੀ ਹੁੰਦਾ ਹੈ ਨਾ ਕਈ ਵਾਰੀ ਬਾਹਰ ਦੀ ਵੀ ਹੁੰਦਾ ਤੇ ਲਿੰਕ ਸਟਿਚ ਇੱਕ ਪਾਸੇ ਹੋਏਗਾ ਹਮੇਸ਼ਾ ਇਹ ਕੁਆਇਰ 'ਚ ਤੇ ਇੱਕ ਪਾਸੇ ਵਨ ਕੁਆਇਰ ਥ੍ਰੈਡ ਇਜ਼ ਗੋਇੰਗ ਫਰਮ ਵਨ ਕੁਆਇਰ ਟੂ ਅਨਦਰ ਇੱਕ ਕੁਆਇਰ 'ਚੋਂ ਬਾਹਰ ਆ ਰਿਹਾ ਦੂਜੇ 'ਚ ਜੰਪ ਕਰ ਰਿਹਾ ਉਧਰ ਜਾ ਰਿਹਾ ਉਧਰ ਜਾ ਕੇ ਲਿੰਕ ਬਣਾ ਰਿਹਾ ਐਂ ਠੀਕ ਹੈ ਫਿਰ ਅਗਲਾ ਰੱਖਤਾ ਅਗਲੇ 'ਚ ਅੰਦਰ ਜਾ ਰਿਹਾ ਮੂਵ ਕਰ ਰਿਹਾ ਬਾਹਰ ਆ ਰਿਹਾ ਹੁਣ ਇੱਧਰੋਂ ਲਿੰਕ ਬਣਾਤਾ ਇੱਧਰ ਠੀਕ ਹੈ ਅੰਦਰ ਚਲਾ ਗਿਆ ਇੱਥੇ ਲਿੰਕ ਦੀ ਲੋੜ ਨਹੀਂ ਅੰਦਰ ਚਲਾ ਗਿਆ ਮੂਵ ਕੀਤਾ ਇੱਧਰ ਆ ਰਿਹਾ ਲਿੰਕ ਬਣਾ ਰਿਹਾ ਐਂ ਕਰਕੇ ਫਿਰ ਅਗਲੇ ਚਲਾ ਗਿਆ ਅੰਦਰ ਚਲ ਗਿਆ ਲਿੰਕ ਦੀ ਲੋੜ ਨਹੀਂ ਇੱਧਰ ਆ ਰਿਹਾ ਲਿੰਕ ਬਣਾ ਰਿਹਾ ਇਹ ਲਿੰਕ ਸਟਿਚ ਹੈ ਇਹ ਸਟਰਕਚਰ ਹੈ ਸਾਡੇ ਅਸੀਂ ਮਤਲਬ ਡਿਫਰੈਂਟ ਕੁਆਇਰਸ ਨੂੰ ਤਾਂ ਜੋੜ ਲਿਆ ਬਟ ਇੱਕ ਕੁਆਇਰ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਮਲਟੀਪਲ ਪੇजेस ਨੇ ਉਹਨਾਂ ਨੂੰ ਸਿੰਪਲ ਗਲੂ ਨਾਲ ਨਹੀਂ ਤੁਸੀਂ ਸਮਝੇ ਨਹੀਂ ਕੁਆਇਰ ਦੇ ਵਿੱਚੋਂ ਜਾ ਰਿਹਾ ਧਾਗਾ ਜਿਹੜਾ ਨਾ ਤੁਹਾਡਾ ਇਕੱਲੇ ਇੱਕ ਫੋਲੀਓ ਥੋੜੀ ਜਾ ਰਿਹਾ ਬਾਈ ਫੋਲੀਓ ਥੋੜੀ ਜਾ ਰਿਹਾ ਆਹ ਤੁਸੀਂ ਐਂ ਕਰਕੇ ਰੱਖਿਆ ਇਹ ਹਮੇਸ਼ਾ ਵਿੱਚੋਂ ਜਾ ਰਿਹਾ ਤੁਹਾਡੇ ਇੱਥੋਂ ਜਾ ਰਹੀ ਸੂਈ ਅੰਦਰੋਂ ਇੱਥੋਂ ਸਾਰੇ ਜੁੜ ਗਏ ਨਹੀਂ ਮੈਂ ਆਈ ਮੀਨ ਜਦੋਂ ਅਸੀਂ ਫੋਰ ਐਗਜ਼ਾਮਪਲ ਤੁਸੀਂ ਕਹਿੰਦੇ ਸੀ ਕਿ ਵੱਖਰੇ ਵੱਖਰੇ ਕੁਆਇਰ ਲੈ ਕੇ ਫਿਰ ਉਹਨਾਂ ਨੂੰ ਸਿੰਕ ਇਕੱਠੇ ਕਰਦੇ ਸੀ ਤੇ ਬਾਈਂਡਿੰਗ ਲਈ ਫਿਰ ਬਾਈਂਡਰ ਕੋ ਭੇਜਦੇ ਸੀ ਨਾ ਇਹਨਾਂ ਮੰਨ ਲਓ ਇਹਨਾਂ ਕੋਲ ਇੱਕ ਕੁਆਇਰ ਹੈ ਇਹ ਉਹ ਘੱਟੋ ਘੱਟ ਮਤਲਬ 4 ਪੇजेस ਤਾਂ ਹੋਣਗੇ ਹੈ ਨਾ ਉਹਨਾਂ 4 ਪੇजेस ਨੂੰ ਨਹੀਂ ਉਦੋਂ ਇਕੱਠਾ ਕੀਤਾ ਹੋਏਗਾ ਉਹੀ ਦੱਸ ਰਹੇ ਆ ਜਿਹੜੇ ਬੰਦੇ ਨੇ ਮੇਰੇ ਕੋ ਮੈਂ ਲਿਖਣਾ ਚਾਹੁੰਦਾ ਸਰੂਪ ਠੀਕ ਹੈ ਮੈਂ ਇਦਾਂ ਦੇ ਕੁਆਇਰ ਕਿਤੋਂ ਲਏ ਕਿਸੇ ਮੁਸਲਮਾਨ ਕੋਲ ਲਏ ਕਿ ਮੈਨੂੰ ਕੁਆਇਰ ਬਣਾ ਕੇ ਦੇ ਮੈਂ ਡਿਸਟ੍ਰੀਬਿਊਟ ਕਰ ਦਾਂਗਾ ਆਪਣੇ ਸਿੰਘਾਂ 'ਚ ਕਿਉਂ ਕੁਆਇਰ ਬਣੇ ਬਣਾਏ ਜਾਂਦੇ ਸੀ ਜਾਂ ਸਿੰਘ ਬਣਾਉਂਦੇ ਸੀ देयर इज अ पॉसिबिलिटी ਕਿ ਆਪਣੇ ਉਹ ਕਿਵੇਂ ਬਣਾਉਂਦੇ ਸੀ ਉਹ ਬਸ ਐਵੇਂ ਜਿਹੜੀ ਕੁਆਇਰ ਬਣਾਉਣ ਦੀ ਟੈਕਨੀਕ ਦੱਸੀ ਹੈ ਜਾਂ ਤਾਂ ਉਹ 4 ਪੇਜ ਲੈ ਕੇ ਫੋਲਡ ਕਰ ਦਿੰਦੇ ਸੀ ਜਾਂ ਐਵੇਂ ਦਾ ਬਣਾਉਂਦੇ ਸੀ ਫੋਲਡ ਕਰਕੇ ਇੱਥੋਂ ਕਟਿੰਗ ਕਰ ਦਿੰਦੇ ਸੀ ਕਿ ਕੁਆਇਰ ਬਣ ਜਾਂਦਾ ਸੀ
ਉਹ ਕੁਆਇਰ ਇੱਕ ਮੈਂ ਆਪਣੇ ਕੋਲ ਰੱਖ ਲੈਂਦਾ ਸੀਗਾ। ਮੈਂ ਕਹਿੰਦਾ ਸੀ ਮੈਂ ਜਪਜੀ ਸਾਹਿਬ ਤੋਂ ਲੈ ਕੇ ਰਹਿਰਾ ਸਾਹਿਬ ਤੱਕ ਲਿਖਾਂਗਾ, ਠੀਕ ਹੈ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾਉਣਾ। ਇੱਕ ਕੁਆਇਰ ਮੈਂ ਕਿਤੇ ਪੋਸੀਬਿਲਿਟੀ ਹੈ ਕਿ ਬੰਦਾ ਇਕੱਲਾ ਵੀ ਲਿਖਦਾ ਹੋਏ, ਬਟ ਜਿਵੇਂ ਸਾਨੂੰ ਰਿਸਰਚ 'ਚ ਮਿਲਦਾ ਹੈ ਕਿ ਬਾਣੀ ਖਤਮ ਹੋ ਜਾਂਦੀ ਹੈ ਇੱਥੇ ਪਿਛਲੇ ਅੰਗ ਤੇ, ਆਹ ਪੂਰਾ ਅੰਗ ਖਾਲੀ ਹੁੰਦਾ ਤੇ ਉਹੀ ਅੱਖਰ ਜਿਹੜਾ ਅੱਗੇ ਸ਼ੁਰੂ ਹੋ ਰਿਹਾ ਮੇ ਬੀ ਸਟਿਚਿੰਗ ਜਦੋਂ ਮਤਲਬ ਸਟਿਚਿੰਗ ਕਰਨੀ ਉਦੋਂ ਕੁਆਇਰਸ ਨੂੰ ਇੱਕ ਦੂਜੇ ਨਾਲ ਸਟਿਚਿੰਗ ਦੇ ਦੌਰਾਨ ਸਾਰੇ ਕੁਆਇਰ ਗੁਰਬਾਣੀ ਲਿਖ ਲੈਂਦੀ ਸੀ। ਮੈਂ ਪੁੱਛ ਲੈਂਦਾ ਸੀ ਸਾਰਿਆਂ ਕੋ ਕੰਪਲੀਟ ਹੋ ਗਿਆ, ਮੈਂ ਆਪਣੇ ਕੋ ਮੰਗਵਾਉਂਦਾ ਸੀਗਾ, ਮੈਂ ਸਾਰੇ ਚੱਕ ਕੇ ਬਾਈਂਡਰ ਨੂੰ ਦੇ ਦਿੰਦਾ ਸੀਗਾ, ਉੱਤੇ ਪੰਨਾ ਨੰਬਰ ਲਿਖ ਦਿੰਦਾ ਸੀਗਾ। ਸੋ ਪੋਸੀਬਿਲਿਟੀ ਹੈ ਕਿ ਪੰਨੇ ਨੰਬਰ ਬਾਅਦ 'ਚ ਲਿਖੇ ਜਾਂਦੇ ਹੋਣਗੇ, ਪੋਸੀਬਿਲਿਟੀ ਹੈਗੀ ਹੈ। ਜੇ ਬਾਈਂਡਿੰਗ ਤਤਕਰੇ ਦੇ ਨਾਲ ਲਿਖੇ ਜਾਂਦੇ ਤਤਕਰੇ ਦੇ ਨਾਲ ਲਿਖ ਜਾਂਦੇ, ਫਿਰ ਹੋ ਸਕਦਾ ਹੈ ਤਤਕਰਾ ਵੀ ਬਾਅਦ 'ਚ ਲਿਖਿਆ ਜਾਂਦਾ ਹੋਵੇਗਾ, ਕਿਉਂਕਿ ਜਿਹੜੇ ਪੰਨੇ ਨੰਬਰ ਆ ਉਹ ਤਾਂ ਹੀ ਪਤਾ ਲੱਗਣਗੇ ਜੇ ਤਤਕਰਾ ਬਾਅਦ 'ਚ ਲਿਖਾਂਗੇ ਤੇ। ਤਤਕਰੇ ਦੇ ਨਾਲ ਹੀ ਲਿਖੇ ਜਾਂਦੇ। ਇਹ ਵੀ ਇੱਕ ਆਪਣੇ ਆਪ 'ਚ ਸੱਚ ਹੈ ਕਿ ਤਤਕਰਾ ਅਸੀਂ ਬਾਅਦ 'ਚ ਲਿਖਦੇ ਸੀਗੇ ਤੇ ਤਾਂ ਹੀ ਪੰਨੇ ਨੰਬਰ ਡਿਸਕ੍ਰਾਈਬ ਹੁੰਦੇ ਸੀ, ਕਿਹੜੇ ਪੰਨੇ ਤੋਂ ਕਿਹੜੀ ਬਾਣੀ ਸ਼ੁਰੂ ਹੋਈ, ਕਿਹੜਾ ਸ਼ਬਦ ਸ਼ੁਰੂ ਹੋਇਆ, ਹੈ ਨਾ। 8 ਅੰਗ ਬਾਅਦ ਵੀ ਇੱਕ ਨੰਬਰ ਆਉਂਦਾ ਹੈ। ਹਾਂ, ਇਹ ਵੀਰ ਜੀ ਦੀ ਆਪਣੀ ਮਤਲਬ ਜਦੋਂ ਇਹਨਾਂ ਨੇ ਜ਼ਿਆਦਾ ਦਰਸ਼ਨ ਕੀਤੇ ਨੇ ਅਲੱਗਾ ਨੰਬਰ ਹੁੰਦੇ ਨੇ, ਉਹ ਫਿਰ ਪਤਾ ਕੀ ਹੁੰਦਾ, ਕੁਆਇਰ ਨੰਬਰ ਹੈ, ਦੈਟ ਇਜ਼ ਕੁਆਇਰ ਨੰਬਰ। ਇੱਕ ਅਲੱਗਾ ਨੰਬਰ ਆਉਂਦਾ ਨਾ ਜਿਹੜਾ, ਉਹ ਕੁਆਇਰ ਨੰਬਰ ਆ। ਕੁਆਇਰ ਨੰਬਰ 1 ਕਿਹਦੇ ਕੋਲ ਅੱਛਾ ਉਹ ਸਿੰਘ ਕੋਲ ਹੈ, ਕੁਆਇਰ ਨੰਬਰ 2 ਕਿਹਦੇ ਕੋਲ ਅੱਛਾ ਉਹ ਸਿੰਘ ਆ, 3 4 ਕਿਹਦੇ ਕੋਲ ਅੱਛਾ ਉਹਦੇ ਕੋਲ ਹੈ। ਨੰਬਰ ਲਿਖ ਲੈਂਦਾ ਸੀ ਕਿ ਮੇਰੇ ਕੋਲ ਇੰਨੇ ਕੁਆਇਰ ਸੀਗੇ, ਕਿਉਂਕਿ ਉਦੋਂ ਉਹ ਸਿੰਗਲ ਸ਼ੀਟ ਤੇ ਨਹੀਂ ਲਿਖਦੇ ਸੀਗੇ। ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਡਬਲ ਸ਼ੀਟ ਤੇ ਮਤਲਬ ਬਾਈਫੋਲੀਓ ਤੇ ਲਿਖੋ। ਕੁਆਇਰ ਬਣਾਉਣ ਦੀ ਟੈਕਨੀਕ 2 ਤੇ ਇਹ ਨੇ, ਬਾਕੀ ਤੁਸੀਂ ਇੰਟਰਨੈਟ ਤੋਂ ਸਰਚ ਕਰ ਸਕਦੇ ਹੋ ਵੀ ਕਿਵੇਂ ਬਣੂਗਾ। ਤਤਕਰਾ ਇਹ ਵੀਰ ਜੀ ਦੱਸਣਗੇ। ਤਤਕਰਾ ਇਨ ਇੰਗਲਿਸ਼ ਵੀ ਥੋੜਾ ਜਿਹਾ ਪ੍ਰੈਕਟਿਕਲ ਕਰਨਾ ਕਰ ਲਈ, ਸਮਾਂ ਬਹੁਤ ਜ਼ਿਆਦਾ। ਹਾਂ, ਆਪਾਂ ਨਿਕਲ ਲੱਗੇ ਦਵਾ ਦਵਾ ਇਹਨੂੰ ਕੰਪਲੀਟ ਕਰਨਾ। ਕੰਟੈਂਟ ਜਿਹੜੇ ਸਵਾਲ ਹੈਗੇ ਆ ਭਾਈ ਸਾਹਿਬ ਦਾ ਨੰਬਰ ਮੈਂ ਹਾਂ, ਤੁਸੀਂ ਮੈਨੂੰ ਕਰ ਲਿਓ ਕਾਲ, ਰਾਈਟ, ਕਿਉਂਕਿ ਆਪਾਂ ਨੂੰ ਇਹ ਬਹੁਤ ਲੰਬੀ ਹੈ ਥੋੜੀ ਜਿਹੀ ਪ੍ਰੋਸੈਸ। ਸੋ ਫਾਈਨਲ ਸਟੈਪ ਹੈ? ਨਹੀਂ ਅਜੇ ਤੇ ਸ਼ੁਰੂਆਤ ਹੈ, ਤੁਹਾਨੂੰ ਕਿਤਾਬਾਂ ਮਿਲੀਆਂ ਹੈਗੀਆਂ, ਸ਼ੁਰੂਆਤ ਹੈ। ਤੁਸੀਂ ਧਾਗਾ ਵੀ ਪਾ ਕੇ ਹਾਂ, ਆਪਾਂ ਇਹਨੂੰ 10 ਮਿੰਟ 'ਚ ਕੰਪਲੀਟ ਕਰਾਂਗੇ ਦਵਾ ਦਵ। ਉਸ ਤੋਂ ਬਾਅਦ ਹੁਸ਼ਿਆਰ ਸਿੰਘ ਜੀ ਤੁਹਾਨੂੰ ਉਹ ਵਾਲਾ ਸਿਖਾਉਣਗੇ ਜਿਹੜਾ ਐਂਡ ਬੈਂਡ ਹੈਗਾ, ਇੱਕ ਅਲੱਗ ਤਰ੍ਹਾਂ ਦਾ, ਉਹ ਬੇਸਿਕ ਹੈ, ਮਤਲਬ ਇੱਦਾਂ ਦਾ ਹੈ, ਸੌਰਟ ਆਫ ਇੱਦਾਂ ਦਾ ਹੈ, ਇਹ ਹੈ ਇੱਦਾਂ ਦਾ। ਆਪਣੇ ਕੋਲ ਨਾ ਸਮਾਂ ਚ ਕਿੰਨਾ ਟਾਈਮ ਆਪਣੇ ਕੋਲ? ਵੈਸੇ 7 ਮਿੰਟ ਰਹਿ ਗਏ ਆ। ਤੋ ਆਪਾਂ ਨੂੰ ਉਹ 'ਚ ਅੱਧਾ ਘੰਟਾ ਐਟਲੀਸਟ ਲੱਗੂਗਾ, ਸਿੰਪਲ ਵਾਲਾ ਕਰਤਾ ਨਾ, ਜ਼ਿਆਦਾ ਕੰਪਲੈਕਸ ਨਹੀਂ ਕੀਤਾ ਹੈਗਾ, ਠੀਕ ਹੈ। ਇਹ ਵਾਲਾ ਆਪਾਂ ਐਂਡ ਬੈਂਡ ਤਿਆਰ ਕਰਾਂਗੇ, ਇਹ ਹਿਸਟੋਰੀਕਲੀ ਹੈ ਇਹ ਵਾਲਾ। ਤੇ ਕੁਐਸਚਨ ਕੋਈ ਵੀ ਹੋਏਗਾ ਤੁਹਾਡੇ ਮਾਈਂਡ 'ਚ, ਤੁਸੀਂ ਮੈਨੂੰ ਫੋਨ ਕਰ ਲਿਓ, ਈਮੇਲ ਕਰ ਦਿਓ, ਟੈਕਸਟ ਕਰ ਦਿਓ, ਵਟਐਵਰ। ਭਾਈ ਸਾਹਿਬ ਦਾ ਨੰਬਰ ਆਪਣੇ ਗਰੁੱਪ 'ਚ ਸਾਂਝਾ ਕਰ ਦਿਓ। ਹਾਂ, ਗਰੁੱਪ 'ਚ ਭੇਜ ਦਿਓ, ਉਹ ਤੁਸੀਂ ਗੱਲ, ਕਿਉਂਕਿ ਇਹ ਨਾ ਥੋੜਾ ਲੰਬਾ ਪ੍ਰੋਸੈਸ ਹੈ। ਜਿਹੜਾ ਆਪਾਂ ਤੁਸੀਂ ਦੱਸਿਆ ਕਿ ਆਪਾਂ ਇਹ ਕਰਨਾ ਹੈਗਾ, ਹਾਂਜੀ, ਤੇ ਇਹ ਸਮਾਂ ਪਾ ਕੇ ਜਿੱਦਾਂ ਪੋਥੀ ਸੈਂਟਰ ਦੇ ਵਿੱਚ ਬਾਹਰ ਆ ਜਾਂਦੀ ਆ, ਨਹੀਂ ਉਹ ਇਹਦੇ ਕਾਰਨ ਨਹੀਂ ਹੈਗੀ, ਉਹ ਹੋਰ ਵੀ ਕਾਰਨ ਨੇ। ਵੀ ਜਿਹੜੀ ਇੱਧਰ ਨੀਚੇ ਵਾਲੀ ਪੋਥੀ ਨਹੀਂ, ਇਹ ਕਾਰਨ ਨਹੀਂ ਹੈਗੇ, ਬਹੁਤ ਸਾਰੇ ਕਾਰਨ ਨੇ ਉਹਦੇ। ਜਦੋਂ ਆਪਾਂ ਪਾਠ ਕਰਦੇ ਹਾਂ ਨਾ, ਲੈਟਸ ਸਪੋਜ਼ ਇਹ ਪੋਥੀ ਬਹੁਤ ਯੂਜ਼ ਹੋਈ ਹੈ, ਜਦੋਂ ਆਪਾਂ ਪਾਠ ਕਰਦੇ ਹਾਂ ਨਾ, ਆਪਾਂ ਇੱਥੋਂ ਕਰਦੇ ਹਾਂ, ਇੱਥੋਂ ਕਰਦੇ ਹਾਂ, ਟੱਚ ਕਰ ਰਹੇ ਹਾਂ, ਐਦਾਂ ਕਰ ਰਹੇ ਹਾਂ, ਕੱਸ ਰਿਹਾ, ਪਤਲਾ ਹੋ ਰਿਹਾ, ਥਿਨ ਹੋ ਰਿਹਾ, ਪੇਪਰ ਥਿਨ ਹੋ ਰਿਹਾ, ਤਾਂ ਇੱਧਰੋਂ ਇਹਦੀ ਘਟ ਜਾਂਦੀ ਹੈ ਹਮੇਸ਼ਾ ਹੀ। ਔਰ ਦੂਜੀ ਇਹਦੇ 'ਚ ਤਾਂ ਪ੍ਰੋਬਲਮ ਆ ਕਿ ਬਾਹਰ ਨੂੰ ਆ ਰਹੀ ਹੈ। ਬਟ ਜਿਵੇਂ ਸਾਡੇ ਅੰਗ ਜਿਹੜੇ ਹੁੰਦੇ ਨਾ ਗੁਰੂ ਸਾਹਿਬ ਦੇ, ਮੋਸਟਲੀ ਜਿੱਥੇ ਵੀ ਆਪਾਂ ਟੱਚ ਕਰਦੇ ਹਾਂ ਨਾ, ਉੱਥੇ ਉਹ ਬਰੀਕ ਹੋ ਜਾਂਦੇ ਨੇ ਸਾਡੇ ਇੱਥੋਂ ਰਗੜ ਲੱਗਣ ਦੇ ਨਾਲ। ਇਹ ਅੰਗ ਇੱਧਰੋਂ ਹਮੇਸ਼ਾ ਹੀ ਵੀਕ ਹੋ ਜਾਣਗੇ, ਔਰ ਦੇਖੋਗੇ ਇੱਥੇ ਹਮੇਸ਼ਾ ਹੀ ਵੀਕ ਹੋਣਗੇ ਇੰਨੇ ਅੰਗ। ਆਹ ਵਾਲਾ ਪੋਰਸ਼ਨ ਜਿਹੜਾ ਸਾਰਾ ਹੀ ਵੱਖਰਾ ਦਿਖੂਗਾ। ਇਹਦੇ ਬਹੁਤ ਸਾਰੇ ਕਾਰਨ ਹੈ, ਮਤਲਬ ਅਜੇ ਬਹੁਤ ਸਾਰੀ ਰਿਸਰਚ ਕਰਨੀ ਜ਼ਰੂਰੀ ਹੈ, ਬਹੁਤ ਸਾਰੀ, ਜਿਹਦੇ 'ਚ ਤੁਸੀਂ ਕਰ ਸਕਦੇ ਹੋ, ਕੋਈ ਕਰਨਾ ਚਾਹੇ ਤਾਂ। ਨੈਕਸਟ ਜਲਦੀ ਕਰਾਂਗੇ, ਠੀਕ ਹੈ। ਆਪਾਂ ਕੀਤਾ, ਉਹ ਕੁਆਇਰ ਬਣ ਗਿਆ ਸੀਗਾ ਸਾਡਾ, ਸਟਿਚਿੰਗ ਹੋ ਗਈ ਸੀਗੀ। ਆਪਾਂ ਉਹਦੇ ਵਿੱਚ ਉਹਨੂੰ ਆਪਾਂ ਇਕੱਠਾ ਕਰਕੇ ਵੇਟ ਲਾਤਾ, ਔਰ ਥੋੜੀ ਜਿਹੀ ਇੱਥੇ ਪੇਸਟ ਲਾਤੀ ਹੈ ਤਾਂ ਕਿ ਸਟੇਬਲ ਰਹੇ। ਨੈਕਸਟ, ਇਹ ਤੁਹਾਡੇ ਹੈਗੇ ਸਪਾਈਨ ਸਟਿਫਨਰ, ਠੀਕ ਹੈ। ਇਹ 2 ਸਪਾਈਨ ਸਟਿਫਨਰ ਤਿਆਰ ਕੀਤੇ ਆਪਾਂ, ਇਹ ਵੱਖਰੀ ਤਰ੍ਹਾਂ ਦੇ, ਜਿੱਦਾਂ ਇਹਦੇ 'ਚ ਪੇਪਰ ਦਾ ਹੈ, ਇਹ ਆਪਾਂ ਟੈਕਸਟਾਈਲ ਨਾਲ ਤਿਆਰ ਕੀਤੇ। ਲੀਨਨ ਨੂੰ ਇੱਦਾਂ ਕਵਰ ਕਰ 2-3 ਲੇਅਰ ਬਣਾਤੀਆਂ ਉਹਦੀਆਂ, ਉਹਦੇ 'ਤੇ ਪੇਸਟ ਲਾਤੀ ਹੈ, ਉਹਨੂੰ ਸੁਕਾਤਾ ਹੈ। ਨੈਕਸਟ, ਇਹ ਬੋਰਡ ਨੇ, ਬੋਰਡ ਸਾਡੇ 2 ਬੋਰਡ, ਇੱਕ ਉੱਪਰ ਵਾਲਾ ਇੱਕ ਨੀਚੇ ਵਾਲਾ। ਇਹ ਹੁਣ ਹਾਂ ਠੀਕ ਹੈ, ਇਹ ਬੋਰਡ ਨੇ, ਇਹਨਾਂ ਨੂੰ ਕਟਿੰਗ ਕੀਤੀ ਹੈ ਜਿੰਨਾ ਸਾਨੂੰ ਚਾਹੀਦਾ ਹੈ। ਬੋਰਡ ਵੀ ਬੜੇ ਤਰ੍ਹਾਂ ਦੇ ਹੁੰਦੇ ਨੇ। ਇਹ ਫਲਸ਼ ਬੋਰਡ ਹੈ, ਫਲਸ਼ ਬੋਰਡ ਦਾ ਮਤਲਬ ਹੈ, ਸੌਰੀ ਇਹ ਸਕੁਅਰ ਬੋਰਡ ਹੈ। ਆਹ ਫਲਸ਼ ਬੋਰਡ ਨੇ। ਫਲਸ਼ ਬੋਰਡ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਬੋਰਡ ਨੇ ਉਹ ਇਕੁਅਲੈਂਟ ਨੇ ਤੁਹਾਡੇ, ਜਿਹੜਾ ਹੈਗਾ ਬੁੱਕ ਬਲੌਕ ਹੈ ਉਹਦੇ ਬਰਾਬਰ ਹੀ ਨੇ। ਕੁਝ ਸਕੁਅਰ ਬੋਰਡ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਦੇਖੋਗੇ ਸਾਡੇ ਅੱਜ ਕੱਲ੍ਹ ਦੇ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ 'ਚ ਸਕੁਅਰ ਬੋਰਡ ਯੂਜ਼ ਕਰਦੇ ਨੇ, ਕਿ ਉਹਦੇ 'ਚ ਗੈਪ ਹੁੰਦਾ ਹੈ ਥੋੜ੍ਹਾ ਜਿਹਾ, ਬੋਰਡ ਤੁਹਾਡਾ ਵੱਡਾ ਹੈ, ਟੈਕਸਟ ਤੁਹਾਡਾ ਪਿੱਛੇ ਰਹਿ ਜਾਂਦਾ, ਤਾਂ ਕਰਕੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਉੱਤੋਂ ਐਂ ਕਰ ਦਿੰਦੇ ਹਾਂ। ਸਾਡੇ ਹਿਸਟੋਰੀਕਲੀ ਜਿਹੜੇ ਆ ਨਾ, ਉਹ ਫਲਸ਼ ਬੋਰਡ ਮਿਲਦੇ ਨੇ, ਫਲਸ਼ ਕਟਿੰਗ ਕੀਤੀ ਹੁੰਦੀ ਉਹਦੀ ਪ੍ਰੋਪਰ। ਇਹ ਉਨਾ ਹੀ ਸਾਈਜ਼ ਹੈ ਜਿੰਨਾ ਆਪਣਾ ਬੁੱਕ ਬਲੌਕ ਦਾ ਹੈ, ਬੁੱਕ ਬਲੌਕ। ਨੈਕਸਟ,
ਹੁਣ ਆਪਾਂ ਕੀ ਕਰ ਰਹੇ ਹਾਂ, ਹੁਣ ਤੁਸੀਂ ਸ਼ੁਰੂ ਵੀ ਕਰ ਸਕਦੇ ਹੋ। ਤੁਸੀਂ ਇਹਨੂੰ ਨਾ ਆਪਣੇ ਜਿਹੜੇ ਤੁਹਾਡੇ ਪੇजेस ਨੇ ਆਹ ਵਾਲੇ, ਇਹਦੀਆਂ ਨਾ ਕਟਿੰਗ ਕਰ ਲਓ ਇਹਨੂੰ। ਤੁਹਾਡੇ ਕੋਲ ਵੀ ਸੀਜ਼ਰ ਵੀ ਹੋਏਗੀ ਨਾ, ਇੰਨੇ ਇੱਕ ਮੈਨੂੰ ਫੜਾ ਦੋਗੇ ਸੀਜ਼ਰ? ਇਹ ਕਿਹਦਾ ਸੀਗਾ, ਮੈਨੂੰ ਫੜਾ ਦਿਓ ਉਹਦੀ ਸੀਜ਼ਰ ਵੀ, ਮੈਂ ਤੁਹਾਨੂੰ ਲੋੜ ਹੋਏਗੀ। ਕੋਈ ਨਾ ਲੈ ਲਓ। ਇਹ ਹੁਣ ਆਪਾਂ ਬਣਾਉਣ ਲੱਗੇ ਹਾਂ ਐਂਡ ਬੈਂਡ ਮਾਰਕਰਸ, ਤਾਂ ਕਿ ਆਪਾਂ ਨੂੰ ਖੋਲ੍ਹਣਾ ਪਏ ਇਹਨੂੰ ਸੀਜ਼ਰ ਨਾਲ। ਇਹ ਨਾ ਬਲੇਡ ਨਾ ਕੱਟਦੇ, ਐਕਚੁਅਲੀ ਸੀਜ਼ਰ ਵਾਲਾ ਕੰਮ ਨਹੀਂ ਹੈਗਾ ਇਹ, ਪਰ ਤੁਸੀਂ ਕੱਟ ਲਓ ਜਿਵੇਂ ਦੇ ਵੀ ਕੱਟੇ ਜਾਂਦੇ ਆ। ਬਿਨਾ ਖੋਲੇ ਦੀ ਪੈਂਸਿਲ ਚੱਲ ਸਕਦੀ ਆ ਭਾਈ ਸਾਹਿਬ, ਸ਼ੀਟਸ ਨਹੀਂ ਹੈਗੀ। ਆਹ ਲੈ ਲਓ ਤੁਸੀਂ, ਮੈਂ ਤਾਂ ਇੱਕ ਦੱਸਣਾ ਜੀ, ਇੰਨੀਆਂ ਚੌੜੀਆਂ ਦੋ ਸ਼ੀਟ ਆ ਲਓ। ਚਾਹੇ ਤੋਂ ਚੌੜਾ ਘੱਟ ਵੀ ਰੱਖ ਸਕਦੇ ਹੋ, ਇਹਦਾ ਫੰਕਸ਼ਨ ਸਿਰਫ ਉੱਥੇ ਮਾਰਕ ਲਾਉਣਾ ਹੈ ਕਿ ਆਪਾਂ ਇੱਥੋਂ ਐਂਡ ਬੈਂਡ ਅੰਦਰ ਲੈ ਕੇ ਜਾਣਾ। ਅੰਦਰ ਲੈ ਕੇ ਗਏ ਸੀ ਨਾ ਉਹਦੇ 'ਚ ਉਹੀ। ਹਾਂਜੀ ਕੋਰ ਬਣਾਉ ਤੇ ਪੇਸਟ ਕੋਰ ਮੈਂ ਹੁਣੇ ਬਣਵਾਉਣਾ, ਇਹਨਾਂ ਕੋਲ ਆ ਬਣਾ ਲੈਣਾ। ਪੇਸਟ ਨਹੀਂ, ਫੈਵੀਕੋਲ ਹੈਗੀ ਆਪਣੇ ਕੋਲ, ਤੇ ਕਿਤੇ ਫੈਵੀਕੋਲ ਹੈਗੀ ਆਪਣੇ ਕੋਲ। ਤੇ ਫਿਰ ਆਪਾਂ ਫੈਵੀਕੋਲ ਯੂਜ਼ ਕਰਦੇ ਹਾਂ ਜਾਂ ਕੋਈ? ਨਹੀਂ, ਆਪਾਂ ਉਹ 'ਤੇ ਉਹ ਕੁਝ ਹੋਰ ਯੂਜ਼ ਪੇਸਟ ਯੂਜ਼ ਕਰਦੇ ਹਾਂ, ਵੀਟ ਸਟਾਰ ਜਿੱਦਾਂ ਆਪਾਂ ਕਹਿੰਦੇ ਉਹਨੂੰ ਲੇਵੀ। ਪਰ ਆਪਾਂ ਜੇ ਕਨਜ਼ਰਵੇਸ਼ਨ ਦੀ ਗੱਲ ਕਰੋ ਤਾਂ ਫਿਰ ਹੋਰ ਚੀਜ਼ਾਂ ਹੁੰਦੀਆਂ ਨੇ, ਕਨਜ਼ਰਵੇਸ਼ਨ ਗ੍ਰੇਡ ਮਟੀਰੀਅਲ ਹੁੰਦਾ, ਫਿਰ ਉਹ ਨਹੀਂ, ਇਹ ਵੀ ਨਹੀਂ ਹੁੰਦੀ। ਜਿਹਦੇ ਆਪਾਂ ਜਿੱਦਾਂ ਬਿਸਕਟ ਦਾ ਗੂੰਦ ਹੁੰਦਾ ਆ, ਨਹੀਂ ਉਹ ਨਹੀਂ ਜਿਹੜਾ ਫਿਰ ਪਾਣੀ ਚਾਹੇ ਇਹਨੂੰ ਹਾਫ ਕਰ ਲਓ। ਇਹਦਾ ਫੰਕਸ਼ਨ ਇਹ ਹੈ, ਸਿਰਫ ਤੁਸੀਂ ਹੁਣ ਆਪਣੀ ਬੁੱਕਸ ਚੱਕੋ। ਇੰਨੇ ਚੌੜੇ ਸਹੀ ਨਹੀਂ ਚਾਹੀਦੇ। ਸਹੀ ਹੈ ਥੋੜੇ ਹੋਰ ਘੱਟ ਕਰ ਲਓ ਤੇ ਬਸ ਵਧੀਆ ਰਹੇਗਾ। ਇਹਨੂੰ ਵਿੱਚੋਂ ਹੁਣ ਹੋਰ ਘੱਟ ਕਰ ਲਓ ਚੌੜਾ। ਹਾਂਜੀ ਇੰਨੀਆਂ ਤੁਸੀਂ ਕਰ ਲਓ, 15 ਕਰ ਲਓ, ਸੇਮ ਸਾਈਜ਼ ਦੀਆਂ ਕਰ ਲਓ। ਇੱਦਾਂ ਦੀਆਂ 15 ਕਰ ਲਓ। ਇਹ ਨਾ ਐਕਚੁਅਲੀ ਵਰਕਸ਼ਾਪ 'ਚ ਬਹੁਤ ਲੰਬਾ ਸਮਾਂ ਚਾਹੀਦਾ ਹੁੰਦਾ ਹੈ, ਆਪਾਂ ਹੁਣ ਬਹੁਤ ਸ਼ਾਰਟਕਟ 'ਚ ਕਰ ਰਹੇ ਹਾਂ, ਪਰ ਇਹਦੇ ਲਈ ਤੁਹਾਨੂੰ ਪਹਿਲਾਂ ਅੰਡਰਸਟੈਂਡਿੰਗ ਨਹੀਂ ਸੀਗੀ, ਹੁਣ ਤੁਹਾਨੂੰ ਪਤਾ ਲੱਗਿਆ ਆਪਾਂ ਕੀ ਬਣਾਉਣ ਜਾ ਰਹੇ ਹਾਂ। ਨੈਕਸਟ ਟਾਈਮ ਆਪਾਂ ਕੋਸ਼ਿਸ਼ ਕਰਾਂਗੇ ਕਿ ਪੂਰਾ ਬਣਾਈਏ। ਜਦੋਂ ਭਾਈ ਸਾਹਿਬ ਬਣਾਉਣਗੇ ਕੋਈ ਨੈਕਸਟ ਪ੍ਰੋਗਰਾਮ ਜਦੋਂ ਲਿਖਣਗੇ, ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਦੇ 'ਚ ਵੱਡਾ ਮਤਲਬ ਪੂਰਾ ਤੁਸੀਂ ਬੁੱਕ ਪੂਰੀ ਬਾਈਂਡਿੰਗ ਕਰ ਸਕੋ। 15 ਕੁ ਕਰ ਲਿਓ ਇਹੋ ਜਿਹੀਆਂ, ਇੰਨੀਆਂ ਲੰਬੀਆਂ ਬਸ। ਮੈਂ ਇਹਨੂੰ ਕੁਝ ਨਹੀਂ ਕਰਨਾ, ਇਹਨੂੰ ਫੋਲਡ ਬਾਅਦ 'ਚ ਕਰਦੇ ਆਪਾਂ। ਤੁਸੀਂ ਨਾ ਇਕੱਠੀਆਂ ਐ ਫੋਲਡ ਕਰਕੇ ਤੇ ਇਕੱਠਾ ਹੀ ਚਾਕੂ ਚਲਾ ਦੇਵੋਗੇ, ਤੁਹਾਡੇ ਕੋਲ ਉਹ ਹੈ ਨਾ ਪਹਿਲਾਂ ਕਿਤੇ ਆਪਾਂ ਉਹ ਵੀ ਕਰ ਸਕਦੇ ਹਾਂ। ਬੇਸਿਕਲੀ ਕੋਈ ਪਾਰਟਿਕੂਲਰ ਕੀ ਯੂਜ਼ ਕਰਦੇ ਨੇ? 12 ਹੈਗੀਆਂ ਮਤਲਬ ਮਟੀਰੀਅਲ ਦੀ ਗੱਲ ਕਰ ਮਾਰਬਲਿੰਗ ਕਰਨ ਲਈ। ਮਾਰਬਲਿੰਗ ਕਰਨ ਤੇ ਮੇਰੀ ਐਸਐਚਓ ਮਤਲਬ ਕੀ ਉਹਦਾ? ਹਾਂ, ਉਹਦਾ ਮਤਲਬ ਇੱਕ ਪ੍ਰੋਟੈਕਟਿਵ ਲੇਅਰ ਹੈ। ਕਈ ਵਾਰੀ ਉਹ 'ਚ ਇਹੋ ਜਿਹੀਆਂ ਚੀਜ਼ਾਂ ਐਡ ਕਰ ਦਿੰਦੇ ਆ ਕਿ ਜਿਹੜਾ ਕੀੜਾ ਖਾ ਨਹੀਂ ਸਕਦਾ। ਉਹ ਕੀੜੇ ਨੂੰ ਪ੍ਰੋਟੈਕਟ ਕਰਨ ਲਈ ਹੈ। ਦੂਜਾ ਡੈਕੋਰੇਟਿਵ ਤਾਂ ਹੈਗਾ ਹੀ ਹੈ। ਔਰ ਦੂਸਰਾ ਕੀ ਹੈ ਕਿ ਉਹ ਫਰਦਰ ਜਿਹੜੇ ਐਜਿਸ ਹੈਗੇ ਨੇ ਆਪਣੇ ਬੁੱਕ ਬਲੌਕ ਦੇ, ਉਹਨੂੰ ਸਟਰੋਂਗ ਕਰ ਦਿੰਦਾ। ਉਹਨੂੰ ਐਜ਼ ਕੰਪੇਅਰ ਟੂ ਅੰਦਰੋਂ ਸਟਰੋਂਗ ਹੈ, ਜ਼ਿਆਦਾ ਸਟਰੋਂਗ ਹੈ। ਜਦੋਂ ਕਿਸੇ ਗੁਰਸਿੱਖ ਨਾਲ ਹੋਈ ਸੀ ਵਿਚਾਰ, ਹਾਂਜੀ ਹੁਣ ਤਾਂ ਸਾਡੇ ਕੋਲ ਟਾਈਮ ਹੈਗਾ ਥੋੜਾ ਜਿਹਾ। ਹਾਂਜੀ ਕਿ ਜਦੋਂ ਮਾਰਬਲਿੰਗ ਇਹ ਕੀਤੀ ਜਾਂਦੀ, ਮੈਨੂੰ ਨਾਮ ਨਹੀਂ ਸੀ ਪਤਾ ਉਦੋਂ, ਕਿ ਇਹ ਇੱਕ ਇੰਕਲਾਈਨਡ ਪੈਟਰਨ ਹੁੰਦਾ ਬੇਸਿਕਲੀ, ਹੈ ਨਾ, ਟੇਢਾ ਹੀ ਲਾਉਂਦੇ ਜ਼ਿਆਦਾਤਰ, ਕਿ ਕਲਰਫੁਲ ਜੇ ਮੰਨ ਲਓ ਔਰੇਂਜ ਜਾਂ ਗ੍ਰੀਨ ਜਾਂ ਨਹੀਂ। ਉਹ ਅਸਲ 'ਚ ਨਾ ਜਿਹੜੀ ਐਕਚੁਅਲ ਮਾਰਬਲਿੰਗ ਹੈ, ਉਹ ਕੀ ਹੁੰਦਾ, ਬਹੁਤ ਵੱਡਾ ਟੱਬ ਹੁੰਦਾ ਹੈ। ਟੱਬ ਦੇ ਵਿੱਚ ਕਲਰਸ ਹੁੰਦੇ ਨੇ, ਉਹਦੇ ਵਿੱਚ ਜੈਲੇਟਿਨ ਹੁੰਦੀ ਹੈ। ਜੈਲੇਟਿਨ ਜਿਹੜੀ ਐਨੀਮਲ ਦੀ ਅੰਦਰੋਂ ਕੱਢ ਕੇ ਪਾਉਣੇ, ਹੈ ਨਾ, ਜੈਲੇਟਿਨ ਹੁੰਦੀ ਹੈ। ਉਹ ਬੜਾ ਥਿਕ ਕਰ ਦਿੰਦੀ ਹੈ। ਕਲਰ ਜਿਹੜੇ ਉਦੋਂ ਆਰਗੈਨਿਕ ਹੁੰਦੇ ਸੀਗੇ, ਹੁਣ ਆਪਾਂ ਕੋਈ ਵੀ ਚੱਕ ਕੇ ਆਪਾਂ ਏਸ਼ੀਅਨ ਪੇਂਟਸ ਵੀ ਲਾ ਦਿੰਦੇ ਹਾਂ, ਹੈ ਨਾ। ਏਸ਼ੀਅਨ ਪੇਂਟ ਵੱਲ ਦਿਖਾ ਦਿੰਦਾ ਤੁਹਾਨੂੰ ਮੈਂ, ਬਟ ਉਹ ਬਹੁਤ ਐਸਿਡਿਕ ਹੈ। ਉਦੋਂ ਆਪਣੇ ਆਰਗੈਨਿਕ ਕਲਰ ਹੁੰਦੇ ਸੀ, ਉਹਦੇ 'ਚੋਂ ਕੁਛ ਇਹੋ ਜਿਹੀਆਂ ਚੀਜ਼ਾਂ ਪਾਉਂਦੇ ਸੀਗੇ, ਹਲਦੀ ਪਾਉਂਦੇ ਸੀਗੇ, ਜਿਹਦੇ ਨਾਲ ਉਹ ਕੀੜੇ ਨੂੰ ਰਿਪੈਲ ਕਰਦਾ ਸੀ। ਉਦੋਂ ਕੀ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਨੂੰ ਜਾਂ ਕੋਈ ਵੀ ਪੋਥੀ ਸਾਹਿਬ ਨੂੰ, ਐਦਾਂ ਹੁਣ ਵੀ ਐਂ ਕਰਦੇ ਨੇ ਵੈਸੇ, ਉਹ ਟੱਬ 'ਚ ਉੱਪਰ ਆ ਜਾਂਦੇ ਸੀ ਸਾਰੇ ਕਲਰ। ਉਹ ਐਂ ਕਰਦੇ ਸੀਗੇ, ਐਂ ਕਰਕੇ ਐ ਟੱਚ ਕਰ ਰਿਹਾ, ਮੈਂ ਸਮਝ ਗਿਆ, ਮੈਂ ਐਂ ਕਰਕੇ ਐਂ ਨਿਕਲੇਗਾ ਬਾਹਰ। ਫਿਰ ਉਹਦੇ 'ਚ ਪੈਟਰਨ ਜਿਹੜਾ ਆਟੋਮੈਟਿਕਲੀ ਬਣਦਾ ਸੀਗਾ, ਕਿਹੜਾ ਕਲਰ ਆ ਗਿਆ, ਕਿਹੜਾ ਰਹਿ ਗਿਆ। ਨਹੀਂ, ਮੈਂ ਜਸਟ ਹਾਂ, ਉਹ ਹੈਗਾ ਫਸਟ ਏਡ ਬਾਕਸ ਇੱਥੇ, ਮੈਂ ਕਿਹਾ ਸੀਗਾ ਉਹਨੂੰ ਆਪਣਾ। ਹਾਂ, ਲਗਾ ਦਿਓ। ਇਹਦੇ 'ਚ ਪੋਸੀਬਿਲਿਟੀ ਹੈਗੀ ਹੈ ਕਿ ਤੁਹਾਨੂੰ ਬੱਚੇ ਨਾਲ ਦੇ ਦੀ ਮਦਦ ਲੈ ਲਓ ਜੀ। ਹਾਂ, ਜਿਹੜੇ ਨਹੀਂ ਕਿਸੇ ਕੋ ਹੋ ਰਿਹਾ, ਉਹ ਨਾਲ ਦੇ ਦੀ ਮਦਦ ਲੈ ਲਓ।
ਸਟਿਪ ਫੜੋ, ਇਹਨੂੰ ਫੋਲਡ ਕਰੋ, ਬੁੱਕ ਖੋਲੋ, ਇਹਦੇ 'ਚ ਆਪਾਂ ਨਾ 15 ਸਟਿਪਸ ਇਹੋ ਜਿਹੀਆਂ ਪਾਣੀਆਂ, ਮਤਲਬ ਆਪਾਂ ਨੂੰ 30 ਪੋਰਸ਼ਨ ਕਰਨੇ ਇਹਦੇ। ਆਪਾਂ ਅੰਦਾਜ਼ਨ ਕਰ ਦਿੰਦੇ ਹਾਂ, ਵੈਸੇ ਇਹ ਸੈਂਟਰ ਆਫ ਦਾ ਕੁਆਇਰ ਹੁੰਦਾ, ਜਿੱਥੇ ਕੁਆਇਰ ਦਾ ਸੈਂਟਰ ਉੱਥੋਂ ਇੱਥੋਂ ਐਕਚੁਅਲੀ ਸਾਡੀ ਸੂਈ ਲੰਘਣੀ ਹੈ ਹਰ ਵਾਰੀ, ਇੱਥੋਂ ਸੂਈ ਲੰਘਣੀ ਇੱਥੋਂ, ਤਾਂ ਕਰਕੇ ਇਹਨੂੰ ਤੁਸੀਂ ਕਿਤੇ ਵੀ ਆਪਣੀ ਬੁੱਕ ਨੂੰ ਐ ਰੱਖ ਕੇ ਇੱਕ ਨੂੰ ਇੱਥੇ ਪਾ ਦਿਓ, ਇੱਕ ਜਿਹੜਾ ਇਹਦਾ ਐਜ ਹੈਗੀ ਹੈ ਦੂਜੀ ਐਜ ਨੂੰ ਫੋਲਡ ਕਰਕੇ ਥੋੜੀ ਅੱਗੇ ਪਾ ਦਿਓ, ਐਦਾਂ ਦੀ ਇਹਨਾਂ 15 ਨੂੰ ਤੁਸੀਂ ਐਵੇਂ ਪਾਣਾ, ਥੋੜਾ ਜਿਹਾ ਅੱਗੇ ਪਾ ਦਿਓ, ਠੀਕ ਹੈ। ਆਪਣਾ ਤੁਸੀਂ ਐਵੇਂ ਅੰਦਾਜ਼ਾ ਲਾ ਲਓ ਕਿ ਇਹਨੂੰ ਤੁਸੀਂ 30 ਪਾਰਟਸ 'ਚ ਡਿਵਾਈਡ ਕਰਨਾ ਹੈ, ਕਿਉਂਕਿ ਯੂ ਹੈਵ 15 ਸਟਿਪਸ, ਤਾਂ ਇਹਨਾਂ ਨੂੰ ਤੁਸੀਂ 30 ਪਾਰਟਸ ਕਰਨੇ ਨੇ ਦੇ ਇਕੁਇਵਲੈਂਟ। ਵੈਸੇ ਇਹ ਕੀ ਹੁੰਦਾ, ਇਹ ਸਾਡੇ ਕੁਆਇਰ ਦਾ ਸੈਂਟਰ ਹੁੰਦਾ ਵੈਸੇ ਪ੍ਰੈਕਟੀਕਲੀ ਜਦੋਂ ਆਪਾਂ ਐਕਚੁਅਲ 'ਚ ਬਾਈਂਡਿੰਗ ਕਰਦੇ ਹਾਂ, ਪਰ ਇੱਥੇ ਹੁਣ ਕੁਆਇਰ ਦਾ ਸੈਂਟਰ ਨਹੀਂ ਮਿਲੇਗਾ ਆਪਾਂ ਨੂੰ, ਜਿੱਥੇ ਕਿਤੇ ਵੀ ਮਿਲ ਰਿਹਾ ਉਹ 'ਚ ਪਾ ਲਓ। ਕਿੱਥੇ ਬੋਲ ਰਹੇ ਤੁਸੀਂ, ਹੱਥ ਖੜਾ ਕਰੋ। ਹਾਂਜੀ ਸ਼ੁਰੂ, ਹਾਂ ਇੱਕ ਐਂਡ ਤੋਂ ਸ਼ੁਰੂ ਕਰ। ਪਹਿਲਾ ਸਟਿਪ ਲਈ ਇੱਥੇ ਪਾਤੀ, ਥੋੜੇ ਜਿਹੇ ਅੰਗ ਛੱਡਤੇ, ਅੱਗੇ ਪਾਤਾ ਦੂਸਰਾ ਪਾਰਟ, ਹੁਣ ਅਗਲੀ ਦੂਸਰੀ ਪਾ ਦਿਓ, ਇਦਾਂ 15 ਸਾਰੀਆਂ ਪਾ ਦਿਓ ਵਿੱਚ। ਥੋੜੀ ਅੱਗੋਂ ਸ਼ੁਰੂ ਕਰੋ, ਹਾਂ ਥੋੜੇ ਜਿਹੇ ਅੰਗ ਛੱਡ ਕੇ, ਹਾਂ ਮਤਲਬ ਸਾਰਿਆਂ ਦੀ ਪਲੇਸਮੈਂਟ ਡਿਫਰੈਂਟ ਹੋਏਗੀ, ਇਕੱਠੇ ਕਿਤੇ ਨਹੀਂ ਦੋ ਹੋਣਗੇ। ਇੱਥੇ ਰੱਖੋਗੇ ਤੇ ਈਜ਼ੀ ਰਹੇਗਾ, ਇੱਥੋਂ ਸੂਈ ਆਪਾਂ ਨਾਲ ਕੱਢਣੀ ਹੈ, ਇੱਥੇ ਇੱਧਰ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ। ਥੋੜਾ ਇੱਧਰ ਕਰ ਲਓ ਫਿਰ ਵਾਪਸ ਲਾਓ, ਇੱਧਰ ਕਰ ਲਓ ਫਿਰ ਵਾਪਸ ਲਾਓ, ਇਦਾਂ ਕਰ ਸਕਦੇ ਹੋ। ਹਾਂ ਬਿਲਕੁਲ ਸਹੀ ਹੈ, ਸਹੀ ਹੈ। ਹੁਣ ਜਿਹੜੀ ਨੈਕਸਟ ਪਾਓਗੇ ਇੱਥੇ ਨਹੀਂ ਪਾਓਗੇ, ਇਹ ਤੋਂ ਥੋੜਾ ਜਿਹਾ ਅੱਗੇ ਕਰਕੇ, ਜਿੰਨੀਆਂ ਵੀ ਤੁਹਾਡੀਆਂ ਪੈਂਦੀਆਂ ਨਾ ਉਨੀਆਂ ਪਾ ਦਿਓ, ਕਿਉਂਕਿ ਥਿਕਨੈਸ ਵੱਖਰੀ ਹੈ। ਇੱਥੇ ਪਾ ਦਿਓ ਫਿਰ ਉੱਦਾਂ ਪਾਓ। ਇਹ ਸਿਰਫ ਆਪਾਂ ਤਾਂ ਪਾਇਆ, ਇਹਨੂੰ ਐਂਡ ਬੈਂਡ ਮਾਰਕਰ ਕਹਿੰਦੇ ਆ। ਆਪਾਂ ਐਂਡ ਬੈਂਡ ਕਿੱਥੇ ਬਣਾਉਣਾ ਉਹਨੂੰ ਮਾਰਕਿੰਗ ਕਰ ਰਹੇ ਹਾਂ ਆਪਾਂ, ਠੀਕ ਹੈ। ਜੇ ਤੁਸੀਂ ਥੋੜਾ ਸ਼ੁਰੂ ਤੋਂ ਵੀ ਕਰ ਲੋਗੇ ਤਾਂ ਚੱਲੇਗਾ, ਠੀਕ ਹੈ। ਦੂਸਰਾ ਮੇਰਾ ਸਟਿਪ ਦਾ ਜਿਹੜਾ ਐਜ ਹੈਗਾ ਉਹ ਇੱਥੇ ਹੈ, ਠੀਕ ਹੈ, ਦੋ ਇਕੱਠੇ ਨਹੀਂ ਹੈਗੇ ਕਿਤੇ ਵੀ। ਤੀਜਾ ਜਿਹੜਾ ਹੈਗਾ ਉਹ ਇੱਥੇ ਜੀ ਹੈ, ਚੌਥਾ ਹੈਗਾ ਉਹ ਥੋੜਾ ਅੱਗੇ ਹੈ। ਹੁਣ ਪੰਜਵਾਂ ਇਸ ਤਰ੍ਹਾਂ ਆਵਾਂਗੇ, ਪਰ ਇਹਨੂੰ ਕੋਸ਼ਿਸ਼ ਕਰਿਓ ਕਿ ਇੱਧਰ ਕਰ ਲਓ, ਥੋੜਾ ਸਪਾਈਨ ਵਾਲੀ ਸਾਈਡ ਤੇ ਕਰ ਲਓ। ਪਹਿਲਾ ਸਟਿਪ ਤੁਸੀਂ ਲਿਆ, ਦੇਖ ਲਓ ਜਿਹਨੂੰ ਕੋਈ ਇਸ਼ੂ ਹੈ ਦੇਖ ਲਓ, ਜਿਹੜੇ ਪਾ ਰਹੇ ਹੋ ਪਾ ਲੈਣ। ਪਹਿਲਾ ਸਟਿਪ ਲਿਆ, ਇਹਨੂੰ ਖੋਲਿਆ, ਇੱਥੇ ਰੱਖਦਾ, ਥੋੜੇ ਜਿਹੇ ਅੰਗ ਅੱਗੇ ਚੱਕੇ ਆਪਾਂ, ਦੂਜਾ ਇੱਥੇ ਰੱਖਦਾ। ਪਹਿਲੇ ਆਪਾਂ ਕੋਰ ਬਣਾ ਲਈ, ਉਹ ਬਣਾਣੇ ਲੱਖ ਰਹਿੰਦਾ, ਇਹ ਰੱਖਣ 'ਚ ਕਿੰਨਾ ਟਾਈਮ ਲੱਗ ਰਿਹਾ। ਜ਼ਰੂਰੀ ਨਹੀਂ ਹੈ, ਤੁਸੀਂ ਜਿੰਨੇ ਪਾ ਸਕਦੇ ਪਾ ਲਓ, ਬਟ ਇਹ ਟੈਕਨੀਕ ਇਹ ਹੋਣੀ ਚਾਹੀਦੀ ਵੀ ਇੱਕ ਜਗ੍ਹਾ ਤੇ ਇੱਕ ਐਜ ਹੀ ਹੋਣਾ ਚਾਹੀਦਾ, ਠੀਕ ਹੈ। ਅੱਗੇ ਥੋੜੇ ਆਪਾਂ ਦੋ ਲੱਗ ਗਏ, ਤੀਸਰਾ ਰੱਖਿਆ ਇੱਥੇ, ਥੋੜੇ ਹੋਰ ਅੱਗੇ ਚੱਕ ਲਿਆ ਆਪਾਂ, ਚੌਥਾ ਇਹਨੂੰ ਇੱਥੇ ਕਰਤਾ। ਇਸੇ ਤਰ੍ਹਾਂ ਪੰਜਵਾਂ, ਛੇਵਾਂ, ਸੱਤਵਾਂ ਦਿਖ ਰਿਹਾ ਸਾਰਿਆਂ ਨੂੰ, ਉਹਦੀ ਕੋਰ ਬਣਾਏਗਾ ਉਹ ਜਿਹੜੇ। ਹਾਂ ਇੱਥੋਂ ਸ਼ੁਰੂ ਕਰ, ਹੁਣ ਇੰਨਾ ਚੱਕਤਾ, ਇੱਥੇ ਰੱਖ ਲਾ। ਬਸ ਥੋੜੇ ਅੱਗੇ। ਹਾਂ ਜਿੰਨੇ ਤੁਸੀਂ ਬੁੱਕ ਪੂਰੀ ਕਰਨੀ ਆਪਣੀ 15 ਦੇ ਇੱਕ ਐਸਟੀਮੇਸ਼ਨ ਸੀਗਾ ਕਿ ਆਪਣਾ ਇੰਨੀ ਕੁ ਵਾਰੀ ਅੰਦਰ ਚਲੇ ਜਾਾਂਗੇ। ਤੁਸੀਂ ਪਾਓ, ਮੈਂ ਦੱਸਦਾ ਤੁਹਾਨੂੰ। ਇੰਨਾ ਕਰ ਦਿਓ ਬਸ, ਡਬਲ ਇੰਨਾ। ਹਾਂਜੀ ਨਹੀਂ ਸਿੰਗਲ ਧਾਗਾ ਪਾਉਣਾ ਹੈ ਤੇ ਦੂਰਾ ਇੰਨਾ ਬਣ ਜਾਣਾ, 2 ਧਾਗੇ ਆ, ਇੰਨਾ ਅੰਦਾਜ਼ਨ ਪਾ ਲਓ। ਸੂਈਆਂ ਬਚਾ ਕੇ ਇੱਕ ਦੂਜੇ ਦੇ ਨਾਲ ਮਾਰ ਦਿਓ ਸੂਈਆਂ, ਇੰਨਾ ਦੇਖ ਲਓ ਸਾਰੇ, ਇੰਨਾ ਧਾਗਾ ਪਾਉਣਾ ਹੈ ਸੂਈਆਂ 'ਚ ਅਲੱਗ-ਅਲੱਗ ਕਲਰ ਦਾ। ਜੇ ਕੋਈ ਧਾਗਾ ਨਹੀਂ ਹੈਗਾ ਭਾਜੀ ਨੂੰ ਦੱਸ ਦਿਓ। ਜਦੋਂ ਆਉਣਾ ਨਾ, ਦੇਖੋ ਕਿੱਥੇ ਨੂੰ ਫੜਾਇਆ, ਕਿੱਥੇ ਬੁੱਕ ਤੁਹਾਡੇ ਵਾਲੀ ਹੈ ਨਾ। ਜਦੋਂ ਤੁਸੀਂ ਰਾਉਂਡ ਕਰਕੇ ਆਣਾ, ਅੱਗੇ ਨੂੰ ਮਾਰਕਰ ਆ ਜਾਣਾ, ਮਾਰਕਰ ਦੇ ਕੋਲੋਂ ਸੂਈ ਕੱਢੀ, ਫਿਰ ਤੁਸੀਂ ਦੂਸਰਾ ਧਾਗਾ ਰਾਉਂਡ ਕੀਤਾ, ਫਿਰ ਅੱਗੇ ਮਾਰਕਰ ਆ ਜਾਣਾ। ਇਹ ਤੁਸੀਂ ਉਹ ਕਰਨਾ, ਮੈਨੂੰ ਪਤਾ ਨਹੀਂ ਕੀ ਹਿਸਾਬ ਹੋਵੇਗਾ। ਹਲੋ ਮਾਸਟਰ, ਇੰਨਾ ਧਾਗਾ ਕੌਣ ਪੁੱਛ ਰਿਹਾ? ਇੰਨਾ ਸਿੰਗਲ। ਭੈਣ ਜੀ ਨੂੰ ਦੱਸੋ ਕੀ ਕਹਿਣਾ ਤੁਸੀਂ, ਕੀ ਲੈਪਟਾਪ ਤੇ ਕੀ ਕਰਨਾ ਸੀ? ਨੈਕਸਟ ਸਲਾਈਡ ਕਰਨੀ ਸੀਗੀ, ਨੈਕਸਟ ਆ ਜਾਓ, ਨੈਕਸਟ ਸਲਾਈਡ। ਇਹ ਡਬਲ ਕਰਕੇ ਨਹੀਂ ਸਿੰਗਲ ਪਾਓ, ਸਿੰਗਲ ਇੱਥੇ ਗੰਢ ਮਾਰ ਦਿਓ ਪਿੱਛੇ। ਸਿੰਗਲ ਦੀ ਡਬਲ ਮਾਰਦੀ ਆ ਦੇਖੋ ਨਾ, ਆ ਦੇਖੋ ਦੀ ਮਾਰਨੀ ਹੈ ਉਹ ਰਮਨ, ਆਹ ਵੇਖੋ ਐਂ ਪਾਇਆ ਮੈਂ, ਆ ਦੇਖੋ ਐਂ। ਬੱਚੇ ਸੂਈ ਧਿਆਨ ਨਾਲ ਚਲਾਇਓ, ਕੋਈ ਮਰਵਾ ਨਾ ਲਿਓ, ਆਪਣੇ ਗਵਾ ਵੀ ਨਾ ਦਿਓ। ਆ ਦੇਖੋ, ਠੀਕ ਹੈ, ਇੰਨਾ ਧਾਗਾ ਗੰਢ ਮਾਰ ਦੋ। ਨਹੀਂ ਮਾਰੋਗੇ ਤਾਂ ਆਪਾਂ ਦੁਬਾਰਾ ਦੂਸਰੀ ਸੂਈ 'ਚ ਪਾ ਦਿਓ, ਅਲੱਗ ਇਕੱਠੀ ਮਾਰਨੀ ਹੈ ਚਾਰਾਂ ਦੋਵਾਂ ਦੀ।
ਉਹਨਾਂ ਦਾ ਸੀ ਸਿੰਗਲ ਪਾਣਾ, ਸਿੰਗਲ ਬਸ ਧਾਗਾ ਡਬਲ ਕਰ ਲੈਣਾ। ਹਾਂ ਇੰਨਾ ਕੁ ਆਪਣੇ ਅੰਦਾਜ਼ਾ ਕਿੰਨਾ ਵੀ ਕਰ ਲਓ, ਇਹ ਵੀ ਜ਼ਿਆਦਾ ਹੀ ਹੋਏਗਾ, ਇੰਨਾ ਬਹੁਤ ਹੈ। ਗੰਢ ਨਾ ਮਾਰੋ, ਇਕੱਠੇ ਮਾਰ ਲਾਂਗੇ, ਮਾਰ ਨਹੀਂ ਤਾਂ ਮਾਰ ਵੀ ਸਕਦੇ ਹੋ। ਸੂਈਆਂ ਬਚਾ ਕੇ ਆਪਣੇ ਵੱਲ ਨੂੰ ਰੱਖੋ, ਸੂਈ ਦੂਜੇ ਵੱਲ ਨੂੰ ਨਾ ਰੱਖਿਓ। ਉਹ ਕਿੱਥੇ ਚਲਾ ਗਿਆ ਸਿੰਘ? ਉਹ ਆਉਂਦਾ ਮੁੰਡਾ ਦਿਨ ਕਹਿੰਦੇ ਇੱਥੇ ਜਾ ਆਉਂਦੀ ਉਹ ਬੀਬੀ, ਉਹਨੂੰ ਕਹਿੰਦੇ ਸੂਈਆਂ ਬਚਾ ਕੇ ਕਿਸੇ ਦੇ ਸੂਈ ਨਾ ਮਾਰ ਦਿਓ ਅੱਖ ਉੱਖ 'ਚ। ਛੋਟਾ ਕਰ ਲਓ ਭਾਵੇਂ ਥੋੜਾ ਜਿਹਾ, ਪਰਫੈਕਟ ਹੈ ਵੈਸੇ, ਕੱਟ ਲਓ ਇੱਥੋਂ ਹੀ, ਜਿੰਨਾ ਕਰ ਲਿਆ ਓਕੇ ਹੈ, ਪਰਫੈਕਟ ਇੰਨਾ ਕਰ ਲਓ ਬਸ। ਸਿੰਗਲ ਧਾਗਾ ਪਾਣਾ ਸੂਈ ਚੋਂ, ਬਸ ਦੋਨੋਂ ਫੜ ਕੇ ਪਿੱਛੇ ਗੰਢ ਮਾਰ ਦੇਣੀ। ਕੋਈ ਨਹੀਂ ਇਹਨਾਂ ਨੂੰ ਮਾਰ ਲੈਂਦੇ, ਮਾਰਨੀ ਤਾਂ ਮਾਰ ਲਓ, ਨਹੀਂ ਮਾਰਨੀ ਤਾਂ ਚੱਲੇਗਾ, ਬਾਅਦ ਚ ਮਾਰ ਲਾਂਗੇ। ਦੋਨਾਂ ਸੂਈਆਂ 'ਚ ਵੱਖਰੇ ਵੱਖਰੇ ਕਲਰ ਦੇ ਧਾਗੇ ਪਾ ਲਓ, ਨਾ ਰਹਿਣ ਦਿਓ। ਦੋਵੇਂ ਕਲਰ ਦੇ ਜਿਹੜੇ ਧਾਗੇ ਆ ਉਹਨਾਂ ਨੂੰ ਸਾਰੇ ਨੂੰ ਇਕੱਠੇ ਗੰਢ ਮਾਰਨੀ ਹੈ। ਇਜ਼ ਇਟ ਸਾਰੇ ਦੋਵੇਂ ਮਤਲਬ 4 ਧਾਗੇ ਹੋ ਗਏ ਨਾ ਤੁਹਾਡੇ ਕੋਲ ਐਂਡ ਦੇ, ਚਾਰਾਂ ਐਂਡਾਂ ਨੂੰ ਇਕੱਠੇ ਗੰਢ ਮਾਰਨੀ ਹੈ, ਇੱਕ ਗੰਢ ਚਾਰਾਂ ਨੂੰ। ਸੂਈਆਂ 2 ਨੇ ਪਰ ਧਾਗੇ 4 ਨੇ, ਗੱਠ ਚਾਰਾਂ ਨੂੰ ਇੱਕ ਮਾਰਨੀ ਹੈ ਪਿਛਲੀ ਸਾਈਡ ਤੇ। ਆਹ ਦੇਖੋ ਦੇਖੋ ਅਲੱਗ-ਅਲੱਗ ਹੈ ਨਾ ਦੋਵੇਂ ਧਾਗੇ। ਇੱਧਰ ਤੁਹਾਡੀ ਨੀਡਲ ਹੈ, ਇੱਧਰ ਇਹਦੇ 'ਚ ਹੈ ਨਹੀਂ, ਪਰ ਤੁਹਾਡੀ ਨੀਡਲ ਇੱਧਰ ਹੈ, ਠੀਕ ਹੈ। ਉਹ ਜਿਹੜੀ ਖੁੱਲੇ ਓਪਨ ਐਜਸ ਨੇ ਉਹਨਾਂ ਦੇ ਤੁਸੀਂ ਗੰਢ ਮਾਰਨੀ ਹੈ ਚਾਰਾਂ ਨੂੰ ਇਕੱਠਿਆਂ। ਆਹ ਪੇਜ ਹੈ ਨਾ ਜਿਹੜਾ ਐ ਫੜਿਆ, ਇਹਨੂੰ ਤੁਸੀਂ ਇੱਥੋਂ ਗੋਲ ਕਰਨਾ ਹੈ, ਟਾਈਟ ਕਰਨਾ। ਟਾਈਟ ਕਰੋਗੇ ਬਹੁਤ ਵਧੀਆ ਹੈ, ਨਹੀਂ ਹੁੰਦਾ ਜਿੱਦਾਂ ਦਾ ਹੁੰਦਾ ਕਰ ਲਓ ਬਸ। ਜਿੰਨਾ ਵੀ ਤੁਹਾਡੇ ਕੋਲ ਪੀਸ ਆਫ ਪੇਪਰ ਹੈ ਨਾ ਉਹਨੂੰ ਐਜ ਤੋਂ ਕਰਨਾ ਸ਼ੁਰੂ ਕਰ ਦਿਓ। ਸਾਈਜ਼ ਦਾ ਕੋਈ ਇਸ਼ੂ ਨਹੀਂ ਹੈ, ਟੇਪ ਵੀ ਲਾ ਸਕਦੇ ਆਪਾਂ, ਪਰ ਆਪਾਂ ਲਾਉਣੀ ਨਹੀਂ ਹੈਗੀ। ਆਓ ਫੈਵੀਕੋਲ ਲਾਵਾਂਗੇ, ਟੇਪ ਹੈਗੀ ਤੁਹਾਡੇ ਕੋਲ? ਟੇਪ ਲਾ ਲਓ ਫਿਰ ਉੱਤੇ, ਕੋਈ ਗੱਲ ਨਹੀਂ। ਨਹੀਂ ਹੈਗੀ ਸਾਰਿਆਂ ਕੋਲ? ਫਿਰ ਨਹੀਂ, ਫਿਰ ਤੁਹਾਨੂੰ ਫੈਵੀਕੋਲ ਦਿੰਨੇ, ਉਹ ਲਾ ਲਿਓ। ਇਹ ਜਸਟ ਮਾਡਲ ਹੈ, ਇਹਦੇ ਜੋ ਚੀਜ਼ਾਂ ਯੂਜ਼ ਕਰ ਰਹੇ ਹੋ ਐਕਚੁਅਲ 'ਚ ਨਹੀਂ ਹੁੰਦੀਆਂ ਹੈਗੀਆਂ। ਬਸ ਤੁਹਾਨੂੰ ਮਕਸਦ ਹੈ, ਤੁਹਾਨੂੰ ਸਟਿਚਿੰਗ ਕਰਨੀ ਆਉਣੀ ਚਾਹੀਦੀ ਵੀ ਕਿੱਦਾਂ, ਇਹਦੇ 'ਚ ਸਿਰਫ ਮਕਸਦ ਇੰਨਾ ਹੈ। ਉਹ ਤਾਂ ਬਹੁਤ ਜ਼ਿਆਦਾ ਬਹੁਤ ਹੈ। ਜਿੰਨਾ ਵੀ ਤੁਹਾਡਾ ਮਨ ਕਰਦਾ ਇੰਨਾ ਕਰ ਲਓ, ਥੋੜੀ ਥਿਕਨੈਸ ਹੋਏਗੀ। ਇਹ ਤੁਹਾਡਾ ਐਂਡ ਬੈਂਡ ਬਣੂਗਾ ਐਦਾਂ ਦਾ ਬਣੂਗਾ, ਦੇਖ ਲਓ ਇੰਨਾ ਕੁ ਮੋਟਾ ਹੋ ਜਾਏਗਾ ਇਹ ਇਹਦੇ ਨਾਲ, ਠੀਕ ਹੈ। ਫੈਵੀਕੋਲ ਮੈਂ ਤੁਹਾਨੂੰ ਜਲਦੀ ਆਪੇ ਲਾ ਦੇਣਾ। ਇਹਦੇ ਕੋਲ ਲਾ ਮੈਂ ਬਣਾ ਆਹ ਕੀ ਚੀਜ਼ ਹੈ ਇੱਥੇ ਤੁਸੀਂ ਨਾ ਆ ਜਿਹੜਾ ਨਾ ਇਦਾਂ ਕਰਕੇ ਜਿੰਨਾ ਕੁ ਮੋਟਾ ਹੁੰਦਾ ਇਹਨੂੰ ਇਦਾਂ ਗੋਲ, ਇਹ ਤੁਸੀਂ ਦੇਖ ਲਿਆ ਪਹਿਲਾਂ ਹੀ, ਇੰਨਾ ਕਰਕੇ ਇੰਨਾ ਕੁ ਕਰ ਲਓ, ਐਂ ਫੜ ਕੇ ਰੱਖੋ। ਮੈਂ ਆਉਂਗਾ ਫੈਵੀਕੋਲ ਲਾ ਦੂੰਗਾ ਦਵਾ ਕੇ, ਤੁਸੀਂ ਐਂ ਕਰ ਦਿਓ, ਦੁਬਾਰਾ ਜੋੜ ਦਾਂਗੇ, ਠੀਕ ਹੈ। ਲਿਆਓ ਇਹਨੂੰ ਹੁਣ ਅੱਗੇ ਚੱਲ ਜਾਓਗੇ, ਜੁੜ ਜੇ। ਇਹ ਤਾਂ ਫੜ ਕੇ ਰੱਖੋ ਫਿਰ ਬਸ ਥੋੜੀ ਦੇਰ, ਟਾਈਟ ਠੀਕ ਹੈ। ਇਹ ਹੁਣ ਫੈਵੀਕੋਲ ਵਾਲਾ ਪੋਰਸ਼ਨ ਵੀ ਕਵਰ ਕਰ ਦਿਓ, ਟਾਈਟ ਦਾ ਕੋਈ ਚੱਕਰ ਨਹੀਂ। ਇਹ ਆਪਾਂ ਨਾ ਵੈਸੇ ਇਹਦੀ ਜਗ੍ਹਾ ਤੇ ਜਾਂ ਤਾਂ ਲੈਦਰ ਹੁੰਦੀ ਹੈ, ਜਾਂ ਕਲੋਥ ਹੁੰਦਾ ਹੈ, ਜਾਂ ਬਾਂਸ ਹੁੰਦਾ ਹੈ, ਜਾਂ ਲੱਕੜੀ ਹੁੰਦੀ ਹੈ। ਪੇਪਰ ਦੀ ਜਗ੍ਹਾ ਤੇ ਜਿਹੜੀ ਚੀਜ਼ ਆਪਾਂ ਬਣਾ ਰਹੇ ਹਾਂ ਇਹ ਚੀਜ਼ਾਂ ਮਟੀਰੀਅਲ ਹੋਰ ਹੈ, ਬਸ ਆਪਾਂ ਟੈਕਨੀਕ ਸਿੱਖ ਰਹੇ ਹਾਂ ਇਹਦੇ 'ਚ। ਇਹਨੂੰ ਕਵਰ ਕਰ ਦਿਓ, ਬੜੇ ਵੱਟ ਬਾਤ ਤੇਰਾ ਹੋਣਾ ਦਾਦਾ ਕਵਰ ਕਰ ਦੀ। ਹਾਂ ਇਹਨੂੰ ਬਾਅਦ ਜਿੱਥੇ ਫੈਵੀਕੋਲ ਲਾਈ ਉਹਨੂੰ ਵੀ ਕਵਰ ਕਰ ਦਿਓ ਤਾਂ ਕਿ ਜੁੜ ਜੇ। Ah, बहुत खुला. It's very loose. Yeah, it's so loose. ਤੁਸੀਂ ਸਿੰਗਲ ਨੂੰ ਕਰੋ ਜਿੱਦਾਂ ਭਾਜੀ ਨੇ ਕੀਤਾ। ਤੁਸੀਂ ਭਾਜੀ ਨੇ ਵੀ ਗਲਤ ਨਹੀਂ ਕੀਤਾ, ਜਿੱਦਾਂ ਉਹਨਾਂ ਨੇ ਕੀਤਾ, ਜਿੱਦਾਂ ਇਹਨਾਂ ਨੇ ਕੀਤਾ ਨਹੀਂ ਹੁੰਦਾ। ਤੁਸੀਂ ਕਰੋ ਸਹੀ। ਆਹ ਦੇਖੋ ਸਾਰੇ ਲੈਂਥ ਘਟ ਗਈ ਨਾ, ਅਜੀਬ ਜਿਹਾ ਹੋ ਗਿਆ। ਇਦਾਂ ਦਾ ਕਰੋ, ਇਦਾਂ ਦਾ। ਮਕਸਦ ਆ ਸਿਰਫ ਇਹਨੂੰ ਜੋੜ ਕੇ ਰੱਖਣਾ ਉੱਥੇ ਤਾਂ ਕਿ ਖੁੱਲ ਨਾ ਜਾਏ ਵਿੱਚ। ਡਨ। ਜਾਂ ਚਮੜਾ ਹੁੰਦਾ ਹੈ, ਜਾਂ ਟੈਕਸਟਾਈਲ ਹੁੰਦਾ ਹੈ, ਜਾਂ ਬੈਂਬੋ ਹੁੰਦਾ ਹੈ, ਜਾਂ ਵੁੱਡ ਹੁੰਦੀ ਹੈ, ਕਈ ਕੁਝ ਮਿਲਦਾ ਹੈ। ਪੁਰਾਤਨ ਲੱਕੜੀ ਵੀ ਮਿਲਦੀ ਹੈ ਬਹੁਤ ਸਾਰੀ ਜਗ੍ਹਾ ਤੇ। ਇਹਦਾ ਮਕਸਦ ਕੀ ਹੈ? ਕੌਣ ਇਹਦਾ ਮਕਸਦ ਹੈ ਤੁਹਾਨੂੰ ਦੱਸਦਾ ਅੱਗੇ। ਅਸਲ 'ਚ ਨਾ ਆਪਣੇ ਕੋਲ ਟਾਈਮ ਬਹੁਤ ਸ਼ਾਰਟ ਹੈ ਤੇ
ਇਨਫੋਰਮੇਸ਼ਨ ਜ਼ਿਆਦਾ ਹੈ, ਉਹਦੇ ਕਰਕੇ ਆਪਾਂ ਇਨ ਬਿਟਵੀਨ ਹੀ ਸ਼ੁਰੂ ਕਰਤਾ, ਆਪਾਂ ਪੂਰਾ ਨਹੀਂ ਕੀਤਾ ਉਹਨੂੰ। ਪੇਜ ਤੁਹਾਡੇ ਵਾਲਾ ਸੀਗਾ ਹਾਂ, ਇਹਨਾਂ ਨੂੰ ਭਾਜੀ ਇੱਕ ਪੇਜ ਦਿਓ ਪਲੀਜ਼। ਹਾਂ ਇਹਨਾਂ ਨੂੰ ਤੁਸੀਂ ਦਿਓ, ਮੈਂ ਫੈਵੀਕੋਲ ਨੂੰ ਕਵਰ ਕਰਨਾ। ਫੈਵੀਕੋਲ ਵੈਸੇ ਆਪਾਂ ਨਹੀਂ ਯੂਜ਼ ਕਰਦੇ, ਨਾ ਪਹਿਲਾਂ ਟ੍ਰੈਡੀਸ਼ਨਲੀ ਹੁੰਦੀ ਸੀਗੀ, ਨਾ ਹੀ ਆਪਾਂ ਯੂਜ਼ ਕਰਦੇ ਹਾਂ ਫੈਵੀਕੋਲ। ਜਸਟ ਆਪਾਂ ਟਾਈਮ ਪਾਸ ਕਰ ਰਹੇ ਹਾਂ ਇਹਦੇ ਨਾਲ ਕਿ ਫਿਕਸ ਕਰਨ ਲਈ, ਆਪਾਂ ਸਿਰਫ ਟੈਕਨੀਕ ਸਿੱਖ ਰਹੇ ਹਾਂ, ਮਟੀਰੀਅਲ ਨਹੀਂ ਯੂਜ਼ ਕਰ ਰਹੇ। ਜੇ ਲੈਦਰ ਵਗੈਰਾ ਵੀ ਯੂਜ਼ ਕਰਦੇ ਤੇ ਫਿਰ ਕਿਹਦੇ ਨਾਲ ਚਿਪਕਾਉਂਦੇ ਨੇ? ਫਿਰ ਉਹ ਹੁੰਦੀ ਸੀਗੀ ਆਟੇ ਦੀ ਜਿਹੜੀ ਲੇਵੀ ਹੁੰਦੀ ਹੈ ਨਾ, ਉਦੋਂ ਉਹ ਹੁੰਦੀ ਸੀ। ਕਈ ਵਾਰੀ ਗਮ ਵੀ ਹੋ ਸਕਦੀ ਹੈ, ਕਈ ਵਾਰੀ ਗਲੂ ਵੀ ਹੋ ਸਕਦੀ ਹੈ। ਗਮ ਤੇ ਗਲੂ 'ਚ ਕਿਸੇ ਨੂੰ ਮਤਲਬ ਫਰਕ ਪਤਾ ਹੈ? ਜਿਹੜੀ ਐਨੀਮਲ ਦੀ ਵਿੱਚ ਜਾਂ ਪੇੜਾ ਜਿਹੜੀ ਐਨੀਮਲ ਵਾਲੀ ਆ ਉਹ ਗਲੂ ਹੁੰਦੀ ਹੈ, ਜਿਹੜੀ ਦੂਜੀ ਆ ਉਹ ਗਮ ਹੈ। ਹਾਂ ਗੋਲ ਤਾਂ ਕਰੋ ਇਹਨੂੰ, ਹੋ ਗਿਆ ਹੋ ਗਿਆ। ਫੈਵੀਕੋਲ ਹਾਂਜੀ ਉੱਚੀ ਬੋਲੋ, ਉੱਚੀ। ਉਹ ਗਮ ਹੁੰਦੀ ਹੈ, ਕਿਉਂਕਿ ਜਿਹੜਾ ਪਲਾਂਟ ਓਰੀਜਨ ਹੈ ਉਹ ਗਮ ਹੈ, ਜਿਹੜਾ ਵੀ ਕਿਤੇ ਐਨੀਮਲ ਓਰੀਜਨ ਹੈ, ਐਨੀਮਲ ਹੁੰਦੀ ਹੈ ਜੈਲੇਟਿਨ ਹੁੰਦੀ ਹੈ, ਜੈਲੇਟਿਨ। ਜਿਹੜੀ ਜੈਲੇਟਿਨ ਹੁੰਦੀ ਹੈ, ਜੇ ਤੁਸੀਂ ਪੁਰਾਣੇ ਸਮੇਂ 'ਚ ਪਤੰਗਾ ਉਡਾਉਂਦੇ ਸੀਗੇ ਤੇ ਬਰਾਊਨ ਕਲਰ ਦੀ ਟੇਪ ਹੁੰਦੀ ਹੈ ਨਾ ਇੱਕ, ਉਹ 'ਤੇ ਜੈਲੇਟਿਨ ਹੁੰਦੀ ਹੈ। ਹੋਲਡ ਕਰਿਓਗੇ ਤੁਹਾਡਾ ਸੁੱਕ ਜਾਏ ਇਹਨੂੰ ਕਵਰ ਕਰਕੇ। ਵਿਨ ਡਨ, ਸੁੱਕ ਜਾਏਗਾ, ਵੈਸੇ ਨਹੀਂ ਵੀ ਸੁੱਕੇਗਾ ਤਾਂ ਚੱਲੇਗਾ, ਕੋਈ ਗੱਲ ਨਹੀਂ। ਅੱਗੇ ਫਿਰ ਤੁਸੀਂ ਉੱਥੇ ਜਾਣਾ, ਸੌਰੀ ਗਰੁੱਪ ਬਣਾ ਕੇ ਜਾਣਾ ਉੱਥੇ। ਹੋ ਗਿਆ ਥੋੜਾ ਟਾਈਟ ਬਣਾਓਗੇ ਤਾਂ ਟੁੱਟੇਗਾ ਨਹੀਂ ਜਿਵੇਂ ਟੁੱਟ ਰਿਹਾ। ਔਰ ਟ੍ਰੈਡੀਸ਼ਨਲੀ ਇਹ ਕੋਰ ਹੁੰਦੀ ਸੀਗੀ ਕੱਪੜੇ ਦੀ। ਇਹਨੂੰ ਫਲੈਟ ਨਾ ਕਰੋ, ਇਹਨੂੰ ਗੋਲ ਰੱਖੋ। ਫਲੈਟ ਨਹੀਂ ਕਰਨਾ ਕਿਸੇ ਨੇ, ਗੋਲ ਰੱਖਣਾ ਹੈ। ਇਹ ਥੋੜਾ ਹਾਰਡ ਹੁੰਦੀ ਸੀ, ਲੱਕੜੀ ਹੁੰਦੀ ਸੀ, ਤਾਂ ਕਿ ਧਾਗਾ ਜਦੋਂ ਕਰਾਂਗੇ ਨਾ ਉਹ ਇਹਨੂੰ ਥੋੜਾ ਪੀਸ ਦੇਗਾ ਵਿੱਚ ਆਪਣੇ। ਕਵਰ ਕਰ ਦੋ ਇਹਨੂੰ, ਫਿਰ ਸੁੱਕ ਜਾਏ। ਡਨ। ਇਹ ਜੁੜ ਗਿਆ, ਬਹੁਤ ਵਧੀਆ ਹੋ ਗਿਆ ਤਾਂ ਕੋਈ ਗੱਲ ਨਹੀਂ, ਮੋਟੇ ਸੀ ਕੋਈ ਚੱਕਰ ਨਹੀਂ। ਮੈਂ ਤੁਹਾਨੂੰ ਦੱਸਦਾ, ਬਸ ਤੁਸੀਂ ਜੋੜ ਲਓ ਪਹਿਲਾਂ ਫੈਵੀਕੋਲ। ਜਿਹਦੇ ਕੋਲ ਨਹੀਂ ਲੱਗੀ ਉਹ ਮੈਨੂੰ ਦੱਸ ਦਿਓ। ਹੋਰ ਕੋਈ ਇੱਧਰ ਪਿੱਛੇ ਲੱਗੀ ਸਭ ਨੂੰ? ਕਿਹਦੇ नहीं लगी सी, हाथ खड़े करो। लगी। और कौन सी? कोई गल नहीं, जिन्ना भी कर लिया ठीक है। बस इन्ना थिकनेस ही बनानी है, जिड्डा मोटा एंड बैंड चाहिए उन्नी तुसी रोल करनी है। डन हो गया सब दा? ओके। ये तो तुहाडी होई है। ਹੁਣ ਗੱਠ ਤੋਂ ਬਾਅਦ ਜਿਹੜਾ ਐਕਸਟਰਾ ਧਾਗਾ ਸੀਗਾ ਉਹ ਥੋੜਾ ਕੱਟ ਦੋ ਕਿ ਗੱਠ ਖੁੱਲੇ ਨਾ ਬਣ। ਇਹ ਤੁਹਾਡੇ ਦੇ ਵਿੱਚ कोई गल नहीं। तुसी कटना सीगा इनू, कट्टे नहीं? टुट गया, कोई गल नहीं, बस कटना ही है, कुछ नहीं है। एक्स्ट्रा धागा कट देना, वैसे वो स्पाइन च आ जाता हुंदा जे वध भी रह जे तां। ਇਹਨਾਂ ਧਾਗਾ ਸੂਈਆਂ ਜਿਹੜੀਆਂ ਆਪਣੇ ਵੱਲ ਰੱਖੋ, ਸੂਈ ਨੂੰ ਹਮੇਸ਼ਾ ਇਦਾਂ ਫੜੋ। ਸੂਈ ਜਿਹੜੀ ਹੈ ਹਮੇਸ਼ਾ ਦੱਸਿਓ। ਹਾਂ ਤੁਸੀਂ ਆਪਣੇ ਉਧਰ ਟਾਈਮ ਮੈਂ ਤਾਂ ਦੇਣਾ ਟਾਈਮ ਫਿਰ ਹੁਣ ਫਿਰ ਮਰਜ਼ੀ ਹੈ ਕੀ ਕਰ। ਸੂਈ ਨੂੰ ਇਦਾਂ ਰੱਖੋ, ਇਦਾਂ ਐਵੇਂ ਕੱਟ ਲਓ ਦੋਨੋਂ ਸਾਈਡਾਂ ਤੋਂ, ਵਨ ਓਨਲੀ। ਅੱਛਾ ਇੱਕ ਹੀ ਕੱਟਣਾ? ਹਾਂ ਵੈਸੇ ਬਾਕੀ ਤੁਸੀਂ ਘਰੇ ਜਾ ਕੇ ਕਰੋਗੇ, ਫਿਰ ਦੇਖ ਲਿਓ ਤੁਸੀਂ ਇਹ ਕਿਵੇਂ ਹੁੰਦਾ ਹੈ ਨਾ। ਇੱਕ ਵਾਰੀ ਤੁਸੀਂ ਦੇਖ ਲਓ ਕਿਸ ਤਰ੍ਹਾਂ ਗਰੁੱਪ 'ਚ ਆਓਗੇ, ਕਿਵੇਂ ਆਓਗੇ। ਇੱਥੇ ਆਲੇ ਦੁਆਲੇ ਬੈਠਦੇ ਆ, ਆਲੇ ਦੁਆਲੇ ਆ ਜਾਓ ਕਿ ਹਰੇਕ ਨੂੰ ਵਿਜ਼ੀਬਲ ਹੋਏ। ਹਾਂਜੀ ਠੀਕ ਹੈ। ਜਿਹੜੇ ਲੰਬੇ ਆ ਪਿੱਛੇ ਖੜੇ ਹੋਏ ਨਾ, ਆਪਣੀਆਂ ਜਗ੍ਹਾ ਆਪੇ ਯਾਦ ਰੱਖ ਲਿਓ। ਨਥਿੰਗ, ਤੁਸੀਂ ਕੁਝ ਨਹੀਂ ਲੈ ਕੇ ਆਉਣਾ, ਬਸ ਦੇਖਣਾ ਹੀ ਹੈ। ਇਹ ਭਾਈ ਸਾਹਿਬ ਬਣਾਉਣਗੇ, ਤੁਸੀਂ ਦਰਸ਼ਨ ਕਰਨੇ ਆ ਬਸ। ਬਾਹਰ ਲਾਉਣਾ
ਥੋੜਾ ਨਾ ਅੱਖਾਂ ਵਿੱਚ ਹੁਣ ਆ ਚੀਜ਼ ਇਦਾਂ ਨੂੰ ਜਾਣੀ ਇਹ ਇੱਕ ਵਾਰੀ ਫਿਰ ਤੋਂ ਦੱਸ ਦਿਓ ਕੀ ਕੀਤਾ ਤੁਸੀਂ। ਆ ਦੇਖੋ ਇੱਕ ਧਾਗਾ ਬਾਹਰਲਾ ਇੱਕ ਅੰਦਰ ਹਾਂਜੀ ਆ ਜਿਹੜਾ ਬਾਹਰਲਾ ਧਾਗਾ ਹੈ ਉਹਨੂੰ ਆਪਣੇ ਲੈਫਟ ਸਾਈਡ ਕੀਤਾ ਐਕਚੁਅਲੀ ਨਾ ਸਾਡੀ ਤੇ ਲੈਫਟ ਦੇ ਉੱਪਰੋਂ ਦੀ ਦੂਜਾ ਗਿਆ ਯੈਲੋ ਕਲਰ ਆ ਗੰਢ ਜੀ ਬਣੀ ਤੁਸੀਂ ਜਿਹਨੂੰ ਕੋਈ ਇੰਟਰਸਟ ਹੋਏਗਾ ਨਾ ਮੈਨੂੰ ਹੁਣ ਇਹ ਧਾਗਾ ਇਧਰ ਸਾਈਡ ਆ ਗਿਆ ਇਹ ਧਾਗਾ ਨਹੀਂ ਸਾਈਡ ਇੱਕ ਨੀਚੇ ਤੋਂ ਲਿਆ ਇੱਕ ਤੁਸੀਂ ਆਪਣਾ ਸਾਰੇ ਜੀ ਕੋਈ ਸੌਟ ਆਫ ਨਹੀਂ, ਇੱਕ ਮਿਸਾਈਲ ਆਈਡੀ ਜਾਂ ਤਾਂ ਥੱਲਣੀ ਆ ਉਧਰਲੇ ਪਾਸੇ ਇਹ ਹੈਗਾ ਕਿ ਆਪਾਂ ਹਰੇਕ ਧਾਗਾ ਅੰਦਰ ਲਿਜਾ ਸਕਦੇ ਹਾਂ ਹੁਣ ਉਹ ਟਾਈਮ ਹੈ ਨਹੀਂ ਜਿੱਦਾਂ ਆਪਾਂ ਨੇ ਇਹਨੂੰ ਇੱਧਰ ਕੀਤਾ ਸੀ ਇੱਥੋਂ ਗਿਆ ਸੀ ਹੁਣ ਇਹ ਇਹਦੇ ਪਿੱਛੇ ਜਿਹੜਾ ਹੁਣ ਪੀਲਾ ਸੀ ਅੰਦਰੋਂ ਖਿੱਚਿਆ ਸੀਗਾ ਹੁਣ ਪੀਲੇ ਨੂੰ ਵਿੱਚੋਂ ਦੀ ਕੱਢ ਕੇ ਹੁਣ ਨੀਲਾ ਬਾਹਰੋਂ ਕਰ ਸਕਦੇ ਹਾਂ ਇਹ ਮਤਲਬ ਵਾਰੀ ਹੋਏਗਾ ਵਿੱਚ ਇੱਕ ਵਾਰੀ ਉਹਦੇ ਅੰਦਰ ਦੀ ਕੱਢਿਆ ਤੇ ਗੱਠ ਵੱਜੀ ਹੈ ਤੇ ਉਹਦੇ ਕਰਕੇ ਆਪਾਂ ਨੇ ਇਹਨੂੰ ਕੱਸ ਕੇ ਰੱਖਣਾ ਕਿਹੜੀ ਗੱਠ ਹੈ ਉਹ ਬਾਹਰ ਨਾ ਆਵੇ ਤੇ ਆਹ ਜਿਹੜੀ ਕੋਰ ਹੈ ਉੱਪਰ ਰੱਖੀ ਇਹਦੇ ਆ ਦੋ ਧਾਗੇ ਆ ਇੱਕ ਨੀਲਾ ਤੇ ਇੱਕ ਪੀਲਾ ਆ ਦੇਖਦੇ ਦੋ ਧਾਗੇ ਹਾਂਜੀ ਆ ਨਾ ਇਹਨੂੰ ਵੀ ਨਾ ਹੋਲਡ ਕਰਨੇ ਵਾਸਤੇ ਕਲਿੱਪ ਲਾ ਦੇ ਦੂਸਰੇ ਵਿੱਚੋਂ ਦੀ ਜਾਣਾ ਸੀ ਕੋਇਰ ਦੇ ਵਿੱਚੋਂ ਹਾਂ ਨਾ ਜਿਹਨੇ ਦੂਸਰੇ ਘਰ ਚ ਜਾਣਾ ਸੀ ਇਹ ਗਿਆ ਇਧਰ ਲੈਫਟ ਸਾਈਡ ਤੇ ਇਹ ਇਧਰੋਂ ਦੀ ਆ ਆਪਣੇ ਗੱਲ ਥੱਲੇ ਦੀ ਤੇ ਹੁਣ ਇਹ ਇਧਰ ਸਟ੍ਰਕਚਰ ਨਿਕਲਣਾ ਪਰ ਕੋਇਰ ਦੂਸਰੇ ਹਾਂ ਦੂਜੀ ਜਿਹੜੀ ਪਹਿਲੀ ਸਟੈਪ ਦੀ ਸੀ ਦੂਜੀ ਸਾਈਡ ਇਹਦਾ ਆ ਤਾਂ ਪਹਿਲੀ ਸੀ ਨਾ ਦੀ ਹੁਣ ਇਹ ਦੂਜੀ ਸਾਈਡ ਉੱਤੋਂ ਦੀ ਆਲਮੋਸਟ ਸੇਮ ਜਗ੍ਹਾ ਤੋਂ ਕੱਢਣਾ ਨਹੀਂ ਥੋੜਾ ਨਹੀਂ ਥੋ ਤੋਂ ਉਹ ਤੋਂ ਅੱਗੇ ਇਦਾਂ ਅੱਗੇ ਚਲ ਜਾਣਾ ਨੀਵੇਂ ਹੋ ਜਾਣਾ ਹਾਂ ਥੱਲੇ ਜਾ ਜਾਣਾ ਇਹਦੀ ਲੈਂਥ ਦਾ ਕੋਈ ਚੱਕਰ ਨਹੀਂ ਤਾਂ ਸੇਮ ਰੱਖੀ ਇੱਕ ਇੰਚ ਘੱਟੋ ਘੱਟ ਰੱਖੀ ਜਗ੍ਹਾ ਅੱਛਾ ਠੀਕ ਹੈ ਇਹ ਇੰਚ ਆਹ ਚੀਜ਼ ਵਾਲੀ ਦੇਖਣਾ ਨੀਂਦ ਨੇ ਤੇ ਬਸ ਲਿਆ ਛੱਡਿਆ ਲੈ ਕੇ ਉੱਪਰੋਂ ਦੀ ਵਾਪਸ ਆ ਇਹਦੇ ਵਿੱਚ ਲੈ ਗਏ ਓਕੇ ਠੀਕ ਹੈ ਸਮਝ ਗਿਆ ਹੁਣ ਆ ਚੀਜ਼ ਦੁਬਾਰਾ ਉੱਪਰ ਆ ਗਈ ਪੀਲੇ ਦੀ ਹੁਣ ਨੀਲੇ ਨੂੰ ਉੱਪਰ ਦੀ ਹੁਣ ਨੀਲੇ ਨੂੰ ਉੱਪਰ ਨੂੰ ਇਦਾਂ ਜਿੱਦਾਂ ਸਵੈਟਰ ਉਹਨਾਂ ਹੁੰਦਾ ਹਾਂ ਸੇਮ ਠੀਕ ਹੁਣ ਜਿੱਦਾਂ ਆ ਚੀਜ਼ ਉੱਪਰ ਆ ਗਈ ਹੁਣ ਇਹਨੂੰ ਫੇਰ ਉਹਦੇ ਵਿੱਚੋਂ ਦੀ ਤੇ ਦੋਵੇਂ ਐਂਡਸ ਨੂੰ ਗੰਢ ਮਾਰਨੀ ਹੈ ਜਿਹੜੇ ਇੱਧਰ ਵਾਲਾ ਸਿਰਾ ਬਚ ਗਿਆ ਸੌਰੀ ਜਿਹੜਾ ਅਖੀਰ ਤੇ ਸਿਰੇ ਅਖੀਰ ਤੇ ਬਚ ਗਿਆ ਉਹ ਇੱਥੇ ਗੱਠ ਵੱਜ ਉਹ ਇਹਨਾਂ ਦੇ ਵਿੱਚੋਂ ਕਰਕੇ ਭਾਵੇਂ ਇਹਦੇ ਵਿੱਚੋਂ ਕਰਕੇ ਦੋ ਵਾਰੀ ਉੱਥੇ ਸਪਾਈਨ ਆਉਂਦਾ ਉੱਥੇ ਜੋੜ ਵੀ ਸਕਦੇ ਆਪਾਂ ਗੰਢ ਮਾਰ ਕੇ ਨਾ ਦੱਸਿਆ ਵੀ 21 ਇੰਚ ਅੱਗੇ ਕਰਨਾ ਤੇ ਫਿਰ ਪੂਰੀ ਉੱਤੇ ਆਏਗੀ ਹਾਂ ਆਹ ਇੱਥੇ ਚੀਜ਼ ਤਾਂ ਇਹ ਪੂਰੀ ਜੀ ਇਹਨੇ ਧਾਗੇ ਤਾਂ ਦੱਸਣਗੇ ਉੱਪਰ ਹੀ ਰਹੇਗੀ ਆ ਦੇਖੋ ਤੇ ਇਹਨਾਂ ਦੀ ਦੂਜੀ ਸਾਈਡ ਬਣਿਆ ਆ ਥੋੜਾ ਮੋਟਾ ਬਣ ਸਿਰਫ ਇਹ ਪ੍ਰੂਫ ਦਾ ਰਹਿ ਗਿਆ ਆਪਣਾ ਹੁਸ਼ਿਆਰ ਸਿੰਘ ਜੀ ਇਹਨਾਂ ਨੇ ਦੇਖ ਲਿਆ ਆ ਗਈ ਸਮਝ ਕੁਛ ਅੰਦਾਜ਼ਾ ਲੱਗ ਲਿਆ ਆਪਾਂ ਵੀਡੀਓ ਭੇਜ ਦਾਂਗੇ ਹੋ ਗਿਆ ਬਸ ਨੈਕਸਟ ਜਿਹੜਾ